कोई भी ऐसा देश नहीं है जिथे कि इन्नी वड्डी बेनती विच फोर्स रखी जा सकती होवे कि हर घर दे मुरे 4 गार्ड हो सकन। सो सानू साफ प्रशासन चाहिए है, सानू साफ वातावरण चाहिए है, चंगा माहौल चाहिए है और असी ये भी मैंशन किया ਜਾਂ ਕੋਈ ਐਂ ਨਹੀਂ ਕਹਿ ਸਕਦੇ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਮਤਲਬ ਕਿ ਇੱਥੇ ਸਾਡੇ ਕੋਈ ਕਾਉਂਸਲਰ ਬਣਦੇ ਨੇ, ਸਾਡੇ ਮੇਅਰ ਬਣਦੇ ਨੇ ਜਾਂ ਐਮਪੀਪੀ ਜਾਂ ਐਮਪੀ ਬਣਦੇ ਨੇ ਵੀ ਇਹ ਸਾਰੇ ਗੋਰੇ ਆ ਤੇ ਇਹਨਾਂ ਨੂੰ ਦੀਂਦਾ ਹੀ ਨਹੀਂ ਵੀ ਇੱਥੇ ਦੇਸੀ ਕਰੀ ਕੀ ਜਾਂਦੇ ਨੇ। ਸਭ ਕੁਝ ਉਹਨਾਂ ਨੂੰ ਦਿਸਦਾ, ਸਭ ਕੁਝ ਉਹਨਾਂ ਨੂੰ ਸਮਝ ਆਉਂਦਾ। ਫਿਰ ਤੁਸੀਂ ਤੜਕੇ ਹੀ ਚੱਕਦੇ ਹੋ ਫੋਨ ਬਿਨਾਂ ਮੂੰਹ ਧੋਤੇ ਲੱਗ ਜਾਂਦੇ। ਕਮਿਊਨਿਟੀ ਚਾਹ ਦੇਖੋ ਜੀ ਕੀ ਕਰ ਬੁਰਾ, ਪਰ ਉਹਨਾਂ ਨੇ ਵੀ ਇੱਕ ਬੜੀ ਕਤਾਈ ਜੀ ਕੀਤੀ। ਉਹ ਵਾਲਮਾਰਟ ਵਰਗੇ ਜਾਂ ਕੈਨੇਡੀਅਨ ਟਾਇਰ ਵਰਗੇ ਨਾ ਵਧੀਆ ਸਟੋਰ ਦੇ ਵਿੱਚ ਵੱਡੇ ਦੇ ਵਿੱਚ ਜਾਂਦੇ ਆ। ਆਪਣਾ ਇੱਕ ਦੇਸੀ ਬਜ਼ੁਰਗ ਸੀ ਜਿਹੜੇ ਇੰਸਟਾਗ੍ਰਾਮ ਵੱਧ ਚਲਾਉਂਦੇ, ਉਹਨਾਂ ਨੇ ਦੇਖਿਓ ਉਹਨਾਂ ਬਾਸੀ ਸਾਹਿਬ ਇੱਕ ਢੋਲਕੀ ਜੀ ਲੈਂਦੇ ਤੇ ਪਾਈਪ ਲੈਂਦੇ ਆ ਤੇ ਉਹਨੂੰ ਬਜ਼ੁਰਗ ਨੂੰ ਐਂ ਪ੍ਰਟੈਂਡ ਕਰਦੇ ਕਿ ਸ਼ਾਇਦ ਸਾਨੂੰ ਤੇਰੀ ਹੈਲਪ ਜਾਂ ਕੋਈ ਚੀਜ਼ ਲੱਭਣ ਦੇ ਵਿੱਚ ਚਾਹੀਦੀ, ਪਰ ਉਹ ਬਜ਼ੁਰਗ ਤੇ ਨਾ ਪਾਈਪ ਨਾਲ ਬਹੁਤ ਪਾਣੀ ਪਾਉਂਦੇ ਜਾਂ ਕੋਈ ਹੋਰ ਲਿਕਵਿਡ ਪਾਉਂਦੇ ਆ। ਉਹ ਗੱਲ ਚੱਲ ਪਈ ਸੀਗੀ ਕਿ ਜਿਹੜੇ ਫੋਟੋ ਰਡਾਰ ਕੈਮਰਾ ਲੱਗੇ ਆ ਜੀ, ਇਹ ਕਹਿੰਦੇ ਵੀ 40 ਦੀ ਸਪੀਡ ਤੇ ਹੀ ਜਾਓ ਹਨਾ। ਜਿੱਥੇ ਸਕੂਲ ਜ਼ੋਨ ਨੇ ਕਈ ਵਾਰੀ ਬੰਦੇ ਦਾ ਹੋ ਜਾਂਦਾ ਕਿਸੇ ਦਾ ਮੀਟਰ ਖਰਾਬ ਹੋਵੇ ਜਾਂ ਕਿਸੇ ਦੀ ਗੱਡੀ ਦਾ ਹਿਸਾਬ ਕਿਤਾਬ ਹਿੱਲਿਆ ਹੋਵੇ ਵੀ ਉਹ 40 ਦੀ ਸਪੀਡ ਵਾਲੀ 42-43 ਤੇ ਜਾਵੇ ਹਨਾ। ਇਹਨਾਂ ਨੂੰ ਚਾਹੀਦਾ ਕਿ ਵੀ ਇਹ 6-7 ਜਾਂ 10 ਕਿਲੋਮੀਟਰ ਦੀ 40 ਤੋਂ ਉੱਤੇ ਵੀ ਅਖੇ ਛੋਟ ਦੇ ਦੇਣ ਹਨਾ। ਉੱਥੇ ਫਿਰ ਕਾਨੂੰਨ ਬਣਾਉਣ ਦੀ ਗੱਲ ਹੀ ਆ ਗਈ ਨਾ। ਜੇ ਤੁਸੀਂ ਉਹਨਾਂ ਨੂੰ ਕਹਿੰਦੇ 2-3 ਕਿਲੋਮੀਟਰ ਤਾਂ ਨੂੰ ਮਤਲਬ ਕਿ ਸਾਨੂੰ ਇਜਾਜ਼ਤ ਦੇ ਦਿਓ ਤੇ ਤੁਸੀਂ ਆਪਦੀ ਗੱਡੀ ਸ਼ਹਿਰ ਦੇ ਵਿੱਚ ਬਸਦੇ ਪੰਜਾਬੀਆਂ ਤੇ ਨੇ, ਭਾਰਤੀਆਂ ਦੇ ਨੇ। ਕਾਰਨ ਕੀ ਹੈ ਕਿ ਅਸੀਂ ਰਾਈ ਤੋਂ ਪਹਾੜ ਬਣਾਉਂਦੇ ਹਾਂ ਜਾਂ ਸੱਚਮੁੱਚ ਹੀ ਸਾਡਾ ਇਹ ਕੈਨੇਡਾ ਦੇਸ਼ ਦਾ ਸ਼ਹਿਰ ਬੜਾ ਹੀ ਬਦਨਾਮ ਹੋ ਚੁੱਕਾ ਹੈ, ਜਾਂ ਫਿਰ ਅਸੀਂ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਾਂ ਟਿਕਟੌਕ ਤੇ, ਜਾਂ ਫਿਰ ਅਸੀਂ ਇਹਦੀ ਵੀਡੀਓ ਗਲਤ ਤਰੀਕੇ ਨਾਲ ਵਾਇਰਲ ਕਰਦੇ ਹਾਂ। ਇਲੈਕਸ਼ਨ ਹੋ ਚੁੱਕੀ ਹੈ, ਨਵੀਂ ਮਿਊਨਿਸਪਲ ਚੋਣ ਜਿਹੜੀ ਹੈ ਇਸ ਦੇ ਵਿੱਚ ਨਵੇਂ ਚਿਹਰੇ ਜਿਹੜੇ ਨੇ ਕੁਝ ਆਏ ਨੇ, ਕੁਝ ਪੁਰਾਣੇ ਰਿਪੀਟ ਹੋਏ ਨੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਸ ਹੱਦ ਤੱਕ ਕ੍ਰਾਈਮ ਨੂੰ ਕਿਵੇਂ ਕਿਸ ਤਰ੍ਹਾਂ ਠੱਲ ਪਾਈ ਜਾ ਰਹੀ ਹੈ ਅਤੇ ਤੁਸੀਂ ਕਿਵੇਂ ਕਿਸ ਤਰ੍ਹਾਂ ਇਹਦਾ ਸਾਥ ਦੇ ਰਹੇ ਹੋ। ਪੁਲਿਸ ਦਾ ਵੱਧ ਤੋਂ ਵੱਧ ਸਾਥ ਦਿਓ ਔਰ ਪੁਲਿਸ ਨਾਲ ਕੋਆਪਰੇਟ ਕਰੋ ਜੇ ਤੁਸੀਂ ਕ੍ਰਾਈਮ ਰੋਕਣਾ ਚਾਹੁੰਦੇ ਹੋ। ਕੇਵਲ ਜਦੋਂ ਮੈਂ ਗੱਲ ਕਰਦਾ ਤਾਂ ਅਸੀਂ ਕ੍ਰਾਈਮ ਰੋਕਣ ਦੀ ਗੱਲ ਕਰਦੇ ਹਾਂ, ਸਾਡੇ ਕੁਝ ਲੋਕ ਮਗਰ ਪੈ ਜਾਂਦੇ ਨੇ ਕਿ ਤੁਸੀਂ ਪੁਲਿਸ ਦੇ ਟਾਊਟ ਹੋ, ਪੁਲਿਸ ਦੇ ਚਮਚੇ ਹੋ, ਇਹੋ ਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ। ਅਗਰ ਤੁਸੀਂ ਕਹੋਗੇ ਤਾਂ ਸਾਡੀ ਸਿਹਤ ਦੇ ਕੋਈ ਸਲਾਬਾ ਨਹੀਂ ਹੈ। ਜੇ ਮੈਂ ਇਹ ਕਹਿ ਦਵਾਂ ਕਿ ਪੁਲਿਸ ਦਾ ਸਾਥ ਦਿਓ ਤੇ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਅਤੇ ਕ੍ਰਾਈਮ ਨੂੰ ਠੱਲ ਪੈ ਸਕਦੀ ਹੈ। 1000 ਦੇ ਵਿੱਚੋਂ 2 ਵਿਅਕਤੀਆਂ ਦੇ ਮਨ ਚੇਂਜ ਮੇਰੀ ਗੱਲ ਕਰ ਸਕਦੀ ਹੈ ਤੇ ਮੇਰੀ ਬਹੁਤ ਵੱਡੀ ਇੱਜ਼ਤ ਹੈ। ਤੁਹਾਡੀ ਸੇਫਟੀ, ਤੁਹਾਡੇ ਬੱਚਿਆਂ ਦੀ ਸੇਫਟੀ, ਤੁਹਾਡੇ ਘਰ ਦੇ ਮਾਹੌਲ ਅਤੇ ਤੁਹਾਡੇ ਸ਼ਹਿਰ ਦੇ ਮਾਹੌਲ ਨੂੰ ਅਸੀਂ ਵਧੀਆ ਮੀਡੀਆ ਬਣਾ ਸਕਦਾ ਤੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸਾਡੇ ਕੁਝ ਲੋਕ ਨੇ ਜਿਹੜੇ ਤੱਦੀਆਂ ਕਰਦੇ ਨੇ, ਜਿਹੜੇ ਕਿ ਜ਼ਿੰਦਗੀ ਦੇ ਵਿੱਚ ਉਹ ਖਰੂਦ ਪਾਉਂਦੇ ਨੇ। ਦੁਨੀਆ ਵਿੱਚ ਕਿਤੇ ਵੀ ਪੰਜਾਬੀ ਵਸਦਾ ਹੈ ਤਾਂ ਜਦੋਂ ਵੀ ਕੋਈ ਗੱਲ ਕਰਦਾ ਹੈ ਤਾਂ ਅਕਸਰ ਲੋਕ ਕਹਿੰਦੇ ਨੇ ਕਿ ਬਰੈਂਪਟਨ ਸ਼ਹਿਰ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਪਤਾ ਨਹੀਂ ਕਿਉਂ, ਕਿਹੜੀ ਐਸੀ ਚੰਦਰੀ ਨਜ਼ਰ ਲੱਗ ਚੁੱਕੀ ਹੈ, ਜਾਂ ਫਿਰ ਇੱਥੇ ਲੋਕ ਰਹਿਣਾ ਪਸੰਦ ਵੀ ਕਰਦੇ ਨੇ, ਬਹੁਤ ਵੱਡੀ ਗਿਣਤੀ ਵਿੱਚ ਚੜਾਚੜ ਆ ਵੀ ਰਹੇ ਨੇ ਤੇ ਦੂਜੇ ਪਾਸੇ ਸ਼ਹਿਰ ਨੂੰ ਬਦਨਾਮ ਵੀ ਕਰ ਰਹੇ ਨੇ। ਪੁਲਿਸ ਫੋਰਸ ਜਿਹੜੀ ਹੈ ਆਪਣੀ ਪੂਰੀ ਡਿਊਟੀ ਨਿਭਾ ਰਹੀ ਹੈ। ਦੁਨੀਆ ਦੇ ਵਿੱਚ ਕੋਈ ਵੀ ਐਸਾ ਦੇਸ਼ ਨਹੀਂ ਹੈ ਜਿੱਥੇ ਕਿ ਇੰਨੀ ਵੱਡੀ ਗਿਣਤੀ ਵਿੱਚ ਫੋਰਸ ਰੱਖੀ ਜਾ ਸਕਦੀ ਹੋਵੇ ਕਿ ਹਰ ਘਰ ਦੇ ਮੁਰੇ 4 ਗਾਰਡ ਹੋ ਸਕਣ। ਸੋ ਸਾਨੂੰ ਸਾਫ ਪ੍ਰਸ਼ਾਸਨ ਚਾਹੀਦਾ ਹੈ, ਸਾਨੂੰ ਸਾਫ ਵਾਤਾਵਰਨ ਚਾਹੀਦਾ ਹੈ, ਚੰਗਾ ਮਾਹੌਲ ਚਾਹੀਦਾ ਹੈ। ਔਰ ਅਸੀਂ ਇਹ ਵੀ ਮੈਂਸ਼ਨ ਕੀਤਾ ਸੀ, ਸੀਸੀਟੀਵੀ ਮੈਂਸ਼ਨ ਕੀਤਾ ਆ, ਜਦੋਂ ਤੁਸੀਂ ਕਿਸੇ ਵੇਲੇ ਵੀ ਫਾਇਰ ਵਰਕਸ ਦੀ ਵਰਤੋਂ ਕਰਦੇ ਹੋ ਤਾਂ ਉਸ ਤੋਂ ਬਾਅਦ ਇੱਕਦਮ ਉਹਨਾਂ ਨੂੰ ਵੈਨ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਅਤੇ ਨਾ ਹੀ ਉਹਨਾਂ ਨੂੰ ਇਕੱਠੇ ਕਰਕੇ ਆਪਣੇ ਘਰ ਦੇ ਗਰਾਜ ਦੇ ਵਿੱਚ ਰੱਖ ਲੈਣੇ ਚਾਹੀਦੇ ਆ। ਉਹਨਾਂ ਨੂੰ ਠੰਡਾ ਹੋਣ ਦਿਓ। ਜੇ ਮਾੜੀ ਛੋਟੀ ਮੋਟੀ ਚੰਗਿਆੜੀ ਹੈ ਤਾਂ ਕੋਸ਼ਿਸ਼ ਕਰੋ ਸੈਂਡ ਸਿੱਟਣ ਦੀ, ਜਾਂ ਫਿਰ ਪਾਣੀ ਜਿਹੜਾ ਹੈ ਉਹਦੇ ਉੱਪਰ ਛਿੜਕਾਅ ਕੀਤਾ ਜਾ ਸਕੇ। ਛਿੜਕਾਅ ਕਰਨਾ ਮੁਸ਼ਕਿਲ ਹੈ, ਔਖਾ ਹੈ, ਫਾਇਰ ਬ੍ਰਿਗੇਡ ਨੂੰ ਕਾਲ ਕਰਨਾ। ਅਤੇ ਤੁਸੀਂ ਖੁੱਲੇ ਮੈਦਾਨ ਦੇ ਵਿੱਚ ਪਟਾਕੇ ਚਲਾਏ ਨੇ, ਵੱਡੀ ਵੱਡੀਆਂ ਪਾਰਕਿੰਗ ਲੋਟ ਜਿਹੜੀਆਂ ਨੇ ਉਹ ਕੂੜਾ ਕਰਕਟ ਨਾਲ ਭਰਤੀਆਂ ਨੇ, ਤੇ ਇੱਕਦਮ ਹੀ ਫਿਰ ਇੱਕ ਤੁਸੀਂ ਇਕੱਠੇ ਕਰਕੇ ਉਹਨਾਂ ਨੂੰ ਬੈਗਾਂ ਵਿੱਚ ਪਾ ਦਿੱਤਾ ਤਾਂ ਕੋਈ ਵੀ ਐਸੀ ਅਣਸਕਾਮੀ ਘਟਨਾ ਵਾਪਰ ਸਕਦੀ ਸੀ ਜਿਹੜੀ ਕਿ ਵਾਪਰਨ ਨੂੰ ਬਚੀ ਹੈ ਅਤੇ ਬਚਾਓ ਵਿੱਚ ਹੀ ਬਚਾਓ ਹੈ। ਕੁਝ ਗੱਲਾਂ ਦਾ ਧਿਆਨ ਅਸੀਂ ਤਾਂ ਤੁਹਾਡਾ ਲਿਆਉਂਦੇ ਹਾਂ, ਤਾਂ ਜਾਣਕਾਰੀ ਦਿੰਦੇ ਹਾਂ। ਅਸੀਂ ਵੀ ਰੋਜ਼ਾਨਾ ਹੀ ਸਿੱਖਦੇ ਹਾਂ, ਪੜ੍ਹਦੇ ਹਾਂ ਜਾਂ ਤੁਹਾਡੇ ਕੋਲ ਜਾਣਕਾਰੀ ਲੈਂਦੇ ਹਾਂ। ਇਹ ਜੋ ਵੀ ਸਾਡੇ ਕੋਲ ਹੈ, ਸਾਡੇ ਕੋਲ ਜੋ ਵਿਦਿਆ ਹੈ, ਜੋ ਸਾਡੇ ਐਕਸਪੀਰੀਅੰਸ ਹੈ, ਇਹ ਤੁਹਾਡੇ ਤੋਂ ਸਿੱਖੇ ਹੋਏ ਨੇ। ਤੁਹਾਡੇ ਬਜ਼ੁਰਗਾਂ ਤੋਂ ਸਾਨੂੰ ਸਮੇਂ-ਸਮੇਂ ਤੇ ਕਾਲ ਆਉਂਦੇ ਨੇ ਜੋ ਕਿ ਅਸੀਂ ਤੁਹਾਡੇ ਤੱਕ ਡਿਲੀਵਰ ਕਰਦੇ ਹਾਂ। ਜ਼ਿੰਦਗੀ ਜਿਹੜੀ ਸਿੱਖਣ ਦੇ ਵਾਸਤੇ ਹੈ।
ਦੇਸ਼ ਜਿਹੜਾ ਹੈ ਕਿਸੇ ਵਿਅਕਤੀ ਦਾ ਨਹੀਂ ਹੈ। ਰਾਜੇ ਕਰਾਂਗੇ ਤੇ ਇਹਦਾ ਸਿੱਧੇ ਰੂਪ ਦੇ ਵਿੱਚ ਸੰਪਰਕ ਉਹਨਾਂ ਨਾਲ ਹੈ ਜਿਹੜੇ 5-7 ਟਿਕਟੌਕ ਤੇ ਵਿਦਵਾਨ ਬਣ ਜਾਂਦੇ ਨੇ ਜਾਂ ਬਣੇ ਬੈਠੇ ਨੇ, ਫਿਰ ਦੋਨੇ ਪਾਸੇ ਗੇਮਾਂ ਵੀ ਪਲੇ ਕਰਦੇ ਨੇ। ਪਹਿਲੀ ਗੱਲ ਹੈ, ਦੀਵਾਲੀ ਵਾਲੇ ਦਿਨ ਪਟਾਕੇ ਚਲਾਏ, ਸਾਰਿਆਂ ਨੇ ਚਲਾਏ, ਉਹਦੇ ਵਿੱਚ ਕੋਈ ਟੈਗ ਨਹੀਂ ਸੀਗਾ। ਅਸੀਂ ਖੁਦ ਵੇਚੇ ਵੀ ਆ ਪਟਾਕੇ, ਇਹੋ ਜਿਹੀ ਕੋਈ ਗੱਲ ਨਹੀਂ, ਕਿਉਂਕਿ ਕਾਨੂੰਨ ਇਜਾਜ਼ਤ ਦਿੰਦਾ, ਕਾਨੂੰਨ ਉਸ ਚੀਜ਼ ਦਾ ਲਾਇਸੈਂਸ ਦਿੰਦਾ, ਕਾਨੂੰਨ ਤੁਹਾਨੂੰ ਟਾਈਮ ਫਰੇਮ ਵੀ ਦਿੰਦਾ ਚਲਾਉਣ ਦਾ, ਸਾਰਾ ਕੁਝ ਕਾਨੂੰਨ ਜਿਹੜੀ ਚੀਜ਼ ਦੀ ਇਜਾਜ਼ਤ ਦਿੰਦਾ। ਤੇ ਉਹ ਜੇ ਕੋਈ ਸਿਟੀਜ਼ਨ ਨਹੀਂ ਕਰ ਰਿਹਾ ਤਾਂ ਉੱਥੇ ਉਹ ਸਿਟੀਜ਼ਨ ਦੀ ਇੱਛਾ ਕਹਿ ਲਓ, ਜਾਂ ਫਿਰ ਉਹ ਚੀਜ਼ ਦੇ ਉਹ ਹੱਕ 'ਚ ਹੀ ਨਹੀਂ, ਜਾਂ ਉਹ ਮਤਲਬ ਕਿ ਜੇ ਕੋਈ ਕਾਨੂੰਨ ਜਿਹੜੀ ਚੀਜ਼ ਤੋਂ ਰੋਕਦਾ ਉਸ ਤੋਂ ਨਹੀਂ ਰੁਕਦਾ ਤਾਂ ਉਹ ਉਲੰਘਣਾ ਕਰ ਰਿਹਾ। ਸੋ ਕਾਨੂੰਨ ਦੇ ਦਾਇਰੇ 'ਚ ਹਰ ਚੀਜ਼ ਹੁੰਦੀ ਹੈ ਨਾ। ਸੋ ਦੀਵਾਲੀ ਵਾਲੇ ਦਿਨ ਪਟਾਕੇ ਚਲਾਏ, ਕਿਸੇ ਦਾ ਕੋਈ ਸਬੰਧ ਨਹੀਂ ਸੀ ਕਿ ਉਹਦੇ 'ਚ ਕੋਈ ਕੈਟਾਗਰੀ ਨਹੀਂ ਵੀ ਇਹ ਸਟੂਡੈਂਟਾਂ ਨੇ ਚਲਾਉਣੇ, ਇਹ ਪੀਆਰਾਂ ਨੇ ਚਲਾਉਣੇ, ਇਹ ਸਿਟੀਜ਼ਨਾਂ ਨੇ ਚਲਾਉਣੇ, ਜਾਂ ਇਹ ਰਿਫਿਊਜੀਆਂ ਨੇ ਚਲਾਉਣੇ, ਪਹਿਲੀ ਗੱਲ। ਦੂਜੀ ਗੱਲ, ਜੇ ਪਟਾਕੇ ਨਿਆਣਿਆਂ ਨੇ ਉੱਥੇ ਚਲਾ ਵੀ ਲਏ, ਹਾਲਾਂਕਿ ਉਹਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਜੇ ਅਸੀਂ ਵੀ ਗੱਲ ਕਰੀਏ ਨਾ ਤਾਂ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਸਾਰੇ ਸਟੂਡੈਂਟ ਹੀ ਪਲਾਜ਼ਿਆਂ ਦੇ ਵਿੱਚ ਜਾਂਦੇ, ਅਸੀਂ ਪੱਕੇ ਹੋ ਗਏ, ਅਸੀਂ ਵੀ ਜਾਂਦੇ ਉਹਨਾਂ ਪਲਾਜ਼ਿਆਂ ਦੇ ਵਿੱਚ ਨਾ। ਉਹ ਰਾਤ ਨੂੰ ਕੋਈ 11 ਵਜੇ ਤੱਕ ਪਟਾਕੇ ਚੱਲਦੇ ਰਹੇ, ਪੁਲਿਸ ਵੀ ਆ ਗਈ ਉਹ ਪਲਾਜ਼ਿਆਂ ਦੇ ਵਿੱਚ। ਤਾਂ ਹੁਣ ਤੁਸੀਂ ਮੈਨੂੰ ਲੱਗਦਾ ਵਿਦਵਾਨੋਂ ਆਏ ਵੀ ਨਹੀਂ ਕਹਿ ਸਕਦੇ ਕਿ 11 ਵਜੇ ਤੋਂ ਬਾਅਦ ਵੀ ਉਹ ਪਲਾਜ਼ਿਆਂ ਦੇ ਵਿੱਚ ਪਟਾਕੇ ਚੱਲਦੇ ਰਹੇ, ਕਿਉਂਕਿ ਉੱਥੇ ਤਾਂ ਪੁਲਿਸ ਦੀ ਮੌਜੂਦਗੀ ਸੀ, ਹਨਾ। ਬਾਕੀ ਜੇ ਪੁਲਿਸ ਨੂੰ ਭਾਈ ਉੱਥੇ ਲੱਗਦਾ ਵੀ ਇੰਨਾ ਜ਼ਿਆਦਾ ਹੀ ਗੰਦ ਪੈ ਗਿਆ ਤਾਂ ਪੁਲਿਸ ਇੱਥੇ ਵੱਡੀ ਤੋਂ ਵੱਡੀ ਮੂਵਮੈਂਟ ਨੂੰ ਵੀ ਕਾਬੂ ਕਰ ਸਕਦੀ ਆ। ਆਟਵਾ ਦੇ ਵਿੱਚ ਕਿੱਡਾ ਵੱਡਾ ਪ੍ਰੋਟੈਸਟ ਹੋ ਗਿਆ ਸੀਗਾ, ਚਲੋ ਉਹਨਾਂ ਨੇ ਬੜੇ ਕਾਨੂੰਨੀ ਤਰੀਕੇ ਨਾਲ ਉਹ ਟਰੱਕਰ ਵੀਰਾਂ ਦਾ ਸੀ ਜੋ ਵੀ ਸੀ ਨਾ, ਉਹ ਵੀ ਹੈਂਡਲ ਕਰ ਲਿਆ। ਹੋਰ ਮੁਸ਼ਕਲਾਂ ਆਉਂਦੀਆਂ, ਸਾਰਾ ਕੁਝ ਹੈਂਡਲ ਕਰ ਲਈਆਂ ਜਾਂਦੀਆਂ, ਵੱਡੀ ਵੱਡੀ ਮੂਵਮੈਂਟ। ਤੇ ਤੁਹਾਨੂੰ ਵਿਦਵਾਨ ਭਾਜੀ ਇਹ ਕਿਉਂ ਆਏ, ਸਾਰਿਆਂ ਨੂੰ ਵਿਦਵਾਨ ਭਾਜੀ, ਤੇ ਇਹਦੇ ਵਿੱਚ ਬੀਬੀਆਂ ਵੀ ਆ ਸਾਡੇ ਟਿਕਟੌਕ ਵਾਲੀਆਂ, ਵੀ ਤੁਹਾਨੂੰ ਆਏ ਕਿਉਂ ਲੱਗ ਗਿਆ ਵੀ ਇਹ ਸ਼ਾਇਦ ਇੱਕ ਉਹ ਪਲਾਜ਼ੇ ਦੇ ਵਿੱਚ ਜਿੱਥੇ 300-400 ਮੁੰਡਾ ਜਾਂ ਕੁੜੀਆਂ ਇਕੱਠੇ ਹੋਏ ਆ ਤੇ ਉਹ ਪੁਲਿਸ ਨੂੰ ਕਿਤੇ ਸ਼ਾਇਦ ਦਿਸੇ ਹੀ ਨਹੀਂ, ਵੀ ਜੇ ਤੁਸੀਂ ਦਿਖਾਓਗੇ ਤਾਂ ਹੀ ਦਿਖਾਓਗੇ। ਫਿਰ ਤੁਸੀਂ ਉਹ ਹੋਇਆ ਕੀ ਬਾਸੀ ਸਾਹਿਬ ਇਸ ਸਟੋਰੀ ਦੇ ਵਿੱਚ, ਉਹ ਕੋਈ ਕਾਮਾ ਬੰਦਾ, ਹੁਣ ਜਿਵੇਂ ਆਪਣੀ ਡਿਊਟੀ ਆ ਆਪਾਂ ਪੱਕਾ ਆਉਣਾ ਹੀ ਹੁੰਦਾਗਾ 9-10 ਵਜੇ ਨਾ ਸਟੂਡੀਓ, ਉਹ ਕੀ ਸਕੈਜੂਲ 'ਚ ਸੀ ਬੰਦਾ, ਉਹਨੇ 6-7 ਵਜੇ ਉੱਥੋਂ ਲੰਘਿਆ, ਜਿਹਨੇ ਅਰਲੀ ਬੱਸ ਫੜਨੀ ਸੀ, ਉਹਨੇ ਇੱਕ ਵੀਡੀਓ ਬਣਾ ਕੇ ਆਪਦੇ ਕਿਸੇ ਯਾਰ ਮਿੱਤਰ ਨੂੰ ਭੇਜਤੀ ਵੀ ਆਹ ਦੇਖ ਯਾਰ ਇੱਥੇ ਨਾ ਮੁੰਡਿਆਂ ਨੇ ਇਕੱਠੇ ਹੋ ਕੇ ਰਾਤੀ ਦੀਵਾਲੀ ਮਨਾਈ, ਪਟਾਕੇ ਚਲਾਏ, ਤੇ ਆ ਹੁਣ ਡੱਬੇ ਡੁੱਬੇ ਇੱਥੇ ਪਏ ਹਨ। ਉਹ ਹੁੰਦੀ ਉਦੋਂ ਦੀ ਚੱਲ ਕਿਸੇ ਮਤਲਬ ਕਿ ਪੇਜ ਪੂਜ ਵਾਲ ਦੇ ਡਿੱਕੇ ਆ ਗਈ, ਜਾਂ ਇਹ ਟਿਕਟੌਕੀ ਵਿਦਵਾਨ ਦੇ ਡਿੱਕੇ ਆ ਗਈ, ਉਹ ਚੱਕ ਕੇ ਸੋਸ਼ਲ ਮੀਡੀਆ ਤੇ ਹੋ ਗਈ ਵਾਇਰਲ। ਇਹ ਜੋਂ ਫਿਰ ਮੂੰਹ ਨਹੀਂ ਧੋਂਦੇ ਕਈ ਤਾਂ, ਮਤਲਬ ਕਿ ਜੇ ਤੁਸੀਂ ਇਹਨਾਂ ਨੂੰ ਟਿਕਟੌਕਾਂ ਦੇਖੋ, ਇਹਨਾਂ ਦੇ ਮੂੰਹ ਚੋਂ ਜਾਂ ਕਿਸੇ ਦੇ ਤਾਂ ਉਹ ਸਿਰ ਚੋਂ ਜਿਹੜੀ ਉਹ ਕਰ ਹੁੰਦੀ ਨਾ ਉਹ ਮੂੰਹ ਤੇ ਡਿੱਗੀ ਜਾਂਦੀ, ਜਾਂ ਕਿਸੇ ਦੇ ਮੂੰਹ ਚੋਂ ਥੁੱਕ ਡਿੱਗੀ ਜਾਂਦਾ ਇਹਨਾਂ ਦੇ ਮੂੰਹ ਚੋਂ। ਸੋ ਇਹ ਮੈਨੂੰ ਸਮਝ ਲਿਆ ਜੀ ਚੱਕ ਕੇ ਆ ਜੀ ਦੇਖੋ ਕਮਿਊਨਿਟੀ ਦਾ ਨਾਂ ਬਦਨਾਮ ਹੋ ਗਿਆ। ਕਿਹੜੀ ਕਮਿਊਨਿਟੀ ਦਾ ਨਾਂ ਬਦਨਾਮ ਹੋ ਗਿਆ ਯਾਰ? ਕੀ ਹੋ ਗਿਆ ਜੇ ਨਿਆਣਿਆਂ ਨੇ ਪਟਾਕੇ ਚਲਾ ਲਏ? ਕਿਹੜਾ ਤੁਹਾਨੂੰ ਲਾਇਸੈਂਸ ਮਿਲਿਆ ਹੋਇਆ ਕਿ ਤੁਸੀਂ ਛੇਤੀ ਖੜਨਾ ਕਮਿਊਨਿਟੀ ਨੂੰ? ਤੇ ਨਾਲੇ ਮਤਲਬ ਕਿ ਕਿਹੜੇ ਪੁਆਇੰਟ ਆਫ ਵਿਊ ਤੋਂ ਤੁਸੀਂ ਸਾਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ ਲੱਗ ਜਾਂਦੇ ਹੋ? ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ। ਤੇ ਕਿਹੜਾ ਜੇ ਨਿਆਣਿਆਂ ਨੇ ਪਟਾਕੇ ਚਲਾ ਲਏ ਤਾਂ ਐਡੀ ਵੀ ਕਿਹੜੀ ਉੱਥੇ ਵਿਪਤਾ ਪੈ ਗਈ, ਕਿਉਂਕਿ ਉੱਥੇ ਪੁਲਿਸ ਦੀ ਮੌਜੂਦਗੀ ਸੀ। ਬਾਕੀ ਕਾਨੂੰਨ ਇਹ ਕਹਿੰਦਾ ਕਿ ਜੇ ਤੁਸੀਂ ਕਿਤੇ ਪਟਾਕੇ ਚਲਾਏ ਆ ਹਨਾ, ਤਾਂ ਉਹ ਪਟਾਕੇ ਚਲਾ ਕੇ ਇਹ ਨਹੀਂ ਕਿ ਚਲਾਉਣ ਸਾਰ ਨਾਰ ਚਲਾਇਆ ਤੇ ਨਾਰ ਨੂੰ ਚੱਕ ਕੇ ਗਾਰਬੇਜ ਬਿਨ 'ਚ ਸੱਟ ਦਿਓ, ਭਾਵੇਂ ਉਹ ਲੋਹੇ ਦਾ ਤੇ ਚਾਹੇ ਪਲਾਸਟਿਕ ਦਾ, ਤੇ ਉੱਥੇ ਫਿਰ ਵੱਡੀ ਅੱਗ ਲੱਗ ਜੇ, ਕਿਉਂਕਿ ਉੱਥੇ ਪੁਲਿਸ ਦੀ ਮੌਜੂਦਗੀ ਸੀ। ਤੁਸੀਂ ਐਵੇਂ ਹੀ ਨਾ ਲੱਗ ਜਿਆ ਕਰੋ ਮਤਲਬ ਕਿ ਆਪਦੇ ਹੀ ਲੋਕਾਂ ਨੂੰ ਬਦਨਾਮ ਕਰਨ ਉੱਥੇ। ਹੁਣ ਮੈਂ ਮਤਲਬ ਕਿ ਉਵੇਂ ਕੋਈ ਨਾਂ ਨਹੀਂ ਲਊਂਗਾ ਹਨਾ। ਦੇਖੋ ਸਾਡੇ ਸਾਰੇ ਇਹ ਇੰਡੀਅਨਸ ਦਾ ਇੱਕ ਬੜਾ ਸੋਹਣਾ ਫੈਸਟੀਵਲ ਸੀਗਾ ਹਨਾ। ਸਾਡੇ ਜਿੰਨੇ ਵੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸੀਗੇ ਉਹਨਾਂ ਵੀਰਾਂ ਨੇ ਵੀ ਬਹੁਤ ਵਧੀਆ ਮਨਾਇਆ। ਸਾਡੇ ਜਿੰਨੇ ਵੀ ਹੋਰ ਜਿੰਨੇ ਵੀ ਇੰਡੀਅਨ ਸੀਗੇ ਸਾਰਿਆਂ ਨੇ ਬਹੁਤ ਵਧੀਆ ਮਨਾਇਆ ਹਨਾ। ਪਰ ਇਹ ਸਾਡੇ ਪਤਾ ਨਹੀਂ 5-7 ਜਿਹੜੇ ਪੰਜਾਬੀ ਟਿਕਟੌਕਰ ਜੇ ਇਹਨਾਂ ਨੂੰ ਪਤਾ ਨਹੀਂ ਕਿਹੜੀ ਕਮਿਊਨਿਟੀ ਦਾ ਫਿਕਰ ਪੈ ਜਾਂਦਾ ਛੇਤੀ ਜੀ। ਕਮਿਊਨਿਟੀ 'ਚ ਆਏ ਹੋ ਜੂ, ਕਮਿਊਨਿਟੀ 'ਚ ਪਹਿਲਾਂ ਤਾਂ ਕਮਿਊਨਿਟੀ ਕਹਿਣਾ ਸਿੱਖੋ। ਤੁਹਾਨੂੰ ਮੈਨੂੰ ਲੱਗਦਾ ਸਪੈਲਿੰਗ ਲਿਖਾ ਲਈਏ ਤੁਹਾਨੂੰ ਆਉਣਾ ਨਹੀਂ, ਤੁਹਾਨੂੰ ਇੱਕ ਮੌਕਾ ਚਾਹੀਦਾ ਹੁੰਦਾ। ਆ 500-700 ਆਪਦਾ ਜਾਂ ਕੋਈ ਲੱਖ ਵਿਊ ਲੈਣ ਦਾ ਟਿਕਟੌਕ ਦੇ ਚੱਕ ਕੇ ਯਾਰ ਤੁਸੀਂ ਮੂੰਹ ਨੇਰੀ ਲੱਗ ਜਾਂਦੇ ਹੋ। ਕਿਹੜਾ ਉੱਥੇ ਆ ਕੇ 7 ਵਜੇ ਆ ਕੇ ਸਫਾਈ ਕਰ ਜਾਂਦਾ? ਕਿਉਂ ਤੁਸੀਂ ਮਗਰ ਹੀ ਪੈ ਜਾਂਦੇ ਹੋ? ਕਿ ਤੁਸੀਂ ਨਹੀਂ ਸੈਲੀਬ੍ਰੇਟ ਕਰਦੇ ਸੀਗੇ? ਕਿ ਤੁਸੀਂ ਨਹੀਂ ਇਸ ਏਜ ਦੇ ਵਿੱਚੋਂ ਲੰਘੇ ਸੀਗੇ? ਫਿਰ ਜੇ ਤੁਹਾਨੂੰ ਕੋਈ ਅਪੋਜ਼ ਕਰਦਾ ਫਿਰ ਤੁਸੀਂ ਉਹਨਾਂ ਦੇ ਕਮੈਂਟਾਂ ਤੇ ਜਾ ਕੇ ਮਤਲਬ ਕਿ ਇੱਕ ਵੀਡੀਓ ਫੇਰ ਤੁਹਾਨੂੰ ਬਣਾਉਣ ਦਾ ਮੌਕਾ ਮਿਲ ਜਾਂਦਾ। ਤੁਸੀਂ ਆਪਦੀ ਬੇਇੱਜ਼ਤੀ ਨੂੰ ਵੀ ਤੁਸੀਂ ਆਪਦੀ ਪਬਲਿਸਿਟੀ ਸਮਝਦੇ ਹੋ। ਸੋ ਐਡੇ ਹੀ ਨਾ ਕਮਿਊਨਿਟੀ ਦੇ ਰਖਵਾਲੇ ਬਣ ਜਾਓ, ਕੋਈ ਮੌਕਾ ਜਾਣ ਦਿਆ ਕਰੋ। ਜੇ ਜਿਹੜੀਆਂ ਚੀਜ਼ਾਂ ਦੀ ਕਾਨੂੰਨ ਇਜਾਜ਼ਤ ਦਿੰਦਾ, ਕੈਨੇਡਾ ਦਾ ਕਾਨੂੰਨ ਕੋਈ ਇੰਨਾ ਅੰਨਾ ਨਹੀਂ, ਜਾਂ ਕੋਈ ਐ ਨਹੀਂ ਕਹਿ ਸਕਦੇ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਮਤਲਬ ਕਿ ਇੱਥੇ ਸਾਡੇ ਕੋਈ ਕਾਉਂਸਲਰ ਬਣਦੇ ਨੇ, ਸਾਡੇ ਮੇਅਰ ਬਣਦੇ ਨੇ, ਜਾਂ MPP ਜਾਂ MP ਬਣਦੇ ਨੇ ਵੀ ਇਹ ਸਾਰੇ ਗੋਰੇ ਆ ਤੇ ਇਹਨਾਂ ਨੂੰ ਦੀਂਦਾ ਹੀ ਨਹੀਂ ਵੀ ਇੱਥੇ ਦੇਸੀ ਕਰੀ ਕੀ ਜਾਂਦੇ ਨੇ। ਸਭ ਕੁਝ ਉਹਨਾਂ ਨੂੰ ਦਿਸਦਾ, ਸਭ ਕੁਝ ਉਹਨਾਂ ਨੂੰ ਸਮਝ ਆਉਂਦਾ। ਫਿਰ ਤੁਸੀਂ ਤੜਕੇ ਹੀ ਚੱਕਦੇ ਹੋ ਫੋਨ ਬਿਨਾਂ ਮੂੰਹ ਧੋਤੇ ਲੱਗ ਜਾਂਦੇ। ਕਮਿਊਨਿਟੀ ਚਾਹ ਦੇਖੋ ਜੀ ਕੀ ਕਰਤਾ ਜੀ ਇਹਨਾਂ ਨੇ, ਆ ਗੰਦ ਪਾਤਾ ਜੀ, ਆ ਜੀ ਇਹਨਾਂ ਨੇ ਪਟਾਕੇ ਚਲਾਏ। ਪਲੀਜ਼ ਮੇਰੀ ਸਿੱਧੇ ਰੂਪ ਦੇ ਵਿੱਚ ਤੁਹਾਨੂੰ ਰਿਕੁਐਸਟ ਆ ਵੀਰ ਜੀ, ਨਾ ਕਰੋ ਇਦਾਂ, ਕਾਹਨੂੰ ਮਗਰ ਨਾ ਪੈ ਜਾ ਕਰੋ। ਸੋ ਇਹਦੇ ਬਾਰੇ ਜੇ ਕਿਸੇ ਵੀਰ ਨੇ ਆਪਣੇ ਭੈਣ ਨੇ ਵਿਚਾਰ ਦੇਣੇ ਹੋਣ ਤਾਂ ਅਸੀਂ ਟਾਕ ਸ਼ੋ ਜ਼ਰੂਰ ਕਰਨ ਲੱਗੇ ਹਾਂ, ਸਾਨੂੰ ਕਾਲ ਕਰ ਸਕਦਾ ਜੀ। ਬਸ
ਪਰ ਦੇ ਵਿੱਚ ਅਸੀਂ ਫਰੀडम ਆਫ ਸਪੀਚ ਸਟੋਰੀ ਬਹੁਤ ਜਲਦੀ ਲੈ ਕੇ ਆ ਰਹੇ ਹਾਂ। ਉਸ ਤੋਂ ਪਹਿਲਾਂ ਅਸੀਂ ਇਹ ਜਾਣਕਾਰੀ ਲੈਣੀ ਚਾਹਾਂਗੇ ਜਿਹੜੀ ਕਿ ਤੁਹਾਡੇ ਡਿਸਕਸ ਕੀਤੀ ਹੈ ਕਿ ਸਾਨੂੰ ਇੰਨੇ ਜਲਦੀ ਵਿਦਵਾਨ ਨਹੀਂ ਬਣ ਜਾਣਾ ਚਾਹੀਦਾ। ਅਤੇ ਇੱਕ ਗੱਲ ਤੁਸੀਂ ਨੋਟ ਕਰ ਲਓ, ਸਾਡੇ ਕੁਝ ਕਪਲਸ ਨੇ ਜਾਂ ਸਾਡੇ ਕੁਝ ਔਰਤਾਂ ਨੇ ਜਾਂ ਸਾਡੇ ਕੁਝ ਕੁ ਮਰਦ ਨੇ, ਉਂਗਲੀਆਂ ਦੇ ਪੋਟੇ ਜ਼ਿਆਦਾ ਨੇ, ਇਹ ਲੋਕ ਘੱਟ ਨੇ ਜਿਹੜੇ ਕਿ ਟਿਕਟੌਕ ਬਿਨਾਂ ਲੋੜ ਤੋਂ ਬਣਾਉਂਦੇ ਨੇ ਔਰ ਆਪਣੀ ਬੇਇੱਜ਼ਤੀ ਕਈ ਵਾਰੀ ਆਪ ਕਰਾਉਂਦੇ ਨੇ। ਘਰ ਵਿੱਚ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਨੇ ਆਮ ਸਧਾਰਨ ਹੋਣ ਵਾਲੀਆਂ ਹਾਸੇ ਮਖਾਲ ਜਿਹੜੀਆਂ ਤੁਸੀਂ ਸਮਝਦੇ ਹੋ, ਪਰ ਉਹ ਕਈ ਵਾਰੀ ਸੀਰੀਅਸ ਹੋ ਜਾਂਦੀਆਂ। ਸੀਰੀਅਸ ਇੰਨਾ ਹੋ ਜਾਂਦੀ ਹੈ ਤੇ ਦੂਜੇ ਦੇ ਉੱਪਰ ਬੈਂਕ ਕੱਸਦੇ ਹੋ ਤੇ ਕਈ ਵਾਰੀ ਦੂਜੇ ਦੀ ਜ਼ਿੰਦਗੀ ਨੂੰ ਬਰਬਾਦ ਕਰਦੀਆਂ ਨੇ, ਦੂਜੇ ਨੂੰ ਪਰੇਸ਼ਾਨ ਕਰਦੀਆਂ ਨੇ। ਸਾਨੂੰ ਬੜੇ ਧਿਆਨ ਨਾਲ ਟਿਕਟੌਕ ਜਿਹੜੀ ਆ ਇਹਨੂੰ ਇਸਤੇਮਾਲ ਵਿੱਚ ਲਿਆਉਣਾ ਚਾਹੀਦਾ, ਨਾ ਕਿ ਤੁਸੀਂ ਇੰਨੇ ਬਹੁਤ ਸਿਆਣੇ ਬਣ ਜਾਓ ਤਾਂ ਦੂਜੇ ਲੋਕਾਂ ਨੂੰ ਸਮਝੋ ਕਿ ਇਹ ਲੋਕ ਜਿਹੜੇ ਨੇ ਇਹ ਸਿਆਣਪ ਤੋਂ ਕੋਹਾਂ ਦੂਰ ਨੇ, ਜਦਕਿ ਸਿਆਣੇ ਵਿਅਕਤੀ ਜਿਹੜੇ ਨੇ ਉਹ ਹਮੇਸ਼ਾ ਹੀ ਚੁੱਪ ਰਹਿੰਦੇ ਨੇ। ਚੁੱਪ ਦੇ ਵਿੱਚ 100 ਸੁੱਖ ਹੈ ਤੇ ਚੁੱਪ ਦੇ ਵਿੱਚ ਇੱਕ ਬਹੁਤ ਵਧੀਆ ਦੂਜੇ ਬੰਦੇ ਨੂੰ ਘੂਰ ਵੀ ਹੈ। ਅਤੇ ਦੂਜੇ ਇਨਸਾਨ ਦੇ ਵਾਸਤੇ ਜਿਹੜੀ ਦੂਜੇ ਵਿਅਕਤੀ ਦੀ ਚੁੱਪ ਆ ਉਹ ਬਹੁਤ ਕੁਝ ਵਾਰਨਿੰਗ ਵੀ ਦਿੰਦੀ ਹੈ। ਜਿਹੜਾ ਸਿਆਣਾ ਬੰਦਾ ਆ ਉਹ ਹਮੇਸ਼ਾ ਹੀ ਚੁੱਪ ਰਹਿੰਦਾ ਆ ਅਤੇ ਚੁੱਪ ਦੇ ਵਿੱਚ ਆਪਣੀ ਜ਼ਿੰਦਗੀ ਜੀਵਨ ਬਤੀਤ ਕਰਕੇ ਆਪਣੇ ਮਨ ਨੂੰ ਸਕੂਨ ਚ ਰੱਖਦਾ ਹੈ। ਆਪ ਕੁਝ ਕਾਲ ਲੈਣਾ ਚਾਹਾਂਗਾ ਔਰ ਅਸੀਂ ਇਸ ਵੇਲੇ ਟੈਲੀਫੋਨ ਕਾਲਸ ਨੰਬਰ 1 ਕਾਲਰ ਕੀ ਕਹਿਣਾ ਚਾਹੁੰਦੇ ਹੋ ਜੋ ਕਮੈਂਟ ਦਿੱਤੇ ਇੱਕ ਭੇਜੀ ਨੇ, ਬੋਲੋ। ਹਾਂਜੀ ਬਾਈ, ਇਹ ਦੇਖੀ ਸੀ ਉਹ ਟਰੰਟ ਵਾਲਾ ਜੱਟ ਗਿਆ ਸੀ ਸਵੇਰੇ ਤੜਕੇ ਉੱਥੇ ਸਫਾਈ ਕਰਨ। ਟਰੰਟ ਵਾਲਾ ਜੱਟ ਸਫਾਈ ਕਰਨ ਗਿਆ ਸੀ, ਕੈਸ਼ ਕਿੰਗ ਵਾਲਾ ਜਿਹੜਾ ਤੁਹਾਡੇ ਐਡ ਚੱਲਦੀ। ਉਹ ਹੈਰੀ ਜੀ ਉੱਥੇ ਪਹੁੰਚੇ ਵੀ ਤੇ ਹੈਰੀ ਜੀ ਨੇ ਬਾਅਦ ਚੋਂ ਮੁੰਡੇ ਉੱਥੇ ਇਕੱਠੇ ਵੀ ਕੀਤੇ। ਇੱਕ ਵੀਰ ਹੋਰ ਸਾਡਾ ਟਿਕਟੌਕ ਤੇ ਆ, ਉਹਨੇ ਵੀ ਆਪਦੇ ਕਜ਼ਨਸ ਵਗੈਰਾ ਨੂੰ ਭੇਜਿਆ ਨਾ, ਕੋਈ ਉਹਨਾਂ ਨੇ 6 ਵਜੇ ਦਾ ਟਾਈਮਿੰਗ ਦੇ ਕੇ ਕਿ ਆਪਾਂ ਵੀਰੇ ਸਫਾਈ ਕਰਾਂਗੇ। ਉਹਨਾਂ ਦੇ ਵੀ ਮੁੰਡੇ ਪਹੁੰਚੇ ਸੀਗੇ ਉੱਥੇ, ਜਿਹੜੇ ਆਪਣੇ ਹੈਰੀ ਜੀ ਨੇ ਕੈਸ਼ ਕਿੰਗ ਤੋਂ ਟੋਰਾਂਟੋ ਵਾਲੇ ਜੱਟ ਤੋਂ ਉਹਨਾਂ ਦੀ ਆਈਡੀਆ, ਉਹ ਬਾਈ ਜੀ ਵੀ ਉੱਥੇ ਪਹੁੰਚੇ। ਉਹਨਾਂ ਨੇ ਵੀ ਉੱਥੇ ਕਾਫੀ ਮੁੰਡੇ ਇਕੱਠੇ ਕਰਕੇ ਉਹਨਾਂ ਨੇ ਸਾਰਿਆਂ ਨੇ ਸਫਾਈ ਕੀਤੀ ਸਾਰਿਆਂ ਨੇ ਬਹੁਤ ਵਧੀਆ ਕੀਤਾ। ਪਰ ਐਵੇਂ ਕਿ ਜਿਹੜੇ ਮਤਲਬ ਕਿ ਨਾ 3 ਚ ਨਹੀਂ 13 ਚ ਨਹੀਂ ਸਫਾਈ ਕਰਨ ਵਾਲੇ ਸੀ ਤੇ ਨਾ ਹੀ ਉੱਥੇ ਪੜਾਕੇ ਚਲਾਉਣ ਵਾਲੇ ਸੀਗੇ ਹਨਾ, ਉਹ ਐਵੇਂ ਚੱਕ ਕੇ ਮਤਲਬ ਕਿ ਤੁਸੀਂ ਗਿਆਨ ਵੰਡੀ ਜਾਂਦੇ ਹੋ। ਉਹ ਗੱਲ ਗਲਤ ਸੀਗੀ ਤੁਹਾਡੀ। ਜੇ ਤੁਹਾਨੂੰ ਕਿਤੇ ਲੱਗਦਾ ਹੁੰਦਾ ਨਾ ਵੀ ਆਹ ਗੱਲ ਇੱਥੇ ਐਂ ਗਲਤ ਆ, ਉਹਦੇ ਵਿੱਚ ਆਪ ਵੜ ਜਾਈਦਾ ਹੁੰਦਾ, ਕਿਉਂਕਿ ਤੁਸੀਂ ਵੀ ਉਸੇ ਕਮਿਊਨਿਟੀ ਚੋਂ ਹੀ ਆਉਣੇ। ਤੁਹਾਡੇ ਨਾਂ ਦੇ ਨਾਲ ਵੀ ਸਿੰਘ, ਕੌਰ, ਸੁਰੇਸ਼ ਕੁਮਾਰ ਇਹੋ ਜਿਹਾ ਕੁਝ ਲੱਗਦਾ ਹਨਾ, ਸੋ ਭਾਵ ਤੋਂ ਤੁਹਾਡਾ ਨਾਂ ਤੋਂ ਹੀ ਪਤਾ ਲੱਗਦਾ ਤੁਸੀਂ ਇੰਡੀਅਨ ਹੋ। ਤੇ ਤੁਹਾਨੂੰ ਜੇ ਲੱਗਦਾ ਕਿਸੇ ਇੰਡੀਅਨ ਤੋਂ ਗਲਤੀ ਹੋ ਗਈ, ਉਹਨੂੰ ਐ ਨਾ ਬਣਾ ਲਿਆ ਕਰੋ। ਮਤਲਬ ਉਹ ਇੱਕ ਨਾ ਉਹ ਕਿਰਨ ਕਹਿੰਦੇ, ਉਹ ਜਿਹੜਾ ਇੱਕ ਇੰਸਟਾਗ੍ਰਾਮ ਤੇ ਚੱਲਦਾ ਹੁੰਦਾ ਨਾ, ਵੀ ਜਦੋਂ ਕੋਈ ਉਹ ਲੇਡੀ ਕੋਈ ਬਹੁਤਾ ਐਵੇਂ ਬਿਨਾਂ ਗੱਲ ਤੋਂ ਪੈਨਿਕ ਹੋ ਜਾਂਦੀ ਹੈ, ਉਹ ਮੈਨੂੰ ਕੈਰਨ ਹੀ ਸ਼ਾਇਦ ਉਹਨੂੰ ਪ੍ਰੋਨਾਉਂਸ ਕਰਦੇ ਆ, ਮੈਂ ਗਲਤ ਹੋ ਸਕਦਾ। ਸੋ ਤੁਸੀਂ ਉਹ ਨਾ ਬਣ ਜਾਇਆ ਕਰੋ ਵੀ ਆਹ ਦੇਖੋ ਜੀ ਆਹ ਕੀ ਹੋ ਗਿਆ। ਸੋ ਜਿਨ੍ਹਾਂ ਵੀਰਾਂ ਨੇ ਸਫਾਈ ਕੀਤੀ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰ ਜਿਹੜੇ ਐਵੇਂ 3 ਨਾਲ 13 ਚ ਸੀਗੇ ਵਿਦਵਾਨ ਸਾਹਿਬ, ਉਹਨਾਂ ਨੂੰ ਅਸੀਂ ਕਹਿੰਦੇ ਵੀਰੇ ਨਾ ਐਂ ਕਰੋ। ਗੁਰਦੀਪ ਜੀ ਕੀ ਗੁਰਵਿੰਦਰ ਜੀ ਹੋਲਡ ਕਰੋ, ਗੁਰਦੀਪ ਜੀ ਲਾਈਨ ਤੇ ਨੇ। ਗੁਰਦੀਪ ਕੈਰੀਅਨ ਕੀ ਕਹਿਣਾ ਚਾਹੁੰਦੇ ਹੋ? ਸਾਰੇ ਮੈਂ ਤਾਂ ਅੱਗੇ ਇਹ ਵੀ ਕਹਿੰਦਾ ਵੀ ਦੀਵਾਲੀ ਤੇ ਛੁੱਟੀ ਹੋਣੀ ਚਾਹੀਦੀ ਆ। ਇਹ ਲੋਕ ਆਪਣੇ ਵਾਲੇ ਕਹਿੰਦੇ ਸਿੱਧੀ ਪੜਾਕੇ ਬੰਦ ਹੋਣੇ ਚਾਹੀਦੇ। ਮਸਾ ਤਾਂ ਆਪਣਾ ਤਿਉਹਾਰ ਇੱਥੇ ਵਧੀਆ ਢੰਗ ਨਾਲ ਲੋਕਾਂ ਨੇ ਮਨਾਇਆ। ਮੈਂ ਤਾਂ 5 ਸਾਲ ਹੋ ਗਏ ਜਿੰਨਾ ਵਧੀਆ ਇਸ ਸਾਲ ਮਨਾਇਆ, ਮੈਨੂੰ ਤਾਂ ਹੀ ਲੱਗ ਗਿਆ ਅੱਗੇ ਇੰਨਾ ਵਧੀਆ ਮਨਾਇਆ। ਸਾਰਿਆਂ ਨੇ ਵਧੀਆ ਇੰਜੋਏ ਕੀਤਾ। ਇੱਕ ਤਾਂ ਦੂਜੇ ਦਿਨ ਸਫਾਈ ਕਰਤੀ, ਹੁਣ ਰਾਤ ਨੂੰ ਥੋੜੀ ਸਫਾਈ ਹੋਣੀ ਸੀ। ਉਹ ਪਤਾ ਨਹੀਂ ਲੋਕ ਕਿਉਂ ਬਹਾਨਾ ਹੀ ਭਾਲਦੇ। ਬਸ ਉਹੀ ਤੇ ਬੋਲਣ ਵਾਲੇ ਉਹਨਾਂ ਨੇ ਪਹਿਲਾਂ ਕਈ ਗਏ ਨੇ ਚਲਾਓ ਇੱਥੇ ਰੇਡੀਓ ਤੇ ਵੀ ਅੱਧੇ ਰੇਡੀਓ ਵਾਲੇ ਪਹਿਲਾਂ ਕਈ ਗਏ ਨੇ ਆ ਲੈ ਆਓ ਪੜਾਕੇ, ਦੂਜੇ ਦਿਨ ਇਹ ਬੰਦ ਹੋਣੇ ਚਾਹੀਦੇ ਆ। ਇਹ ਲੋਕ ਬਿਲਕੁਲ ਜੀ। ਦੇਖੋ ਹਰ ਇੱਕ ਰੇਡੀਓ ਹਰ ਇੱਕ ਟੀਵੀ ਨੂੰ ਜਦੋਂ ਕੋਈ ਬਿਜ਼ਨਸ ਦੀ ਐਡ ਆਉਂਦੀ ਆ ਉਹਦੇ ਵਿੱਚ ਕਹਿੰਦਾ ਤੇ ਆਲਵੇਜ਼, ਕਿਉਂਕਿ ਅਸੀਂ ਵੀ ਰੈਗੂਲੇਟਡ ਹੁੰਨੇ ਆ ਤੇ ਅਸੀਂ ਵੀ ਕਹਿੰਦੇ ਆ ਕਿ ਇੰਨੇ ਵਜੇ ਤੱਕ ਚਲਾ ਲਓ ਤੇ ਉਹਨੂੰ ਐਂ ਕਰ ਲਓ। ਉਹੀ ਤਾਂ ਗੱਲ ਹੋ ਰਹੀ ਹੈ ਨਾ, ਜਿਹੜੀ ਗੱਲ ਦੀ ਕਾਨੂੰਨ ਇਜਾਜ਼ਤ ਦਿੰਦਾ ਕਾਨੂੰਨ ਦੇ ਵਿੱਚ ਰਹਿ ਕੇ ਸਾਰਾ ਕੁਝ ਕਰੀ ਜਾਂਦੇ ਆ। ਬਾਕੀ ਜਿਹੜੀ ਗੱਲ ਪਿੱਛੇ ਐਵੇਂ ਕਮਿਊਨਿਟੀ ਚੱਕ ਕੇ ਕਰੀ ਜਾਂਦੇ ਉੱਥੇ ਜਿਨ੍ਹਾਂ ਨੇ ਲਾਅ ਨੂੰ ਮੇਨਟੇਨ ਕਰਨਾ, ਪੁਲਿਸ ਖੁਦ ਮੌਜੂਦ ਸੀ ਉੱਥੇ ਹਨਾ। ਤੁਸੀਂ ਐਵੇਂ ਚੱਕ ਕੇ ਯਾਰ ਫੋਨ ਜੇ ਤੁਸੀਂ ਦੂਜੇ ਦਿਨ ਲੱਗ ਗਏ ਨਾ, ਇੰਨਾ ਵੀ ਨਾ ਨਿਆਣਿਆਂ ਨੂੰ ਟਾਰਗੇਟ ਕਰੋ। ਇਹ ਪੜ੍ਹਨ ਆਏ ਆ, ਅਸੀਂ ਵੀ ਨਿੱਕੇ ਸੀਗੇ ਕਿਸੇ ਵੇਲੇ, ਅਸੀਂ ਵੀ ਆਹ ਕੁਛ ਕਰਦੇ ਰਹੇ ਆ, ਕਿਹੜੀ ਗੱਲ ਹੈ। ਬਾਕੀ ਜੇ ਇੱਥੇ ਦੇ ਜੰਪਲ ਚਾਹੇ ਸਾਡੇ ਦੇਸੀਆਂ ਦੇ ਬੱਚੇ ਲਾ ਲਓ, ਚਾਹੇ ਹੋਰ ਜਿੰਨੀਆਂ ਵੀ ਕਮਿਊਨਿਟੀਆਂ ਇੱਥੇ ਰਹਿੰਦੀਆਂ ਨੇ ਉਹਨਾਂ ਦੇ ਨਿਆਣੇ ਲਾ ਲਓ, ਸਾਰੇ ਨਿਆਣੇ ਆਹ ਉਮਰ ਚੋਂ ਲੰਘਦੇ ਆ ਤੇ ਸਾਰੇ ਹੀ ਚੌੜ ਚੱਪਾ ਕਰਦੇ ਹੀ ਰਹਿੰਦੇ ਆ ਇੱਥੇ ਨਾ। ਐਡੀ ਨਹੀਂ ਕੋਈ ਗੱਲ ਹੋ ਜਾਂਦੀ ਵੀ ਚੱਕੋ ਤੇ ਉਹਦੇ ਨਾਲ ਹੀ ਨਿਆਣਿਆਂ ਦੇ ਮਗਰ ਪੈ ਜਾਓ। ਸੋ ਉਸ ਗੱਲ ਪਿੱਛੇ ਹੁੰਦੀ ਸੀ। ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਮਤਲਬ ਕਿ ਹੁਣ ਕਹਿ ਰਹੇ ਕਿ ਪਟਾਕੇ ਬੰਦ ਹੋਣੇ ਚਾਹੀਦੇ, ਇਹਦੇ ਬਾਰੇ ਵੀ ਮੈਂ ਤੁਹਾਨੂੰ ਅਪਡੇਟ ਇੱਕ ਛੋਟੀ ਜਿਹੀ ਦੇ ਦਿੰਦਾ। ਇਹਦੇ ਬਾਰੇ ਮੈਨੂੰ ਲੱਗਦਾ ਵੀ ਗਾਂਹ ਨੂੰ ਕੋਈ ਨਾ ਕੋਈ ਲਾਅ ਜ਼ਰੂਰ ਥੋੜਾ ਜਿਹਾ ਹੋਰ ਰੈਗੂਲੇਸ਼ਨਸ ਇਹਦੇ ਤੇ ਟਾਈਟ ਹੋਣਗੀਆਂ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਸੀ ਸਾਹਿਬ ਲੋਕਾਂ ਨੇ ਇੱਕ ਪਟੀਸ਼ਨ ਸਾਈਨ ਕੀਤੀ ਆ, ਸਪੈਸ਼ਲੀ ਆਪਣੇ ਪੀਲ ਰੀਜਨ ਦੇ ਵਿੱਚ, ਕਿ ਅਗਲੀ ਵਾਰ ਤੋਂ ਜਿਹੜਾ ਪਟਾਕਿਆਂ ਦੀ ਜਾਂ ਤਾਂ ਟਾਈਮਿੰਗ ਮਿਆਦ ਹੋਰ ਘਟਾਈ ਜਾਵੇ ਜਾਂ ਇਹਨਾਂ ਦੀ ਕੋਈ ਰੇਂਜ ਘਟਾਈ ਜਾਵੇ ਜਾਂ ਇਹ ਬਿਲਕੁਲ ਬੰਦ ਕੀਤੇ ਜਾਣ।
ਉਹਦੇ 'ਚ ਹਜ਼ਾਰਾਂ ਦੀ ਗਿਣਤੀ ਤੋਂ ਵੱਧ ਜਿਹੜੇ ਪਰਿਵਾਰਾਂ ਨੇ ਉਹਦੇ ਵਿੱਚ ਸਾਈਨ ਕੀਤੇ ਨੇ ਪਟੀਸ਼ਨ ਤੇ। ਓਕੇ, ਨੈਕਸਟ ਕਾਲ ਪਲੀਜ਼। ਨੰਬਰ 3 ਕਾਲਰ ਲਾਈਨ ਤੇ ਅਸੀਂ। ਸਤਿ ਸ਼੍ਰੀ ਅਕਾਲ ਬਸ ਸਾਹਿਬ, ਜੋਗਿੰਦਰ ਬੋਲਦਾ ਖੈਰਾ ਜੀ। ਜੀ ਖੈਰ ਸਾਹਿਬ ਬੋਲੋ, ਕਿਵੇਂ ਹੋ? ਚਲੋ ਹਾਂਜੀ ਹਾਂਜੀ, ਪਟਾਕੇ ਚਲਾਉਣੇ ਕੋਈ ਮਾੜੀ ਗੱਲ ਨਹੀਂ, ਪਰ ਭਾਜੀ ਟਾਈਮ ਦੀ ਕਤਾਈ ਕੀਤੀ ਗਈ ਹੈ ਜੀ। ਮੈਂ ਅਰਲੀ ਮਾਰਨਿੰਗ ਉੱਠਦਾ, ਬਲੀਵ ਕਰਿਓ ਬਾਸੀ ਸਾਹਿਬ, ਮੈਂ 2 ਵਜੇ ਉੱਠਿਆ, ਪਟਾਕੇ ਉਦੋਂ ਵੀ ਚੱਲ ਰਹੇ ਸੀ। ਇਹ ਤੁਸੀਂ ਸੱਚ ਮੰਨੋ ਚਾਹੇ ਨਾ ਮੰਨੋ, ਆਪਣੇ ਬਰੈਂਪਟਨ, ਸੈਂਡਲਵੁੱਡ ਐਂਡ ਟੋਰਮਮ ਦਾ ਏਰੀਆ ਜੀ, ਇੱਥੇ ਪਟਾਕੇ 2 ਵਜੇ ਵੀ ਚੱਲ ਰਹੇ ਸੀ। ਟਾਈਮ ਦੀ ਬਹੁਤ ਕਤਾਈ ਹੋਈ ਆ, ਸਾਨੂੰ ਕੋਈ ਇਤਰਾਜ਼ ਨਹੀਂ ਪਟਾਕਿਆਂ ਦਾ, ਪਰ ਟਾਈਮ ਜਿਹੜਾ ਆ ਉਹ ਇੰਨਾ ਲੌਂਗ ਨਹੀਂ ਚਾਹੀਦਾ। 10 ਵਜੇ ਡਨ ਹੋ ਜਾਣਾ ਚਾਹੀਦਾ ਜੀ, ਮੇਰੇ ਤੇ ਵਿਚਾਰ। ਥੈਂਕ ਯੂ ਸੋ ਮਚ। ਅਗਲੀ ਕਾਲ ਪਲੀਜ਼, ਤੁਹਾਡੇ ਵਿਚਾਰ ਦੀ ਕਦਰ ਕਰਦੇ ਆ। ਨੰਬਰ 1 ਕਾਲਰ ਬੋਲੋ ਜੀ। ਹਾਂਜੀ, ਆਪਣਾ ਗੁਰਪੇਜ ਭਾਜੀ, ਉਹ ਤੁਸੀਂ ਸਹੀ ਕਿਹਾ ਬ੍ਰਦਰ, ਉਹ ਕਹਿੰਦੇ ਆ ਕੈਰਨਸ ਗੋਨਾ ਈਟ ਮੀ ਅਲਾਈਵ, ਉਹ ਕੈਰਨ ਹੀ ਕਹਿੰਦੇ ਆ ਜੀ। ਹਾਂ, ਮੇਰੀ ਪ੍ਰੋਨਾਂਸੀਏਸ਼ਨ ਹੋ ਸਕਦਾ ਵੀਰੇ ਮੈਂ ਗਲਤ ਕਰਤਾ, ਮੈਂ ਪਹਿਲਾਂ ਹੀ ਮਾਫੀ ਮੰਗ ਲਈ ਸੀਗੀ। ਉਹਨੂੰ ਕੈਰਨ ਬੋਲਦੇ, ਪਤਾ ਨਹੀਂ ਕੀ ਬੋਲਦੇ ਆ। ਹਾਂਜੀ, ਬਾਕੀ ਰਹੀ ਪਟਾਕਿਆਂ ਦੀ ਗੱਲ, ਦੇਖੋ ਵੀਰ ਇੰਡੀਆ ਤੱਕ ਵੀਡੀਓ ਚਲੇ ਗਈਆਂ, ਮੈਂ ਪਿੰਡ ਫੋਨ ਲਾਇਆ, ਉਹ ਕਹਿੰਦੇ ਤੁਸੀਂ ਤਾਂ ਬੜਾ ਬੰਦ ਪਾਇਆ ਹਨ, ਆਪਣਾ ਹੀ ਕਮਿਊਨਿਟੀ ਦਾ ਨਾਂ ਖਰਾਬ ਹੋਇਆ। ਹੁਣ ਤੁਸੀਂ ਦੇਖਿਓ ਬਾਸੀ ਸਾਹਿਬ, ਮੰਡੇ ਨੂੰ ਉਹ ਆਪਣਾ ਹੈਲੋਵੀਨ ਡੇ ਦੇਖਿਓ, ਉੱਥੇ ਵੀ ਕਿਸੇ ਗੋਰਿਆਂ ਨੇ ਵੀ ਪਟਾਕੇ ਚਲਾ ਦੇਣੇ, ਤਾਂ ਜਿੰਨਾ ਕਿ ਇਹਨਾਂ ਨੇ ਪੰਪਕਿਨ ਦੀ ਮੈਸ ਪਾਉਣੀ ਹੈ ਨਾ, ਕੈਂਡਲਾਂ ਲਾ ਕੇ, ਉਹਦੀ ਦੇਖਿਓ ਕੋਈ ਵੀ ਵੀਡੀਓ ਨਹੀਂ ਆਉਣੀ। ਮੈਂ ਤੁਹਾਨੂੰ ਇਹਦੇ ਵਿੱਚ ਇੱਕ ਗੱਲ ਹੋਰ ਵੀ ਐਡ ਆਨ ਕਰ ਦਿੰਦਾ। ਮੈਂ ਕੱਲ ਦੇ ਸ਼ੋਅ ਦੇ ਵਿੱਚ ਨਾ ਟਰਾਈ ਕਰੂੰਗਾ ਕਿ ਉਹ ਮੈਂ ਵੀਡੀਓ ਕਲਿੱਪ ਜ਼ਰੂਰ ਦਿਖਾਵਾਂ। ਸ਼ਾਇਦ ਉਹ ਅਮਰੀਕਾ ਤੋਂ ਵੀਡੀਓ ਕਲਿੱਪ ਆਈ ਹੈਗੀ। ਥੋੜਾ ਜਿਹਾ ਮੈਂ ਆਏ ਨਹੀਂਗਾ ਕੋਈ ਵੀ ਅਸੀਂ ਜਾਂ ਸ਼ਾਇਦ ਥੋੜਾ ਜਿਹਾ ਵੀ ਤੁਹਾਨੂੰ ਆਏ ਕਿਸੇ ਗੱਲੋਂ ਲੱਗੇ ਅਸੀਂ ਕਿਸੇ ਦਾ ਪੱਖ ਲੈ ਰਹੇ ਹਾਂ ਨਾ। ਉਹ ਦੋ ਨਾ ਅਮਰੀਕਾ ਦੇ ਵਿੱਚ ਹੀ ਆਈ ਥਿੰਕ ਯੂਟਿਊਬਰ ਆ, ਥੋੜੇ ਜਿਹੇ ਵੱਡੇ ਲੈਵਲ ਦੇ ਯੂਟਿਊਬਰ ਆ ਉਹ। ਸਾਡੇ ਇੱਥੇ ਨਹੀਂ ਐਵੇਂ ਕਿ ਘਰ ਵਾਲੀ ਦਿਖਾਈ ਜਾਂਦੇ ਬੈੱਡ ਤੇ ਪਈ, ਉਹ ਜੇ ਯੂਟਿਊਬਰ ਨਹੀਂ ਹੈਗੇ ਉਹ। ਸੋ ਉਹ ਚੰਗੇ ਲੈਵਲ ਦੇ ਯੂਟਿਊਬਰ ਆ, ਪਰ ਉਹਨਾਂ ਨੇ ਵੀ ਇੱਕ ਬੜੀ ਕਤਾਈ ਜੀ ਕੀਤੀ। ਉਹ ਵਾਲਮਾਰਟ ਵਰਗੇ ਜਾਂ ਕੈਨੇਡੀਅਨ ਟਾਇਰ ਵਰਗੇ ਨਾ ਵਧੀਆ ਸਟੋਰ ਦੇ ਵਿੱਚ ਵੱਡੇ ਦੇ ਵਿੱਚ ਜਾਂਦੇ ਆ। ਆਪਣਾ ਇੱਕ ਦੇਸੀ ਬਜ਼ੁਰਗ ਸੀ ਜਿਹੜੇ ਇੰਸਟਾਗ੍ਰਾਮ ਵੱਧ ਚਲਾਉਂਦੇ, ਉਹਨਾਂ ਨੇ ਦੇਖਿਓ ਉਹਨਾਂ ਬਾਸੀ ਸਾਹਿਬ ਇੱਕ ਢੋਲਕੀ ਜੀ ਲੈਂਦੇ ਤੇ ਪਾਈਪ ਲੈਂਦੇ ਆ, ਤੇ ਉਹਨੂੰ ਬਜ਼ੁਰਗ ਨੂੰ ਐਂ ਪ੍ਰਟੈਂਡ ਕਰਦੇ ਕਿ ਸ਼ਾਇਦ ਸਾਨੂੰ ਤੇਰੀ ਹੈਲਪ ਜਾਂ ਕੋਈ ਚੀਜ਼ ਲੱਭਣ ਦੇ ਵਿੱਚ ਚਾਹੀਦੀ, ਪਰ ਉਹ ਬਜ਼ੁਰਗ ਤੇ ਨਾ ਪਾਈਪ ਨਾਲ ਬਹੁਤ ਪਾਣੀ ਪਾਉਂਦੇ ਜਾਂ ਕੋਈ ਹੋਰ ਲਿਕਵਿਡ ਪਾਉਂਦੇ ਆ। ਉਹਦੇ ਬਾਵਾ ਇੱਕ ਵੇਵ ਜੀ ਚੱਲੀ ਵੀ ਇੰਸਟਾਗ੍ਰਾਮ ਤੇ। ਸੋ ਉਹ ਵੀ ਕੁਝ ਹੁੰਦਾ ਰਹਿੰਦਾ ਇੱਥੇ ਨਾ, ਵੀ ਸਾਰੇ ਹੀ ਕਰਦੇ ਆ। 4 ਦਿਨ ਜਵਾਨੀ ਤਾਂ ਭੇਡ ਤੇ ਵੀ ਆਉਂਦੀ ਹੈ। ਜਿਹੜੀ ਗੱਲ ਇਹ ਤੋਂ ਪਹਿਲਾਂ ਵੀਰ ਜੀ ਨੇ ਕੀਤੀ ਸੀ ਕਿ 2 ਵਜੇ ਤੱਕ ਪਟਾਕੇ ਚੱਲਦੇ ਰਹੇ ਆ, ਦੇਖੋ ਜੀ ਉਹ ਤੁਹਾਨੂੰ ਕਾਨੂੰਨ ਵੀ ਕਹਿੰਦਾ ਕਿ ਜਿੰਨੇ ਵਜੇ ਤੱਕ ਚਲਾਉਣੇ, 11 ਤੱਕ ਚਲਾਉਣੇ ਤਾਂ 11 ਤੱਕ, ਜੇ 12 ਤੱਕ ਸੀ ਜਾਂ 12 ਤੱਕ ਹੀ, ਮੈਨੂੰ 11 ਤੇ 12 ਦੇ ਵਿੱਚ ਕਨਫਿਊਜ਼ਨ ਆ, ਬਟ ਆਈ ਥਿੰਕ ਕਿ 11 ਵਜੇ ਤੱਕ ਹੀ ਸੀ ਉਹ ਨਾ। ਸੋ ਇਹ ਜਿਹੜੀ 11 ਤੋਂ ਬਾਅਦ ਵਾਲੀ ਲਿਮਟ ਟਪਾਈ ਆ, ਇਹ ਲਿਮਟ ਨੂੰ ਉਸ ਲੈਵਲ ਤੇ ਵੀ ਕੰਸੀਡਰ ਕੀਤਾ ਜਾ ਸਕਦਾ ਨਾ, ਵੀ ਜੇ ਹਾਈਵੇ ਤੇ ਸਾਨੂੰ ਕਹਿੰਦੇ ਵੀ 100 ਤੋਂ ਵੱਧ ਦੀ ਸਪੀਡ ਤੇ ਨਹੀਂ ਚਲਾਉਣਾ, ਐਡੇ ਬੋਰਡ ਲਾਏ ਆ, ਐਡੇ ਉਹਨਾਂ ਨੇ ਵੇਅਰ ਹਾਊਸ ਬਣਾਏ ਜਿੱਥੇ ਉਹ ਬਣਾਉਂਦੇ, ਇਹਨਾਂ ਮਸ਼ੀਨਾਂ, ਇਹਨਾਂ ਖਰਚਾ ਕੀਤਾ। ਪਰ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਸਾਰੇ ਜਾਣੇ 100 ਦੀ ਸਪੀਡ ਤੇ ਹੀ ਜਾਂਦੇ ਹੋ, ਫਿਰ ਉੱਥੇ ਵੀ ਤਾਂ ਕਮਿਊਨਿਟੀ ਵਾਲੇ ਸਾਡੇ ਸਾਰੀ ਕਮਿਊਨਿਟੀ ਕੋਲੇ ਲਾਇਸੈਂਸ ਹੈ। ਜਾਂ ਫਿਰ ਇਹਨੂੰ ਆਏ ਵੀ ਨਾ ਗੱਲ ਨੂੰ ਲਓ ਕਿ ਜਿੰਨੇ ਕੁ ਪੰਜਾਬੀ ਜਿੰਨੇ ਕੁ ਦੇਸੀ ਆਪਾਂ ਇਕੱਲੇ ਬਰੈਂਪਟਨ ਜਾਂ ਮਿਸੀਸਾਗਾ ਜਾਂ ਪੀਲ ਰੀਜਨ ਦੇ ਵਿੱਚ ਰਹਿੰਦੇ ਆ, ਵੀ ਇੰਨਿਆਂ ਕੁ ਨਹੀਂ ਅਸੀਂ ਠੇਕਾ ਲਈਤਾ ਤੇ ਦੁਨੀਆ ਦੇ ਵਿੱਚ ਅਸੀਂ ਰਿਪਰੈਜ਼ੈਂਟ ਕਰਦੇ ਆ ਪੰਜਾਬੀਆਂ ਨੂੰ, ਹਨਾ। ਆਏ ਨਾ ਕਰੋ ਦੁਨੀਆ ਦੇ ਵਿੱਚ। ਪਹਿਲੀ ਗੱਲ, ਅਸੀਂ ਜਿੱਥੇ ਰਹਿਣਾ, ਹੁਣ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਅਸੀਂ ਇੱਥੇ ਰਹਿੰਦੇ ਆ ਸਾਡੇ ਚੋਂ ਵੀ 80% ਲੋਕ ਚਾਹਣਗੇ ਅਸੀਂ ਪੀਲ ਰੀਜਨ ਛੱਡ ਕੇ ਜਾਣਾ, ਹਨਾ, ਜਾਂ ਬਰੈਂਪਟਨ ਮਿਸੀਸਾਗਾ ਕੈਲਡਨ ਛੱਡ ਕੇ ਜਾਣਾ। ਤੁਸੀਂ ਆਏ ਨਾ ਇੱਕ ਆਪਦਾ ਹੀ ਨਾ ਛੱਛੂ ਪੰਜ ਜਾ ਬਣਾ ਲਓ। ਤੁਹਾਨੂੰ ਮੈਨੂੰ ਪਤਾ YouTube ਟਿਕਟੌਕ ਤੋਂ 4 ਰੁਪਏ ਆਉਣੇ ਆ, ਪਰ ਤੁਸੀਂ ਐਡਾ ਵੀ ਨਾ ਲੈ ਲਓ ਕਿ ਤੁਸੀਂ ਵਰਲਡ ਲੈਵਲ ਤੇ ਇੱਕ ਚੱਕ ਦਿਓ ਠੋਕ ਦਿਓ ਕੰਮ। ਮੈਨੂੰ ਚਾਈਨਾ ਜਾਪਾਨ ਤੋਂ ਜਿੱਥੇ ਸਰਕਲ ਬੈਠਾ ਹੁੰਦਾ ਉੱਥੋਂ ਲੋਕ ਫੋਨ ਕਰੀ ਜਾਂਦੇ ਨੇ ਕਿ ਯਾਰ ਤੁਸੀਂ ਬੜਾ ਗੰਦ ਪਾਤਾ, ਤੇ ਮੈਨੂੰ ਸਮਝ ਨਹੀਂ ਲੱਗਦੀ ਵੀ ਕਿਹੜਾ ਗੰਦ ਪਾਤਾ ਉੱਥੇ, ਕਿੱਡੀ ਕੁ ਗੱਲਾਂ ਚੋਂ ਗੱਲ ਹੋ ਗਈ ਸੀ। ਸੋ ਵੀਰ ਜੀ ਨਾ ਕਰੋ, ਸਾਡੀ ਇੱਕ ਹੰਬਲ ਜੀ ਬੇਨਤੀ ਆ, ਤੁਸੀਂ ਸਾਡੇ ਨਾਲ ਸਿਆਣੇ, ਸਾਡੇ ਨਾਲ ਵੱਡੇ ਹੋ ਸਾਰੇ। ਨਾ ਤਿਰੰਗਾ ਝੰਡਾ ਤੇ ਨਾ ਖਾਲਿਸਤਾਨ ਝੰਡੇ, ਉਦੋਂ ਨਾ 26 ਜਨਵਰੀ ਸੀ ਤੇ ਨਾ ਉਧਰ ਖਾਲਿਸਤਾਨ ਡੇ ਸੀ। ਇਹ ਗਲਤ ਕੀਤਾ ਲੋਕਾਂ ਨੇ। ਜਿਹੜੀ ਦੀਵਾਲੀ ਦੀ ਗੱਲ ਰਹੀ, ਦੀਵਾਲੀ ਸਭ ਨੂੰ ਪਤਾ, ਪਟਾਕੇ ਚੱਲਦੇ, ਮਠਿਆਈਆਂ ਖਾਓ, ਪਰਿਵਾਰ ਨੂੰ ਮਿਲੋ, ਗਿਫਟ ਸ਼ੇਅਰ ਕਰੋ ਇੱਕ ਦੂਜੇ ਨਾਲ। ਜੇ ਪਟਾਕੇ ਜਿੱਥੇ ਤੱਕ ਲਿਮਿਟ ਹੈ ਸਰਕਾਰ ਦੀ, ਤੁਸੀਂ ਉਸ ਲਿਮਿਟ ਦੇ ਪਟਾਕੇ ਚਲਾਓ। ਰਾਤ ਨੂੰ ਇੱਕ ਬੰਦਾ ਹੁਣ ਕਿਸੇ ਨੇ ਫੋਨ ਕੀਤਾ ਸੀ 2 ਵਜੇ ਸੌ ਰਿਹਾ ਸੀ। ਜਿਸ ਦਿਨ ਕੈਨੇਡਾ ਡੇ, ਵਿਕਟੋਰੀਆ ਡੇ ਹੁੰਦਾ ਜੀ, ਇੱਥੇ ਰਾਤ ਨੂੰ 2 ਵਜੇ 3 ਵਜੇ ਠਾ ਦੀਆਂ ਆਵਾਜ਼ਾਂ ਆਉਂਦੀਆਂ। ਆਪਾਂ ਉਦੋਂ ਨੂੰ ਕੁਝ ਕਹਿੰਦੇ ਨਹੀਂ। ਆਪਣੀ ਕਮਿਊਨਿਟੀ ਨੂੰ ਆਪਾਂ ਕਿੰਤੂ ਪਰੰਤੂ ਕਿਉਂ ਕਰਦੇ ਆ? ਇਹ ਜ਼ਰੂਰ ਹੈ ਕਿ ਟਾਈਮ ਲਿਮਿਟ, ਉਹਦੇ ਬਾਅਦ 2 ਵਜੇ ਕਿਸੇ ਪਟਾਕੇ ਚਲਾਓ, ਵਿਰਲੇ ਕਿਸੇ ਬੰਦੇ ਨੇ ਚਲਾਏ ਹੋਣਗੇ। ਆਮ ਲੋਕਾਂ ਨੇ 11 ਪਟਾਕੇ ਬੰਦ ਕਰਤੇ ਸੀ। ਇਸ ਕਰਕੇ ਆਪਣੀ ਕਮਿਊਨਿਟੀ ਬਦਨਾਮ ਨਾ ਕਰੋ ਪਲੀਜ਼। ਮਤਲਬ ਕਿ ਇਹ ਕਮਿਊਨਿਟੀ ਨੂੰ, ਇਹ ਜਿਹੜਾ ਕੰਮ ਗਲਤ ਆ ਉਹਨੂੰ ਗਲਤ ਕਹੋ, ਜਿਹੜਾ ਠੀਕ ਹੈ। ਜੇ ਸਫਾਈ ਜੇ ਹੋ, ਆਪਾਂ ਸੀਨ ਟੈਕਸ ਕਿਉਂ ਦਿੰਦੇ ਆ? ਇਹ ਕਾਉਂਸਲ ਕਾਹਦੇ ਲਈ ਆ? ਇਹ ਸਵੇਰੇ ਉੱਠ ਕੇ ਸਫਾਈ ਕਰਾਉਣ, ਉੱਥੇ ਅਸੀਂ ਟੈਕਸ ਬਰਨ ਤੇ ਪੇ ਕਰਦੇ ਆ ਨਾ, ਤੇ ਲੈਟ ਦਮ ਕਲੀਨ। ਜੇ ਪਟਾਕੇ ਲੋਕਾਂ ਨੇ ਚਲਾਏ ਤਾਂ ਸਵੇਰੇ ਕਲੀਨ ਸਿਟੀ ਕਰਾਵੇ ਉੱਥੋਂ। ਨਹੀਂ ਹੋ ਜਾਂਦੀ, ਹਰ ਇੱਕ ਫੈਸਟਿਵ ਤੇ ਇਦਾਂ ਹੋ ਜਾਂਦਾ ਹੈ। ਕੁਲਜੀਤ ਜੀ, ਮੈਂ ਇਹ ਲੋਕਾਂ ਨੂੰ ਜਿਹੜੇ ਰੌਲਾ ਪਾਉਣ ਵਾਲੇ ਬਿਨਾਂ ਗੱਲ ਤੋਂ, ਇਹਨਾਂ ਨੂੰ ਉਸ ਕੈਟਾਗਰੀ 'ਚ ਹੀ ਰੱਖੂੰਗਾ
ਜਿਹੜੇ ਗੋਰੇ ਗਵਾਂਢੀ ਨੂੰ ਨਹੀਂ ਕੁਝ ਕਹਿ ਸਕਦੇ ਹੁੰਦੇ ਆਪਦੇ ਨੂੰ, ਤੇ ਜਿਹੜਾ ਉਹਨਾਂ ਦੇ ਖੱਬੇ ਪਾਸੇ ਜੇ ਕੋਈ ਦੇਸੀ ਗਵਾਂਢੀ ਹੋਵੇ ਨਾ ਉਹਨੂੰ ਐਵੇਂ ਹੀ ਕਰੀ ਜਾਣਗੇ। ਬਾਈ ਯਾਰ ਤੇਰੀ ਨਾ ਕੱਲ ਗੱਡੀ ਨੂੰ ਜਦੋਂ ਤੂੰ ਲੌਕ ਲਾਇਆ ਤੇ ਉਹਨੇ ਹਾਰਨ ਮਾਰਿਆ, ਉਦੋਂ ਫਿਰ ਮੇਰੇ ਪੈਟ ਉੱਠ ਗਏ, ਉਦੋਂ ਫਿਰ ਸਾਡੀ ਵਿੰਡੋ ਵਿੱਚ ਦੀ ਸਾਊਂਡ ਆ ਗਈ ਤੇਰੀ, ਹੈ ਨਾ। ਇਹ ਉਹ ਕੈਟਾਗਰੀ ਚੋਂ ਨੇ, ਇਹ ਥੋੜਾ ਜਿਹਾ ਸਮਝਣਾ ਚਾਹੀਦਾ ਇਹਨਾਂ ਲੋਕਾਂ ਨੂੰ। ਕੁਲਜੀਤ ਜੀ ਇਜਾਜ਼ਤ ਲੈਣੇ ਤੁਹਾਡੇ ਤੋਂ। ਨੈਕਸਟ ਕਾਲ ਪਲੀਜ਼। ਨੈਕਸਟ ਕਾਲ ਤੇ ਤਰਨਵੀਰ ਢਿੱਲੋਂ ਨੇ ਜੀ। ਹੈਲੋ ਟੈਲ ਸਰ, ਗੋ ਹੈਡ ਪਲੀਜ਼। ਮੈਂ ਕਿਹਾ ਜੀ ਜਿਹੜੇ ਆਪਣੇ ਯੂਟਿਊਬਰ ਨੇਗੇ ਆਪਦੀ ਜਨਾਨੀਆਂ ਨਹੀਂ ਛੱਡਦੇ ਕਿ ਦਿਖਾਉਂਦੇ ਆ ਤੇ ਕਮਿਊਨਿਟੀ ਨੂੰ ਬਦਨਾਮੀ ਦੇਣ ਲਈ ਬਹੁਤ ਲਾਈਕਾਂ ਨੇੜੇ ਦੀ ਗੱਲ ਹੋ ਜਾਂਦੀ ਹੈ ਜੀ। ਕੁਝ ਕੁ ਲਾਈਕਾਂ ਕਮੈਂਟਾਂ ਪਿੱਛੇ ਆਪਦੇ ਘਰ ਦੇ ਜਲੂਸ ਕਰ ਦਿੰਦੇ ਆ ਤੇ ਕਮਿਊਨਿਟੀ ਨੂੰ ਤਾਂ ਕੁਝ ਸਮਝਦੀ ਨਹੀਂ ਹੈਗੀ ਜੀ ਇਹ। ਟੈਲ ਸਰ, ਮੈਂ ਤੁਹਾਡੇ ਨਾਲ 100% ਐਗਰੀ। ਇੱਕ ਦਿਨ ਟਾਕ ਸ਼ੋ ਕਰਦੇ ਸੈਪਰੇਟ ਕਿ ਕਈ ਹਸਬੈਂਡ ਵਾਈਫ ਇਹੋ ਜਿਹਾ ਆਪਣਾ ਜਨਾਜ਼ਾ ਕੱਢਦੇ ਨੇ। ਤੁਹਾਡੇ ਨਾਲ ਮੈਂ ਬਿਲਕੁਲ ਸਹੀ ਆ। ਜਾਣ ਕੇ ਜੀ ਥੰਬਨੇਲ ਵੀ ਦੂਜੇ ਲਾਉਂਦੇ ਆ ਵੀ ਸਾਡੇ ਕਹਿੰਦੇ ਲੋਕ ਆਉਣ ਵਿਊ ਲੈਣ ਲਈ। ਇਹ ਗਲਤ ਗੱਲ ਆ ਜੀ। ਇਹ ਕੀ ਸੈਂਸ ਕੀ ਬਣਦੀ ਆ ਜਿਹੜੇ ਆ ਟਿਕਟੌਕ ਬਣਾਉਂਦੇ ਨੇ ਘਰ ਵਾਲੇ ਹਸਬੈਂਡ ਵਾਈਫ? ਇਹ ਕੋਈ ਮੀਨ ਹੈ ਇਦਾਂ ਦਾ? ਕੋਈ ਮਤਲਬ ਦੀ ਗੱਲ ਹੈ? ਕੋਈ ਟੈਲੈਂਟ ਨਹੀਂ ਹੁੰਦਾ ਜੀ। ਇਲਾਕਾ ਲਾ ਕੇ ਸਾਡੇ ਚ ਟੈਲੈਂਟ ਹੈ ਜੀ। ਇਹ ਟੈਲੈਂਟਡ ਬੰਦੇ ਉਹ ਵਿਚਾਰੇ ਰੋਲਦੇ ਫਿਰਦੇ ਆ, ਕੰਪਨੀ ਧੱਕੇ ਖਾਂਦੇ ਫਿਰਦੇ ਆ। ਇਲਾਕਾ ਲਾ ਕੇ ਨੱਚ ਕੇ ਸਾਡੇ ਚ ਟੈਲੈਂਟ ਹੈ ਜੀ। ਇਹ ਟਾਕ ਸ਼ੋ ਕਰਾਂਗੇ, ਲੋਕਾਂ ਨੂੰ ਆਪਾਂ ਸਿਖਾਵਾਂਗੇ ਭਾਈ ਟਿਕਟੌਕ ਬਣਾਉਣ ਤੋਂ ਪਹਿਲਾਂ ਸਿੱਖੋ ਟਿਕਟੌਕ ਬਣਾਉਣਾ ਕਿਹੜੀ ਗੱਲ ਦਾ ਆ। ਸਹੀ ਗੱਲ ਹੈ ਜੀ। ਹਾਂਜੀ, ਟਿਕਟੌਕ ਦੀ ਵਰਤੋਂ ਜਿਹੜਾ ਟਿਕਟੌਕ ਤੇ ਸਭ ਤੋਂ ਮਸ਼ਹੂਰ ਬੰਦਾ ਜੀ, ਉਹਦੇ ਮੂੰਹੋਂ ਇੱਕ ਜ਼ਬਾਨ ਵੀ ਨਹੀਂ ਬੋਲਦਾ ਤੇ ਉਹਨੂੰ ਇੰਨੇ ਲਾਈਕ ਆਉਂਦੇ ਆ ਜੀ। ਉਹ ਇੱਕ ਸ਼ਬਦ ਵੀ ਨਹੀਂ ਕਹਿੰਦਾ ਮੂੰਹੋਂ ਕੱਪੀ ਜੀ ਬਿਲਕੁਲ ਜੀ। ਬਾਕੀ ਥੋੜਾ ਜਿਹਾ ਮੈਨੂੰ ਲੱਗਦਾ ਕਿ ਅਸਲ ਮਕਸਦ ਤੋਂ ਨਾ ਜਿਹੜੇ ਸਾਡੇ ਇਨਫਲੂਐਂਸਰਸ ਨੇ ਉਹ ਭੁੱਲ ਗਏ ਨੇ ਜਾਂ ਭਟਕ ਗਏ ਨੇ, ਜਾਂ ਹੋ ਸਕਦਾ ਵੀ ਉਹਨਾਂ ਦੇ ਹਿਸਾਬ ਨਾਲ ਉਹ ਸਹੀ ਕਰਦੇ ਹੋਣ, ਕਿਉਂਕਿ ਆਪਦੇ ਹਿਸਾਬ ਨਾਲ ਹਰ ਬੰਦਾ ਹੀ ਕੁਝ ਸਹੀ ਕਰਦਾ ਹੁੰਦਾ। ਮੈਨੂੰ ਮਕਸਦ ਜਾਂ ਜਿੰਨਾ ਕਿ ਮੈਨੂੰ ਪਤਾ ਮੇਰੇ ਹਿਸਾਬ ਨਾਲ ਤਾਂ ਇਹੀ ਹੁੰਦਾ ਵੀ ਜੇ ਤੁਸੀਂ ਇਨਫਲੂਐਂਸਰ ਹੋ, ਕੁਝ ਤੁਸੀਂ ਸੋਸਾਇਟੀ ਦੇ ਵਿੱਚ ਜੇ ਕੋਈ ਕੁਰੀਤੀ ਹੋ ਰਹੀ ਆ ਉਹਨੂੰ ਰੋਕਣ ਦੇ ਵਿੱਚ ਜੇ ਤੁਸੀਂ ਕੁਝ ਕਰ ਸਕੋ, ਜਾਂ ਫਿਰ ਜੇ ਤੁਸੀਂ ਫੂਡ ਵਲੌਗਰ ਹੋ ਤਾਂ ਤੁਸੀਂ ਜੇ ਕੋਈ ਵਧੀਆ ਆਪ ਬਣਾਉਣਾ ਜਾਣਦੇ ਹੋ, ਜਾਂ ਕੋਈ ਵਧੀਆ ਜਿਹੜਾ ਜਿੱਥੇ ਮਿਲਦਾ ਫੂਡ ਤੁਸੀਂ ਉਹਨੂੰ ਪ੍ਰੋਪਰਲੀ ਡਿਫਾਈਨ ਕਰ ਸਕੋ ਕਿ ਬਿਨਾਂ ਖਾਧੇ ਵੀ ਅਗਲੇ ਨੂੰ ਤੁਹਾਡੇ ਟੇਸਟ ਦਾ ਪਤਾ ਲੱਗ ਜੇ, ਜਾਂ ਫਿਰ ਜੇ ਤੁਸੀਂ ਟਰੈਵਲ ਵਲੌਗਰ ਹੋ ਤਾਂ ਤੁਸੀਂ ਬਿਨਾਂ ਕਿਤੇ ਦੂਜੇ ਵਿਅਕਤੀ ਨੂੰ ਤੁਹਾਡੇ ਵਿਊਅਰ ਨੂੰ ਲਿਜਾਏ ਤੁਸੀਂ ਉਹਨੂੰ ਅਹਿਸਾਸ ਕਰਾ ਸਕੋ। ਇਹ ਥੋੜੀ ਹੈ ਵੀ ਮੇਰੇ ਘਰ ਵਾਲੀ ਨੂੰ ਹੁਣ ਉਲਟੀਆਂ ਲੱਗ ਗਈਆਂ ਜੀ, ਉਹ ਮੈਨੂੰ ਲੱਗਦਾ ਹੁਣ ਪ੍ਰੈਗਨੈਂਟ ਹੋ ਗਈ ਉਹ, ਹਨਾ। ਉਹਨੂੰ ਜੀ ਮਤਲਬ ਕਿ ਆਏ ਨਹੀਂ ਹੁੰਦਾ ਸੀ, ਹੁਣ ਆਏ ਆ ਗਏ, ਹਨਾ। ਤੇ ਮੇਰੇ ਘਰ ਵਾਲੀ ਜੀ ਹੁਣ ਸੌਂ ਗਈ ਜੀ। ਮੇਰੇ ਘਰ ਵਾਲੀ ਨੇ ਜੀ ਅੱਜ ਲਓ ਰਾਤ ਨੂੰ ਸੁੱਤੀ ਪਈ ਨੇ ਉੱਤੇ ਕੰਬਲ ਨਹੀਂ ਲਿਆ ਤੇ ਉਹਨੂੰ ਫਿਰ ਵੀ ਨੀਂਦ ਆ ਗਈ। ਇਹ ਕਿਹੜੇ ਤੁਸੀਂ ਕਿਹੜੇ ਬਲੌਗਰ ਬਣਾਈ ਜਾਂਦੇ ਹੋ? ਮਤਲਬ ਕਿ ਐ ਨਾ ਕਰੋ ਯਾਰ, ਥੋੜਾ ਜਿਹਾ ਧੱਕਾ ਜਾਇਜ਼ ਕਰ ਲਓ, ਮਤਲਬ ਕਿ ਹੈ ਨਾ। ਬਾਅਦ ਚ ਐਵੇਂ ਇੰਜਨ ਕਰਾਉਣਾ ਪੈਂਦਾ ਕਈ ਵਾਰੀ, ਨਾ ਕਰੋ ਐ ਮੇਰੇ ਵੀਰ, ਮਸ਼ੀਨਰੀ ਖਰਾਬ ਹੋ ਜਾਂਦੀ ਐ। ਇਹੀ ਸੀਗਾ ਨਾ ਵੀ ਮਕਸਦ ਤਾਂ ਇਹੀ ਸੀਗਾ ਵੀ ਉਹਨੇ ਟਿਕਟੌਕ ਤੇ ਕਿਉਂ ਪਾਤਾ ਬਿਨਾਂ ਦੱਬਿਆ। ਮਕਸਦ ਤਾਂ ਇਹੀ ਸੀ। ਉਹ ਵੀਡੀਓ ਅਸੀਂ ਵੀ ਦੇਖੀਆਂ ਨੇ ਬਹੁਤ। ਨਹੀਂ ਸਾਡਾ ਮਕਸਦ ਹੈ, ਸਾਡਾ ਸਿਰਫ ਇਹ ਆ, ਅਸੀਂ ਇਹ ਨਹੀਂ ਕਹਿੰਦੇ ਕਿ ਜਦੋਂ ਕੋਈ ਦਿਨ ਤਿਉਹਾਰ ਆਉਂਦਾ ਹੈ ਕਿ ਉਹਨੂੰ ਨਾ ਮਨਾਓ। ਮਨਾਉਣ ਦੇ ਵੀ ਤਰੀਕੇ ਹੁੰਦੇ ਆ। ਜੇ ਸਮਾਜ ਦੇ ਵਿੱਚ ਸੁਣੋ ਗੱਲ ਬੇਟਾ, ਜੇ ਸਮਾਜ ਦੇ ਵਿੱਚ ਜਾਂ ਗੁਆਂਢ ਦੇ ਵਿੱਚ, ਰਿਸ਼ਤੇਦਾਰੀ ਵਿੱਚ, ਪਰਿਵਾਰ ਦੇ ਵਿੱਚ, ਗੁਆਂਢ ਦੇ ਵਿੱਚ ਜਦੋਂ ਦੀਵਾਲੀ ਆਉਂਦੀ ਆ ਜਾਂ ਕੋਈ ਐਸਾ ਦਿਨ ਤਿਉਹਾਰ ਆਉਂਦਾ ਆ ਤਾਂ ਉਹਨੂੰ ਆਪਾਂ ਨੂੰ ਮਨਾਉਣਾ ਤਾਂ ਪੈਂਦਾ ਆ, ਪਰ ਮਨਾਉਣਾ ਕਈ ਵਾਰੀ ਸਾਨੂੰ ਉਸ ਢੰਗ ਨਾਲ ਪੈਂਦਾ, ਉਸ ਸਰਲ ਤਰੀਕੇ ਨਾਲ ਪੈਂਦਾ, ਜਿਹੜਾ ਕਿ ਬਹੁਤ ਜ਼ਰੂਰੀ ਹੁੰਦਾ ਕਿ ਜਿਹੜਾ ਸਮਾਜ ਦੇ ਵਿੱਚ, ਗੁਆਂਢ ਦੇ ਵਿੱਚ ਬੰਦਾ ਮਹਿਸੂਸ ਨਾ ਕਰੇ ਕਿ ਅਸੀਂ ਖੁਸ਼ੀ ਜਿਹੜੀ ਹੈ ਮਾਰ ਰਹੇ ਹਾਂ, ਪਰ ਨਾਲ ਸਾਨੂੰ ਉਹ ਜਸ਼ਨ ਜਿਹੜੇ ਨੇ ਕਰਨੇ ਪੈਂਦੇ ਨੇ, ਮੱਧਮ ਕਰਨੇ ਪੈਂਦੇ ਨੇ, ਪਰ ਉਹ ਜਸ਼ਨਾਂ ਤੋਂ ਅਸੀਂ ਦੂਰ ਨਹੀਂ ਜਾ ਸਕਦੇ। ਪਰ ਸਾਡਾ ਇਹ ਨਹੀਂ ਹੈ ਕਹਿਣ ਦਾ ਮਕਸਦ ਹੈ ਕਿ ਤੁਸੀਂ ਚਲਾਓ ਜਾਂ ਨਾ ਚਲਾਓ, ਬਟ ਇਸ ਕਾਨੂੰਨ ਨੂੰ ਜ਼ਰੂਰ ਫੋਲੋ ਕਰੋ। ਸਾਡੀ ਇਹ ਗੱਲ ਸੀ। ਮਿਹਰਬਾਨੀ। ਅਗਲੀ ਕਾਲ ਪਲੀਜ਼। ਬਿਲਕੁਲ ਬਸ। ਥੈਂਕ ਯੂ ਸੋ ਮਚ। ਨੈਕਸਟ ਕਾਲ, ਨੰਬਰ 6 ਕਾਲਰ ਜੀ। ਮੈਂ ਪਾਲ ਬੋਲ ਰਿਹਾ। ਬਸ ਮੈਂ ਇਸ ਗੱਲ ਦੇ ਬਿਲਕੁਲ ਅਗੇਂਸਟ ਹੈ। ਪਟਾਕੇ ਬਿਲਕੁਲ ਨਹੀਂ ਚੱਲਣੇ ਚਾਹੀਦੇ ਹੈਗੇ। ਰਾਈਟ, ਦੇਖੋ ਦੂਸਰੇ ਦਿਨ ਕਿੱਦਾਂ ਧੂਆਂ ਹੋਇਆ ਸੀਗਾ, এনवायरमेंट ਕਿੱਦਾਂ ਖਰਾਬ ਹੁੰਦਾ ਹੈਗਾ। ਰਾਈਟ, ਇਹ ਕਸੂਰ ਨਾ ਚਲਾਉਣ ਵਾਲਿਆਂ ਦਾ, ਨਾ ਵੇਚਣ ਵਾਲਿਆਂ ਦਾ, ਨਾ ਮੀਡੀਆ ਦਾ। ਇਹ ਕਸੂਰ ਹੈਗਾ ਸਿਟੀ ਦਾ ਤੇ ਗਵਰਨਮੈਂਟ ਦਾ। ਇਹਨਾਂ ਨੂੰ ਚਾਹੀਦਾ ਬੰਦ ਕਰਨਾ। ਅਸੀਂ ਕਿਸੇ ਨੂੰ ਹੋਰ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਵੇਚਣ ਵਾਲਿਆਂ ਨੂੰ ਨਹੀਂ ਦੇ ਸਕਦੇ, ਮੀਡੀਆ ਨੂੰ ਨਹੀਂ ਦੇ ਸਕਦੇ, ਚਲਾਉਣ ਵਾਲਿਆਂ ਨੂੰ ਨਹੀਂ ਕਹਿ ਸਕਦੇ। ਇਹ ਚਾਹੀਦਾ ਕੰਮ ਸਿਟੀ ਨੂੰ, ਇਹ ਉਹਨਾਂ ਨੂੰ ਰੋਕਣਾ ਚਾਹੀਦਾ ਹੈਗਾ। ਰਾਈਟ, ਕਿਸੇ ਉਂਗਲ ਉਠਾਣੀ ਉਹ ਠੀਕ ਨਹੀਂ ਹੈਗੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਨਹੀਂ ਇਹਦੇ ਵਿੱਚ ਵੀ ਜੀ ਇਹ ਵੀ ਗੱਲ ਹੈ ਨਾ ਕਿ ਸਾਡਾ ਮਲਟੀ ਕਲਚਰਲ ਜਿਹੜੀ ਸੁਸਾਇਟੀ ਹੋ ਜਾਂਦੀ ਹੈ ਨਾ, ਜਦੋਂ ਫਿਰ ਜਿਹੜੇ ਲਾਅ ਬਣਾਉਣ ਵਾਲੇ ਹੁੰਦੇ ਆ ਜਾਂ ਲਾਅ ਨੂੰ ਇਨਫੋਰਸ ਕਰਨ ਵਾਲੇ ਹੁੰਦੇ ਆ ਨਾ, ਉਹਨਾਂ ਨੂੰ ਹਰ ਇੱਕ ਉੱਥੇ ਜਿਹੜਾ ਕਲਚਰ ਹੈ, ਹਰ ਇੱਕ ਜਿਹੜੇ ਉੱਥੇ ਜਾਤਾਂ ਧਰਮਾਂ ਦੇ ਲੋਕ ਰਹਿੰਦੇ ਨੇ, ਉਹਨਾਂ ਨੂੰ ਉਹਨਾਂ ਦੇ ਮੁਤਾਬਕ ਨਾ ਉਦੋਂ ਉੱਥੇ ਕਾਨੂੰਨ ਬਣਾਉਣੇ ਵੀ ਪੈਂਦੇ ਆ, ਉਹਨਾਂ ਨੂੰ ਇਨਫੋਰਸ ਵੀ ਕਰਨਾ ਪੈਂਦਾ ਤੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਇਜਾਜ਼ਤ ਵੀ ਦੇਣੀ ਪੈਂਦੀ ਹੈ। ਉਹਨਾਂ ਦੇ ਦਿਨ ਤਿਉਹਾਰਾਂ ਨੂੰ ਉਹ ਦਿੰਦੇ ਵੀ ਆ ਇਜਾਜ਼ਤਾਂ ਸਾਨੂੰ ਸਾਰੀਆਂ, ਤੇ ਉਹ ਇਜਾਜ਼ਤਾਂ ਦੇ ਹਿਸਾਬ ਨਾਲ ਸਾਨੂੰ ਉਹਨਾਂ ਇਜਾਜ਼ਤਾਂ ਦੀ ਰਿਸਪੈਕਟ ਵੀ ਕਰਨੀ ਚਾਹੀਦੀ ਆ।
ਮਸਲਾ ਇੱਥੇ ਇਹ ਨਹੀਂ ਸੀਗਾ ਕਿ ਅਸੀਂ ਪਟਾਕੇ ਚਲਾਉਣ ਦੇ ਹੱਕ 'ਚ ਆ ਜਾਂ ਨਹੀਂ ਹੱਕ 'ਚ ਹੈਗੇ। ਮਸਲਾ ਇਹ ਨਹੀਂ ਸਾਡੇ ਹੋਣ ਜਾਂ ਨਾ ਹੋਣ ਨਾਲ ਫਰਕ ਕੋਈ ਨਹੀਂ ਪੈਂਦਾ। ਪਰ ਇੱਕ ਇੰਨੀ ਕੁ ਗੱਲ ਕਹਿੰਦੇ ਨਾ ਹੀ ਅਸੀਂ ਕਿਸੇ ਨੂੰ ਐਂ ਕਹਿੰਦੇ ਵੀ ਜੇ ਤੁਸੀਂ ਕੋਈ ਟਿਕਟੌਕ ਜਾਂ YouTube ਜਾਂ ਬਲੌਗ ਚਲਾਉਣੇ ਆ ਤੇ ਉਹ ਤੁਸੀਂ ਬੰਦ ਕਰ ਦਿਓ, ਕਿਉਂਕਿ ਸਾਡਾ ਵੀ ਜਿਹੜਾ ਸ਼ੋਅ ਆ ਉਹ ਵੀ ਜਾਂਦਾ YouTube Facebook ਸੋਸ਼ਲ ਮੀਡੀਆ ਤੇ। ਅਸੀਂ ਨਹੀਂ ਕਿਸੇ ਨੂੰ ਕਹਿੰਦੇ ਬੰਦ ਕਰੋ, ਪਰ ਐਂ ਕਹਿੰਦੇ ਆ ਵੀ ਥੋੜਾ ਜਿਹਾ ਜੇ ਹਿਸਾਬ ਕਿਤਾਬ ਜੇ 'ਚ ਰਹਿ ਜੇ ਨਾ ਗੱਲ, ਉਹ ਚੰਗੀ ਹੁੰਦੀ ਹੈਗੀ ਨਾ ਹੋਵੇ। ਹਾਂ ਜੇ ਐਡ ਕੋਈ ਸਮਾਜਿਕ ਲੈਵਲ ਤੇ ਵੱਡੀ ਕੁਰੀਤੀ ਹੋ ਗਈ, ਜਿਵੇਂ ਹੁਣ ਬਹੁਤੇ ਹੁਣ ਕਹਿ ਵੀ ਰਹੇ ਆ ਕਿ ਵੀਡੀਓ ਤਾਂ ਜੀ ਬਹੁਤ ਤਰ੍ਹਾਂ ਦੀਆਂ ਹੁੰਦੀਆਂ। ਮੈਂ ਕਮੈਂਟ ਹੁਣ ਦੇਖ ਰਿਹਾ ਸੀ ਜੋ ਤੁਸੀਂ ਗੱਲ ਕਰ ਰਹੇ ਸੀ, ਵੀਡੀਓ ਤਾਂ ਜੀ ਕਹਿੰਦੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਹੁੰਦੀਆਂ, ਤੁਸੀਂ ਫਿਰ ਉਹ ਦੇਖ ਲਿਆ ਕਰੋ, ਦੂਜੀਆਂ ਨਾ ਦੇਖਿਆ ਕਰੋ। ਮਸਲਾ ਇਹ ਨਹੀਂ ਹੁੰਦਾਗਾ ਕਿ ਤੁਸੀਂ ਦੇਖੋ ਜਾਂ ਨਾ ਦੇਖੋ। ਕੱਲ ਨੂੰ ਮਤਲਬ ਕਿ ਮਾਫੀ ਚਾਹੂੰਗਾ ਮੈਂ, ਪਰ ਐਡੇ ਛੋਟੇ ਲੈਵਲ ਦੀ ਗੱਲ ਦੇ ਲਈ ਉਹ ਐਗਜ਼ਾਮਪਲ ਨਹੀਂ ਦੇਣੀ ਚਾਹੁੰਦਾ, ਛੱਡੋ ਪਰੇ। ਮੈਂ ਵੈਸੇ ਤੁਹਾਨੂੰ ਗੱਲ ਸਮਝਾ ਦਿੰਦਾ, ਕੁਝ ਚੀਜ਼ਾਂ ਦੀ ਸਾਡੇ ਧਰਮ ਵਿੱਚ ਸਾਡੇ ਸਮਾਜ ਦੇ ਵਿੱਚ ਬਹੁਤ ਰਿਸਪੈਕਟ ਹੁੰਦੀ ਆ। ਕੱਲ ਨੂੰ ਕੋਈ ਉਹਨਾਂ ਚੀਜ਼ਾਂ ਬਾਰੇ ਕੁਝ ਗਲਤ ਬੋਲ ਕੇ ਜਾਂ ਕੁਝ ਉਹਨਾਂ ਸੰਬੰਧੀ ਕੋਈ ਗਲਤ ਹੋਰ ਟਿੱਪਣੀ ਕਰਕੇ ਜਾਂ ਉਹਨਾਂ ਨੂੰ ਗਲਤ ਰੂਪ 'ਚ ਪੇਸ਼ ਕਰਕੇ ਸਾਨੂੰ ਇੱਥੇ ਨੈੱਟ ਤੇ ਪਾ ਦੂ ਤੇ ਸਾਨੂੰ ਕਹਿ ਦਿੱਤਾ ਜਾਵੇ ਕਿ ਇੱਥੇ ਵੀਡੀਓ ਤਾਂ ਹੋਰ ਵੀ ਬਹੁਤ ਤਰ੍ਹਾਂ ਦੀਆਂ ਤੇ ਤੁਸੀਂ ਇਹ ਵੀਡੀਓ ਨਾ ਦੇਖੋ, ਅਸੀਂ ਤਾਂ ਹੀ ਕਰਾਂਗੇ, ਫਿਰ ਅਸੀਂ ਝੱਲ ਲਾਂਗੇ। समझ लो ना तुसी कल साडे संबंध जी कि शैतानियां सब करते हैं, बदमाशियां सब करते हैं, मगर इस तरीके की बदमाशी ना करें जिससे पूरी कम्युनिटी का नाम नीचा होवे। हैं बाबे ने भी कहा है सिखों का मन नीवा और मत ऊंची। कम से कम एक इस सेंटेंस को मान लो भाई। हैं अच्छे काम करो, कोई भी खराब काम करते हो आपके सिर पर आपके देश का झंडा लगा है, उसकी बदनामी होती है भाइयों। ये काम मत करो, अच्छे काम करो, गुरुद्वारा साहब में जाओ, मत्था टेको, आधी बुराइयां तो वैसे ही दूर हो जाएगी। मैं हिंदी स्पीकिंग आदमी हूं, पंजाबी प्रोग्राम सुनता हूं। क्यों? आप अच्छे अच्छे एक पॉइंट रेज करते हो समाज के लिए। मेरे को पंजाबी नहीं आती, मगर ये सब चीजें सुनकर अपनी कम्युनिटी के बच्चों को जो करते हैं सच में बहुत दुख होता है। खूब अभी बच्चे हो ठीक है, शैतानी करो, मगर जिस देश में रहते हो उस कानून को भी तो थोड़ा बहुत फॉलो करो भाई। खूब एंजॉय करो हम तो कहते हैं, मगर किसी को डिस्टर्ब करके एंजॉय करना, क्या ये सही? अपने दिल पे हाथ रख के पूछो बस साहब। इसके अलावा आप ज्यादा अच्छे तरीके से समझा सकते हो। थैंक यू वेरी मच जी। 2122 कॉलर, मैं आपकी बात से सहमत हूँ कुछ हद तक। ऐसे ही होता है ना, रिस्पेक्ट करनी चाहिए जो भी कानून वगैरह जहाँ पर बनते हैं, लेकिन ये सभी कानून को ना लाइक जो इन देशों का कानून है, जहाँ हम बात करेंगे नॉर्थ अमेरिका के जो भी कानून है ना, वो सभी कानून लाइक जो भी कानून बनाते हैं ना, जो भी इनकी अथॉरिटीज हैं वो कानून बनाते हैं, उसके बाद वो ना एक अनाउंसमेंट करते हैं कि यहाँ पर ये कानून लागू होगा, इतने समय के बाद लागू होगा, आपको अवेयर कर दिया जाता है। छोटी सी एग्जांपल मैं दे देता हूँ कि जैसे होता है कि स्कूल्स के पास हमें सिखाया जाता है कि जब स्कूल्स में हो या लोकल स्ट्रीट में हो आप, तो आपको 40 की स्पीड पर ही रहना पड़ता है ना। तो बहुत सारे लोग हैं नहीं रहते, फिर उनको लगा कि ये लोग मान नहीं रहे हैं, तभी तो उन्होंने जो वो फोटो रडार वाले कैमराज इंस्टॉल किए ना स्कूलों के पास, फिर वो अगले स्टेप पे आ जाते हैं। लाइक जिन्होंने ना कानून बनाए हैं वो अच्छी तरह से जानते हैं कि इन कानून को कैसे उन्होंने लाइक इन्फोर्स करना है, कैसे आपको ये जो लाइक एनेक्ट करना है लॉ को, कैसे आप लोगों को मनवाना है कि आपको ये कानून मानना ही पड़ेगा। जैसे फोटो रडार कैमराज लगे थे, मुझे याद है लाइक ये दो तीन साल पहले ये मैं पंजाबी च आया ना सच, सो 2-3 साल पहले ये ਵੱਧ थोड़ी जी गल चल पई सी कि ਜਿਹੜੇ फोटो रडार कैमरा लगे जी ये कहते भी 40 ਦੀ स्पीड ਤੇ ਹੀ ਜਾਓ है ना, जिथे स्कूल जोन ने कई वारी बंदे ਦਾ हो ਜਾਂਦਾ ਕਿਸੇ ਦਾ ਮੀਟਰ ਖਰਾਬ ਹੋਵੇ ਜਾਂ ਕਿਸੇ ਦੀ ਗੱਡੀ ਦਾ ਹਿਸਾਬ ਕਿਤਾਬ ਹਿੱਲਿਆ ਹੋਵੇ ਵੀ ਉਹ 40 ਦੀ स्पीड ਵਾਲੀ 42-43 ਤੇ ਜਾਵੇ है ना। ਇਹਨਾਂ ਨੂੰ ਚਾਹੀਦਾ ਕਿ ਵੀ ਇਹ 6-7 ਜਾਂ 10 ਕਿਲੋਮੀਟਰ ਦੀ 40 ਤੋਂ ਉੱਤੇ ਵੀ ਅਖੇ ਛੋਟ ਦੇ ਦੇਣ है ना। ਉੱਥੇ ਫਿਰ ਉਹ ਕਾਨੂੰਨ ਬਣਾਉਣ ਦੀ ਗੱਲ ਹੀ ਆ ਗਈ ਨਾ। ਜੇ ਤੁਸੀਂ ਉਹਨਾਂ ਨੂੰ ਕਹਿੰਦੇ 2-3 ਕਿਲੋਮੀਟਰ ਤਾਂ ਨੂੰ ਮਤਲਬ ਕਿ ਸਾਨੂੰ ਇਜਾਜ਼ਤ ਦੇ ਦਿਓ, ਤੇ ਤੁਸੀਂ ਆਪਦੀ ਗੱਡੀ ਥੋੜੀ ਜਿਹੀ ਠਾਂ ਰੱਖਣ ਦੀ ਕੋਸ਼ਿਸ਼ ਕਰ ਲਓ, ਕਿਸੇ ਦਾ ਨਿਆਣਾ ਤੁਹਾਡੀ ਗੱਡੀ ਥੱਲੇ ਆ ਗਿਆ ਕੱਲ ਨੂੰ ਉਹਦਾ ਕਨਸੀਕੁਐਂਸਸ ਉਹਦੇ ਕੀ ਨਿਕਲਣਗੇ ਨਾ। ਸੋ ਹਰ ਚੀਜ਼ ਨੂੰ ਜਿਹੜੇ ਕਾਨੂੰਨ ਬਣਾਉਣ ਜਾਣਦੇ ਨਾ, ਜਿੱਦਾਂ ਕਹਿੰਦੇ ਜਿਹਨੇ ਚੁੰਝ ਦਿੱਤੀ ਉਹ ਦਾਣੇ ਵੀ ਦਊਗਾ, ਸੋ ਜਿਹਨੇ ਕਾਨੂੰਨ ਬਣਾਇਆ ਨਾ ਉਹਨੂੰ ਪਤਾ ਹੈ ਕਿ ਮੈਂ ਬਣਾਉਣਾ ਕਿਵੇਂ ਆ। ਉਹ ਅੱਜ ਤੋਂ 5-10 ਸਾਲ ਆਪਣੇ ਨਾਲੋਂ ਗਾਂਹ ਸੋਚਦੇ ਹੁੰਦੇ ਆ। ਸੋ ਉਹੀ ਗੱਲ ਹੋ ਰਹੀ ਸਾਰੀ। ਬਾਕੀ ਜਿਹੜੀ ਇਹ ਗੱਲ ਆਪਣੀ ਚੱਲੀ ਸੀ ਪਟਾਕਿਆਂ ਤੋਂ, ਉੱਥੇ ਪੁਲਿਸ ਪ੍ਰਸ਼ਾਸਨ ਖੁਦ ਮੌਜੂਦ
ਮੌਜੂਦ ਸੀ, ਕੱਲੀ ਪੁਲਿਸ ਨਹੀਂ ਸੀ, ਉੱਥੇ ਬਾਈ ਲਾਅ ਵਾਲੇ ਵੀ ਸੀ। ਜੇ ਉਹਨਾਂ ਨੂੰ ਇਸ ਵੱਡੀ ਗਿਣਤੀ ਦੇ ਵਿੱਚ ਹੀ ਲੱਗਦਾ ਨਾ ਕਿ ਵੀ ਐ ਹੋ ਗਿਆ ਜਾਂ ਇਹ ਗੰਦ ਬਹੁਤ ਪੈ ਗਿਆ, ਵੈਸੇ ਉਹ ਪਲਾਜ਼ਾ ਤਾਂ ਮਾਲਟਨ ਨਾਲ ਤਾਂ ਬਹੁਤ ਟਾਈਮ ਦਾ ਖਾਲੀ ਪਿਆ ਸੀ, ਅਸੀਂ ਨਹੀਂ ਕਹਿੰਦੇ ਖਾਲੀ ਪਲਾਜ਼ਾ 'ਚ ਗੰਦ ਪਾ ਦਿਓ, ਪਰ ਉੱਥੇ ਮੌਜੂਦ ਸੀ। ਐਡੀ ਕੋਈ ਗੱਲ ਹੋਈ ਹੁੰਦੀ ਤੜਕੇ ਨੂੰ ਇੱਥੇ ਤੁਹਾਨੂੰ ਹੱਥ ਕੜੀਆਂ ਲੱਗੇ ਵਾਲੀਆਂ ਤਸਵੀਰਾਂ ਵੀ ਦਿਖਾ ਦਿੰਦੇ। ਬਾਕੀ ਕੱਲੀ ਗੱਲ ਜਿਹੜੀ ਨਿਆਣਿਆਂ ਦੀ ਰਹਿ ਜਾਂਦੀ ਆ, ਸਾਡੇ ਜਿਹੜੇ ਬਹੁਤ ਪਦਵੰਤੇ ਇੱਥੇ ਪਹਿਲਾਂ ਦੇ ਆਏ ਹੋਏ ਨੇ 30 40 ਸਾਲ ਹੋ ਗਏ, ਕਈ ਵਾਰੀ ਉਹਨਾਂ ਤੋਂ ਵੀ ਕਤਾਈਆਂ ਹੋ ਜਾਂਦੀਆਂ। ਅਸੀਂ ਉਹਨਾਂ ਨੂੰ ਤਾਂ ਨਹੀਂ ਬੋਲਦੇ, ਉਹ ਕੰਪਨੀਆਂ ਨੂੰ ਤਾਂ ਨਹੀਂ ਬੋਲਦੇ ਜਿਹੜੇ ਆ ਟੋਟਰੂ ਬੈਠੇ ਨੇ ਟਿਕਟੋਕਾਂ ਯੂਟਿਊਬਾਂ ਤੇ, ਕਿਉਂਕਿ ਪਤਾ ਹੈ ਅਗਲਿਆਂ ਦੀ ਵਕੀਲ ਵੀ ਅਗਲਿਆਂ ਦੇ ਪਰਸਨਲ ਨੇ, ਸਭ ਕੁਝ ਅਗਲਿਆਂ ਦਾ ਪਰਸਨਲ ਆ। ਕੱਲ੍ਹ ਨੂੰ ਤੁਹਾਨੂੰ ਚਿੱਠੀ ਪਵਾ ਦੇਣੀ ਤੇ ਤੁਸੀਂ ਇੱਥੇ ਬਾਅਦ ਚੋਂ ਤੁਰੇ ਫਿਰਨਾ ਹੈਗਾ ਵੀ ਹੁਣ ਕਰੀਏ ਕੀ ਜਾਂ ਕਰੀਏ ਕੀ ਜਾਂ ਕਰੀਏ ਕੀ, ਜਾਂ ਫਿਰ ਗੋ ਫੰਡ ਵੀ ਬਣ ਜਾਂਦੇ ਨਾ। ਸੋ ਥੋੜਾ ਜਿਹਾ ਹਿਸਾਬ ਕਿਤਾਬ ਜੇ ਚੀਜ਼ੇ ਰਹੀਏ, ਅਸੀਂ ਨਾ ਕਰੀਏ। ਸਾਡੀ ਇੱਕ ਬੜੀ ਪਿਆਰੀ ਕਮਿਊਨਿਟੀ ਆ, ਪੰਜਾਬੀਆਂ ਦੀ ਦਾਤ ਦਿੱਤੀ ਜਾਂਦੀ ਆ, ਸਾਡੇ ਭਾਰਤੀਆਂ ਦੀ ਦਾਤ ਦਿੱਤੀ ਜਾਂਦੀ ਕਿ ਅਸੀਂ ਹਮੇਸ਼ਾ ਮਦਦ ਕਰਨ ਦੇ ਲਈ ਮੂਹਰੇ ਹੁੰਨੇ ਆ। ਸੋ ਪਲੀਜ਼ ਆਪਣੀ ਕਮਿਊਨਿਟੀ ਦੇ ਵਿੱਚ ਜੇ ਗੰਦ ਪਿਆ ਤਾਂ ਆਪਾਂ ਹੀ ਸੁਧਾਰਨਾ। ਮੇਰੀ ਗੱਲ ਪਹਿਲਾਂ ਪੈਂਡਿੰਗ ਰਹਿ ਗਈ ਸੀ ਕਿ ਬਹੁਤ ਸਾਰੇ ਹੁਣ ਸਾਨੂੰ ਇਹ ਵੀ ਕਹਿਣਗੇ ਤੇ ਕਈ ਵੀ ਜਾਂਦੇ ਆ ਕਮੈਂਟਾਂ ਦੇ ਵਿੱਚ ਵਾਸੀ ਸਾਹਿਬ ਕਿ ਜਿਹੜਾ ਆਈਲੈਟਸ ਵਾਲੇ ਤੁਸੀਂ ਕੇਸ ਅਖੇ ਰੋਜ਼ ਹੀ ਲਿਆਉਣੇ ਹੋ। ਦੇਖੋ ਉਹ ਸਮਾਜਿਕ ਕੁਰੀਤੀ ਹੈ, ਸਮਝਦੇ ਨਾ, ਸਮਾਜਿਕ ਕੁਰੀਤੀ ਤੇ ਕਿਸੇ ਫੈਸਟੀਵਲ ਤੇ ਇੱਕ ਦਿਨ ਦੇ ਲਈ ਪਾਰਟਿਕੂਲਰਲੀ ਕੋਈ ਗੰਦ ਪੈਣਾ ਉਹ ਡਿਫਰੈਂਟ ਸਿਨੈਰੀਓ ਹੁੰਦਾ। ਸਮਾਜਿਕ ਕੁਰੀਤੀਆਂ ਦੇ ਅਗੇਂਸਟ ਕਿਸੇ ਨਾ ਕਿਸੇ ਨੂੰ ਬੋਲਣਾ ਹੀ ਪੈਂਦਾ। ਫਿਰ ਗੱਲ ਦੂਜੀ ਆ ਜਾਂਦੀ ਹੈ ਕਿ ਜਿਹੜੇ ਤੁਸੀਂ ਜਾਂ ਯੂਟਿਊਬਰ ਜਾਂ ਟਿਕਟੋਕਰ ਜਿਹੜੇ ਸਪੈਸ਼ਲੀ ਬੈੱਡਾਂ ਤੇ ਪਈਆਂ ਘਰ ਵਾਲੀਆਂ ਦਿਖਾ ਰਹੇ ਆ ਵੀ ਤੁਸੀਂ ਉਹ ਕੰਟੈਂਟ ਨਾ ਦੇਖੋ। ਮਸਲਾ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਨਾ ਦੇਖੋ, ਜਿਹੜੀ ਚੀਜ਼ ਦੀ ਕੋਈ ਬਹੁਤਾਤ ਹੋਣ ਲੱਗ ਜਾਂਦੀ ਹੈ ਨਾ, ਜਿਹੜੇ ਚੰਗੇ ਬੰਦੇ ਹੁੰਦੇ ਆ ਉਹਨਾਂ ਨੂੰ ਅਹਿਸਾਸ ਹੋਣ ਲੱਗ ਜਾਂਦਾ ਕਿ ਅੱਜ ਜਿੱਦਾਂ ਕਹਿੰਦੇ ਨੇ ਹੁੰਦੇ ਕਿ ਅੰਗਰੇਜ਼ੀ 'ਚ ਇੱਕ ਫਰੇਜ਼ ਹੁੰਦੀ ਹੈ ਜਦੋਂ ਆਇਲਸ ਕਰਾਉਂਦੇ ਨੇ, ਉਦੋਂ ਅਸੀਂ ਲਿਖਾਉਂਦੇ ਹੁੰਦੇ ਸੀ ਕਿ ਨਿਪ ਦਾ ਈਵਲ ਇਨ ਦਾ ਬਡ, ਜਾਂ ਜਿੱਦਾਂ ਕਹਿੰਦੇ ਹੁੰਦੇ ਸੀਗੇ ਕਿ ਵੀ ਕੋਈ ਚੀਜ਼ ਇਦੋਂ ਪਹਿਲਾਂ ਸਨੋਬਾਲ ਬਣ ਜੇ, ਵੱਡੀ ਹੋਈ ਜਾਂਦੀ ਨਾ ਸਨੋਬਾਲ, ਛੋਟੀ ਜੀ ਕਰਕੇ ਬਾਲ ਛੱਡਦੇ ਉੱਚੇ ਥਾਂ ਤੋਂ, ਉਹ ਥੱਲੇ ਨੂੰ ਜਾਂਦੀ ਜਾਂਦੀ ਉਹ ਪਾਣੀ ਵਾਲੀ ਟੈਂਕੀ ਜਿਹੜਾ ਫੁੱਟਬਾਲ ਵੀ ਬਣ ਸਕਦਾ ਚੰਗੀ ਜੀ ਥਾਂ ਤੋਂ ਕਿਤੇ ਸਿੱਟੀ ਹੋਵੇ ਨਾ। ਸੋ ਉਹ ਕੁਝ ਮੁਸ਼ਕਲਾਂ ਪ੍ਰੋਬਲਮਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਸੁਧਾਰਿਆ ਜਾ ਸਕਦਾ ਹੁੰਦਾ, ਕੁਝ ਬੋਲ ਕੇ ਕੁਝ ਸਮਝਾ ਕੇ। ਮਸਲਾ ਇਹ ਨਹੀਂ ਹੁੰਦਾ ਕਿ ਐਵੇਂ 95 ਲਾਈਨ ਤੇ ਵੀਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਕਹਿ ਰਹੇ ਹੋ ਸਰ? ਹਾਂਜੀ, ਤੁਹਾਡਾ ਸ਼ੋਅ ਬਹੁਤ ਵਧੀਆ ਹੁੰਦਾ ਭਾਜੀ, ਇਹ ਰੋਜ਼ ਹੀ ਦੇਖੀਦਾ ਡੇਲੀ। ਅਗਲੀ ਕਾਲ ਪਲੀਜ਼, ਨੰਬਰ 3 ਕਾਲ ਪਲੀਜ਼, ਨੰਬਰ 2 ਕਾਲਰ ਲਾਈਨ ਤੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਬਰਕ ਸਰ, ਕੀ ਕਹਿਣਾ ਚਾਹੁੰਦੇ ਆਪ ਜੀ? ਮੈਂ ਬੜੀ ਸਿੱਧੀ ਸਾਹਿਬ ਨਾਲ ਗੱਲ ਕਰਨੀ ਸੀਗੀ। ਭਾਜੀ ਕੀ ਗੱਲ ਕਰ ਰਹੇ? ਜੀ ਵੀਰ ਜੀ ਬਹੁਤ ਵਧੀਆ, ਅਸੀਂ ਸ਼ੋਅ ਕਰ ਰਹੇ ਆ ਇਸ ਵੇਲੇ। ਤੁਸੀਂ ਜੇ ਆਫ 에ਅਰ ਕੋਈ ਗੱਲ ਕਰਨੀ ਵੀਰ ਜੀ ਕਰ ਸਕਦੇ ਹੋ, ਜਾਂ ਮੈਂ ਭਾਜੀ ਮੈਂ ਆਨ 에ਅਰ ਹੀ ਕਰਨੀ ਆ। ਜੀ ਵੀਰ ਜੀ, ਮੈਂ ਗੱਲ ਸਰਵੇ ਕਰਨੀ ਸੀਗੀ। ਮੈਂ ਕਿਹਾ ਜੋ ਕੁਝ ਵੀ ਚੱਲਦਾ ਸੋਸ਼ਲ ਮੀਡੀਆ ਤੇ, ਜੋ ਕੁਝ ਵੀ ਚੱਲਦਾ ਪਿਆ ਨਾ, ਸਭ ਪੈਸਾ ਕਮਾਉਣ ਲਈ ਆ, ਕੋਈ ਵੀ ਜੋ ਕਰਦਾ ਆ। ਤੇ ਬਾਕੀ ਤੁਸੀਂ ਨਾ ਇੱਕ ਚੀਜ਼ ਦੇਖੋ, ਜੇ ਕੋਈ ਚੰਗਿਆ ਕਿਸੇ ਨੇ ਚੈਨਲ ਬਣਾਇਆ ਚੰਗੀਆਂ ਚੀਜ਼ਾਂ ਪਾਉਂਦਾ ਨਾ, ਉਹਦੀ ਡਿਮਾਂਡ ਬਹੁਤ ਘੱਟ ਆ, ਸਿਰਫ ਦੇਖਣ ਵਾਲੇ ਉਸ ਚੀਜ਼ ਨੂੰ ਘੱਟ ਆ। ਤੇ ਜਿੰਨਾ ਕੁਛ ਵੀ ਲਾ ਲਓ, ਕੁਛ ਗਲਤ ਚੱਲਦਾ, ਕੋਈ ਗਲਤ ਵੈਬਸਾਈਟ ਆਇਆ, ਉਹਦੀ ਡਿਮਾਂਡ ਜ਼ਿਆਦਾ। ਗੱਲ ਤੁਹਾਡੀ ਆਪਣੀ ਡਿਮਾਂਡ ਤੇ ਆ। ਤੇ ਲੋਕੀ ਕੀ ਪਸੰਦ ਕਰਦੇ ਆ, ਆਪਾਂ ਕਿਸੇ ਨੂੰ ਚਲੋ ਮਾੜਾ ਜਿੰਨਾ ਮਰਜ਼ੀ ਕਹੀ ਜਾਈਏ, ਕੋਈ ਮਾੜਾ ਕਰਦਾ ਚੰਗਾ ਕਰਦਾ, ਚੰਗੇ ਵੱਲ ਘੱਟ ਜਾਂਦੇ ਆ, ਮਾੜੇ ਵੱਲ ਜ਼ਿਆਦਾ ਆ। ਹੁਣ ਸੈਂਸਰ ਪਹਿਲਾਂ ਅੱਗੇ ਫਿਲਮਾਂ ਦੇ ਵਿੱਚ ਨਾ ਸੈਂਸਰ ਤੋਂ ਪਾਸ ਹੋਈਆਂ ਪੈਂਦੀਆਂ, ਸੈਂਸਰ ਬੋਰਡ ਤੋਂ ਜਿਹੜੀਆਂ ਗਲਤ ਚੀਜ਼ਾਂ ਕੱਟਣੀਆਂ ਪੈਂਦੀਆਂ ਸੀ। ਹੁਣ ਈਜ਼ੀ ਹੋ ਗਿਆ ਕਿ ਵੈਬਸਾਈਟਾਂ ਜਿਹੜੀਆਂ ਆਪਣੇ ਜਿੱਦਾਂ ਨੈਟਫਲਿਕਸ ਵਗੈਰਾ ਆ ਗਈਆਂ ਆ, ਉਹਦੇ ਤੇ ਜਿਹੜੀਆਂ ਸਭ ਤੋਂ ਜ਼ਿਆਦਾ ਜਿਹਨਾਂ ਦੇ ਵਿੱਚ ਵੈਬਸਾਈਟਾਂ ਦੀ ਗੰਦ ਸੀ ਉਹ ਸਭ ਤੋਂ ਜ਼ਿਆਦਾ ਚੱਲੀਆਂ ਆ, ਡਿਮਾਂਡ ਕਰਕੇ ਹੀ ਚੱਲੀਆਂ ਆ। ਪਹਿਲਾਂ ਤਾਂ ਆਪਣੇ ਆਪ ਨੂੰ ਸਾਨੂੰ ਭਾਵੇਂ ਅਸੀਂ ਦੇਖੀਏ ਤੇ ਕਹਿੰਦੇ ਨਾ ਕਿ ਅਸੀਂ ਦੇਖਦੇ ਹਾਂ, ਲੋਕੀ ਕਹਿੰਦੇ ਕਿ ਦੇਖਦੇ ਕਿਉਂ ਆ, ਡਿਮਾਂਡ ਤਾਂ ਅਸੀਂ ਆਪਣੀ ਘਟਾਈਏ ਕਿ ਅਸੀਂ ਕਿਹੜੀ ਚੀਜ਼ ਨੂੰ ਦੇਖਣਾ, ਕਿਹੜੀ ਨੂੰ ਨਹੀਂ ਦੇਖਣਾ ਆ। ਰਿਆਮ ਸਾਨੂੰ ਪਤਾ ਕਿ ਯਾਰ ਇਹ ਬੰਦਾ ਕੀ ਕਰਨ, ਆਪਣੇ ਘਰ ਦੀਆਂ ਚੀਜ਼ਾਂ ਦਿਖਾਈ ਜਾਂਦਾ, ਬਟ ਉਹਦੇ ਵਿਊ ਜ਼ਿਆਦੇ ਆ। ਜੇ ਕੋਈ ਬੰਦਾ ਕੋਈ ਨੌਲੇਜ ਦੀ ਗੱਲ ਕਰਦਾ, ਥੱਲੇ ਕਮੈਂਟ ਪਤਾ ਕੀ ਆਉਂਦੇ ਆ, ਤੂੰ ਵੱਡਾ ਗਿਆਨੀ ਨਾ ਬਣ, ਤੂੰ ਜ਼ਿਆਦੀਆਂ ਸਿੱਖਿਆਵਾਂ ਨਾ ਦੇ। ਥੋੜਾ ਜਿਹਾ ਆਪਾਂ ਨੂੰ ਇਹ ਚਾਹੀਦਾ ਕਿ ਪਹਿਲਾਂ ਆਪਣੇ ਆਪ ਵੱਲ ਜ਼ਿਆਦਾ ਦੇਖੀਏ ਕਿ ਇਹ ਚੀਜ਼ਾਂ ਦੀ ਡਿਮਾਂਡ ਜੇ ਘਟੂਗੀ। ਹੁਣ ਫਿਲਮਾਂ ਦੇ ਵਿੱਚ ਕੀ ਡਿਮਾਂਡ ਚੱਲਦੀ ਸੀ ਕਿ ਡਬਲ ਮੀਨਿੰਗ ਗੱਲਾਂ ਤੇ ਗਾਲਾਂ। ਪੰਜਾਬੀ ਫਿਲਮਾਂ 'ਚ ਤੁਸੀਂ ਜਿਹੜੀ ਮਰਜ਼ੀ ਚੱਕ ਲਿਓ, ਕਿਹੜੀ ਫਿਲਮ 'ਚ ਤੁਹਾਨੂੰ ਗਾਲ ਨਹੀਂ ਮਿਲਦੀ, ਉਹਦੀ ਡਿਮਾਂਡ ਆ। ਕਿਹੜੀ ਫਿਲਮ 'ਚ ਤੁਹਾਨੂੰ ਡਬਲ ਮੀਨਿੰਗ ਗੱਲਾਂ ਨਹੀਂ ਮਿਲਣ ਦਈਆਂ। ਪਰਿਵਾਰ 'ਚ ਬਹਿ ਕੇ ਕਈ ਫਿਲਮਾਂ ਆਪਾਂ ਹੁਣ ਹੀ ਆਈਆਂ, ਚਲੋ ਬਹੁਤ ਵੱਡੇ ਐਕਟਰ ਜਿੱਤੀ ਗਰੇਵਾਲ ਦੀਆਂ ਲਾ ਲਿਓ, ਤੁਸੀਂ ਆਪਣੇ ਮਾਂ-ਬਾਪ ਨਾਲ ਨਹੀਂ ਦੇਖ ਸਕਦੇ ਕਿ ਉਹ ਡਬਲ ਮੀਨਿੰਗ ਗੱਲਾਂ ਬਹੁਤ ਆ, ਪਰ ਉਹ ਕੀ ਚੀਜ਼ ਦੀ ਤੇਰਾ ਧਿਆਨ ਸੁਣੋ ਕਿ ਕਰੋੜਾਂ ਹੀ ਤਾਰੇ ਅਰਸ਼ ਤੇ ਦਿਖਾਈ ਦਿੰਦੇ ਆ, ਇਹ ਅੰਧੇਰੇ ਨੂੰ ਦੂਰ ਨਹੀਂ ਕਰਦੇ ਸਕਦੇ। ਚੰਦਰਾਂ ਵਿੱਚੋਂ ਇੱਕ ਸੀਤਲ ਹੈ ਜਿਹੜਾ ਕਿ ਅੰਧੇਰੇ ਨੂੰ ਦੂਰ ਕਰ ਦਿੰਦਾ ਆ। ਇਹ ਇੱਕ ਸੋਚਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ। ਟਰਾਈ ਟੂ ਅੰਡਰਸਟੈਂਡ ਜ਼ਿੰਦਗੀ ਦੇ ਵਿੱਚ ਕਰੋੜਾਂ ਹੀ ਤਾਰੇ ਜਿਹੜੇ ਨੇ ਅਰਸ਼ ਦੇ ਉੱਤੇ ਦਿਖਾਈ ਦਿੰਦੇ ਆਪਾਂ ਨੂੰ, ਔਰ ਅੰਧੇਰੇ ਨੂੰ ਦੂਰ ਨਹੀਂ ਕਰ ਸਕਦੇ। ਔਰ ਚੰਦਰਮਾ ਇੱਕੋ ਹੀ ਸੀਤਲ ਹੈ ਜਿਹੜਾ ਕਿ ਅੰਧੇਰੇ ਨੂੰ ਦੂਰ ਕਰ ਸਕਦਾ। ਅਸੀਂ ਗੱਲ ਸਮਝਦੇ ਹਾਂ ਤੁਹਾਡੀ ਕਿ ਜਿਹੜੇ
ਬਹੁਤ ਜ਼ਿਆਦਾ ਇਹੋ ਜਿਹੇ ਮੈਂ ਕਹਿ ਸਕਦਾ ਇਸ਼ੂਸ ਹੁੰਦੇ ਆ ਜਿਹਨਾਂ ਨੂੰ ਕੋਈ ਉਭਾਰਨਾ ਚਾਹੁੰਦੇ ਆ, ਜਿਹਨਾਂ ਕੋਈ ਮੀਨਿੰਗ ਆ, ਹਲਕੇ ਫੁਲਕੇ ਗੱਲਾਂ ਉਹ ਲੋਕੀ ਜ਼ਿਆਦਾ ਕੈਚ ਕਰਦੇ ਆ। ਟਰੂ ਐਂਡ ਫੈਕਟ ਹੈ। ਔਰ ਸਿਆਣੀ ਗੱਲ ਜਿਹੜੀ ਹੈ ਲੋਕ ਸੁਣਨਾ ਨਹੀਂ ਚਾਹੁੰਦੇ। ਜੇ ਸਿਆਣੇ ਸੀ ਅਸੀਂ ਅੱਛੇ ਇਹੋ ਜਿਹੇ ਟੌਪਿਕ ਲੈ ਕੇ ਆਈਏ, ਹੈਲਥ ਬਾਰੇ ਲੈ ਕੇ ਆਈਏ ਤਾਂ ਲੋਕਾਂ ਦੀ ਦਿਲਚਸਪੀ ਘੱਟ ਹੁੰਦੀ ਹੈ। ਜੇ ਅਸੀਂ ਹਲਕੇ ਫੁਲਕੇ ਲੈ ਕੇ ਆਈਏ ਤਾਂ ਲੋਕਾਂ ਦੀ ਦਿਲਚਸਪੀ ਵੱਧ ਹੁੰਦੀ ਹੈ। ਆਈ ਅੰਡਰਸਟੈਂਡ। ਪਰ ਨਾਲ ਦੀ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬੈਲੈਂਸ ਵੀ ਕਰਨਾ ਆ। ਬੈਲੈਂਸ ਇਨ ਸੈਂਸ ਕਿ ਲੋਕਾਂ ਨੂੰ ਕੁਝ ਸਿਖਾਉਣਾ ਵੀ ਆ, ਨਾ ਕਿ ਆਪਣੀ ਜਬੜੀਆਂ ਮਾਰਨੀਆਂ। ਸੋ ਜੇ ਕੋਈ ਸਾਨੂੰ ਸਹੂਲਤ ਮਿਲੀ ਆ ਨਵੀਂ ਟੈਕਨੋਲੋਜੀ ਦੀ, ਉਸ ਨੂੰ ਅਸੀਂ ਹਰ ਪਾਸੇ ਨੈਗੇਟਿਵ ਲੈ ਕੇ ਜਾਣਾ ਔਰ ਇਹਨੂੰ ਅਸੀਂ ਚੰਗੇ ਪਾਸੇ ਵੀ ਲਿਜਾ ਸਕਦੇ ਆ। ਔਰ ਹੁਣ ਜਿਹੜੇ ਗਨ ਪੁਆਇੰਟ ਜਿਹੜੇ ਆ ਕਲਾਕਾਰਾਂ ਨੇ ਦਿਖਾ ਲੈਣੇ ਸ਼ੁਰੂ ਕੀਤੇ ਆ, ਇਹਦੇ ਕਰਕੇ ਹੀ ਗੈਂਗਸਟਰ ਪੈਦਾ ਹੋਏ ਆ। ਇਹ ਤਾਂ ਮੰਨਦੇ ਆ ਨਾ ਅਸੀਂ, ਇਹ ਗੈਂਗਸਟਰ ਪੈਦਾ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਇਹਨਾਂ ਕਲਾਕਾਰਾਂ ਦਾ ਆ। ਸੁਣਨ ਵਾਲੇ ਵੀ ਤਾਂ ਹੀ ਆ ਕਿ ਜਿਹਦੇ ਵਿੱਚ ਕੁਝ ਫਾਇਦਾ ਆ। ਸੁਣ ਭਾਈ ਬਿਲਕੁਲ ਮੈਂ ਤੁਹਾਡੀ ਗੱਲ ਤੇ ਕਰਦੇ ਆ ਨਾ, ਜੋ ਤੁਸੀਂ ਫੀਡ ਕਰਦੇ ਹੋ, ਜੇ ਤੁਸੀਂ ਫੀਡ ਕਰੋਗੇ ਲੋਕਾਂ ਨੂੰ, ਉਹੋ ਜਿਹਾ ਹੀ ਲੋਕ ਜਿਹੜੇ ਆ ਉਹ ਮਤਲਬ ਲਾਈਕ ਕਰਦੇ ਆ। ਜੇ ਤੁਸੀਂ ਨਾ ਫੀਡ ਕਰੋਗੇ ਲੋਕੀ ਹਟ ਜਾਣਗੇ ਹੌਲੀ ਆਪਣੇ ਆਪ। ਜੀ ਜਦੋਂ ਕਿਸਾਨੀ ਆਈ ਸੀ, ਕਿਸਾਨੀ ਧਰਨਾ ਸੀ, ਡਿਮਾਂਡ ਸੀਗੀ ਕਿਸਾਨੀ ਦੇ ਗਾਣਿਆਂ ਦੀ, ਡਿਮਾਂਡ ਤੇ ਸਾਰੇ ਸਿੰਗਰ ਨੂੰ ਗਾਣੇ ਪਏ। ਤੁਸੀਂ ਕੀ ਚਾਹੁੰਦੇ ਆ? ਆਪਣੇ ਤੇ ਡਿਪੈਂਡ ਕਰਦਾ ਸੀ ਕੀ ਚਾਹੁੰਦੇ। ਨਹੀਂ ਗਾਣੇ ਗੱਲ ਹੈ, ਪਰ ਗਾਣੇ ਵਿੱਚ ਹਥਿਆਰ ਦਿਖਾ ਲੈਣੇ ਉਹ ਸਬਟੇ ਵਾਲੀ ਨਾ, ਬੰਦੂਕਾਂ ਦਿਖਾ ਲਓ 47 ਦੀ ਕੱਢ ਕੇ। ਨਹੀਂ ਉਹ ਤਾਂ ਜਿਵੇਂ ਹੁਣ KGF ਫਿਲਮ ਆ ਗਈ ਜੀ, ਉਹਦੇ ਵਿੱਚ ਦਿਖਾਉਂਦੇ ਕਿ ਉਹ ਟਰੱਕ ਦੇ ਉੱਤੋਂ ਇੱਕ ਤਰਪਾਲ ਲਾਉਂਦੇ ਆ ਤੇ ਉਹਦੇ ਚ 900 ਬੰਦੂਕ ਰੱਖੀ ਬੈਠੇ ਤੇ ਗਾਹ ਪਾ ਦਿੰਦੇ ਆ। ਉਹ ਬੜੀ ਵਧੀਆ ਲੱਗਦੀ ਜਦੋਂ ਸਿਨੇਮੇ ਤੇ ਅਸੀਂ ਚੀਜ਼ ਦੇਖਦੇ ਆ। ਹੁਣ ਮੈਂ ਗੁਰਵਿਰਕ ਜੀ ਤੁਹਾਡੇ ਵਾਲੀ ਗੱਲ ਵੀ ਵੀਰ ਜੀ ਦੱਸਦਾ, ਜਿਵੇਂ ਹਰ ਇੱਕ ਬੰਦੇ ਦਾ ਸਵਾਲ ਇਹੀ ਹੁੰਦਾ ਕਿ ਜਿਹੜੀ ਚੀਜ਼ ਦੀ ਡਿਮਾਂਡ ਆ ਨਾ ਉਹ ਉਦਾਂ ਦਾ ਫਿਰ ਵੱਧ ਕੁਛ ਆਉਣ ਲੱਗ ਜਾਂਦਾ। ਕਈ ਵਾਰੀ ਪਤਾ ਕੀ ਹੁੰਦਾਗਾ, ਕੁਝ ਚੀਜ਼ਾਂ ਡਿਮਾਂਡ 'ਚ ਆਈਆਂ ਹੁੰਦੀਆਂ, ਕੁਝ ਚੀਜ਼ਾਂ ਮਤਲਬ ਕਿ ਡਿਮਾਂਡ 'ਚ ਲਿਆਂਦੀਆਂ ਜਾਂਦੀਆਂ, ਜਾਂ ਕੁਝ ਚੀਜ਼ਾਂ ਦੀ ਡਿਮਾਂਡ ਵੱਧ ਜਾਂਦੀ ਪਰ ਸਾਨੂੰ ਉਹਦੇ ਨਫੇ ਨੁਕਸਾਨ ਨਹੀਂ ਪਤਾ ਲੱਗਦੇ। ਮੈਂ ਇੱਕ ਸੌਖੀ ਐਗਜ਼ਾਮਪਲ ਦੇ ਦਿੰਦਾ, ਥੋੜਾ ਜਿਹਾ ਜਿੱਦਾਂ ਹੁਣ ਬਹੁਤ ਸਾਰੀਆਂ ਪੌਰਨ ਵੈਬਸਾਈਟਾਂ ਨੇ ਹਨਾ, ਜਦੋਂ ਥੋੜੇ ਜਿਹੇ ਅਸੀਂ ਯੰਗ ਸੀ ਨਾ, ਮੈਂ ਹੁਣ ਤੁਹਾਨੂੰ ਦੱਸ ਦਾਂਗਾ ਨਾ ਗੱਲ, ਸ਼ਾਇਦ ਇਹ ਗੱਲਾਂ ਨੂੰ ਮੰਨਣ ਲਈ ਕੋਈ ਨਹੀਂ ਤਿਆਰ ਹੁੰਦਾ, ਸਮਝਾਉਣ ਦਾ ਇੱਕ ਤਰੀਕਾ ਸੌਖਾ ਹੋ ਜਾਂਦਾ ਕਈ ਵਾਰੀ ਨਾ। ਜਦੋਂ ਅਸੀਂ ਨਿੱਕੇ ਹੁੰਦੇ ਸੀ ਨਾ, ਉਦੋਂ ਬਹੁਤ ਇੱਕ ਨਾ ਲਾਈਕ ਜਦੋਂ ਸ਼ੋਰ ਉਮਰ ਦੇ ਵਿੱਚ ਹੁੰਨੇ ਆਪਾਂ 9ਵੀਂ 10ਵੀਂ ਦੇ ਵਿੱਚ ਹੁੰਨੇ ਨਾ, ਉਦੋਂ ਬੰਦੇ ਨੂੰ ਇਹੋ ਜਿਹੀਆਂ ਚੀਜ਼ਾਂ 'ਚੋਂ ਬੜਾ ਰਸ ਮਿਲਦਾ ਤੇ ਬਹੁਤ ਆਨੰਦ ਵੀ ਮਿਲਦਾ ਕੁਛ ਇਹੋ ਜਿਹਾ ਦੇਖ ਕੇ, ਜਾਂ ਕੁਝ ਵੀ ਕਹਿ ਸਕਦੇ ਆ ਨਾ ਇਹਨੂੰ ਆਪਾਂ। ਫਿਰ ਜਿਵੇਂ ਥੋੜੇ ਜਿਹੇ ਆਪਾਂ ਵੱਡੇ ਹੁੰਨੇ ਨਾ, ਫਿਰ ਇਹਨਾਂ ਚੀਜ਼ਾਂ ਦੇ ਮਤਲਬ ਕਿ ਜਦੋਂ ਬੈਨੀਫਿਟ ਮਤਲਬ ਕਿ ਸੌਰੀ ਨੈਗੇਟਿਵ ਪੁਆਇੰਟ ਦੱਸੇ ਗਏ ਨਾ ਕਿ ਇਹ ਚੀਜ਼ਾਂ ਦੇ ਮਤਲਬ ਕਿ ਤੁਹਾਡੇ 'ਚ ਕੀ ਵੀਕਨੈਸ ਆ ਸਕਦੀ ਹੈ, ਜਾਂ ਤੁਹਾਡੀ ਅਸਲ ਪਾਰਟਨਰ ਨਾਲ ਤੁਹਾਡੀ ਜਿਹੜੀ ਅਸਲ ਖੁਸ਼ੀ ਹੈ ਉੱਥੇ ਤੁਸੀਂ ਜਿਹੜਾ ਤੁਹਾਡਾ ਜਿਹੜਾ ਜੋ ਵੀ ਕਾਰਗੁਜ਼ਾਰੀ ਹੈ ਤੁਹਾਡੇ ਉੱਥੇ ਇਫੈਕਟ ਪੈ ਸਕਦਾ ਹੈ ਨਾ, ਜਾਂ ਕੋਈ ਤੁਸੀਂ ਬਾਹਲੀ ਵਾਇਲੈਂਸ ਵਾਲੀਆਂ ਗੇਮਾਂ ਖੇਡਦੇ ਸੀ, ਤੁਹਾਡੀ ਅਸਲ ਜ਼ਿੰਦਗੀ ਦੇ ਵਿੱਚ ਉਸ ਚੀਜ਼ ਦਾ ਕੀ ਪ੍ਰਭਾਵ ਹੋ ਸਕਦਾ। ਬਹੁਤ ਡਿਮਾਂਡ ਵਾਲੀਆਂ ਚੀਜ਼ਾਂ ਮੈਂ ਜ਼ੀਰੋ ਹੁੰਦੀਆਂ ਵੀ ਦੇਖੀਆਂ ਜੀ ਇਸ ਦੁਨੀਆ ਦੇ ਵਿੱਚ ਹੀ। ਮੈਂ ਬਹੁਤ ਸਾਰੀਆਂ ਐਗਜ਼ਾਮਪਲਸ ਕੱਲ ਨੂੰ ਨਾ ਤੁਹਾਨੂੰ ਪੂਰੇ ਸਟੈਟਿਕਸ ਦੇ ਨਾਲ ਦੇ ਸਕਦਾ ਕਿ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਰਹਿਣ ਵਾਲੀਆਂ ਚੀਜ਼ਾਂ ਵੀ ਜ਼ੀਰੋ ਹੋਈਆਂ ਜਦੋਂ ਅਸਲ ਰੂਪ ਦੇ ਵਿੱਚ ਸਮਝਾਇਆ ਗਿਆ ਕਿ ਇਹਦਾ ਨੁਕਸਾਨ ਕਿੱਥੇ ਹੈ ਤੇ ਕਿਸ ਤਰ੍ਹਾਂ ਹੋ ਸਕਦਾ ਤੁਹਾਨੂੰ ਨੁਕਸਾਨ ਹੈ ਨਾ। ਹਰ ਚੀਜ਼ ਜ਼ਰੂਰੀ ਨਹੀਂ ਹੁੰਦਾ ਜਿਹੜੀ ਡਿਮਾਂਡ 'ਚ ਚੱਲ ਰਹੀ ਆ ਉਹ ਸਹੀ ਹੀ ਹੁੰਦੀ ਹੈਗੀ, ਤੇ ਜਾਂ ਹਰ ਚੀਜ਼ ਜਿਹੜੀ ਡਿਮਾਂਡ ਦੇ ਵਿੱਚ ਚੱਲ ਰਹੀ ਆ ਵੀ ਉਹਨੂੰ ਦੇਖ ਬਹੁਤ ਜ਼ਿਆਦਾ ਰਹੇ ਆ, ਸੁਣ ਬਹੁਤ ਜ਼ਿਆਦਾ ਰਹੇ ਆ, ਵੀ ਜੇ ਉਹਦਾ ਨੈਗੇਟਿਵ ਆ ਉਹ ਤਾਂ ਵੀ ਅੱਖੋਂ ਪਰੋਖੇ ਹੋ ਜੂ। ਦੁਨੀਆ ਹਮੇਸ਼ਾ ਬੈਲੈਂਸਡ ਰਹਿਣੀ ਹੈ ਜੀ, ਵੱਖੋ ਵੱਖਰੇ ਟੇਸਟ ਦੇ ਇੱਥੇ ਲੋਕ ਰਹਿਣੇ ਆ, ਪਰ ਇਹ ਸਮਾਜ ਇਹ ਗਤੀਸ਼ੀਲ ਤਾਂ ਹੀ ਰਹਿ ਸਕਦਾ ਜੇ ਇਹਦੇ ਵਿੱਚ ਜੇ ਕੁਝ ਵੀ ਮਾੜਾ ਸਾਡੇ ਸਮਾਜ ਨੂੰ ਜੇ ਕੋਈ ਖੋਰਾ ਲੱਗਣ ਦੀ ਕੋਸ਼ਿਸ਼ 'ਚ ਹੁੰਦਾ, ਉਹ ਸਾਲ ਰਹਿ ਜੂ, 6 ਮਹੀਨੇ ਰਹਿ ਜੂ, ਮਤਲਬ 6 ਮਹੀਨੇ ਰਹਿ ਜੂ, ਸਾਲ ਰਹਿ ਜੂ, 5 ਸਾਲ ਰਹਿ ਜੂ, 10 ਸਾਲ ਰਹਿ ਜੂ, ਪਰ ਉਸ ਚੀਜ਼ ਤੋਂ ਨਿਜਾਤ ਆਉਂਦੀ ਹੈ ਜੀ। ਜਿਹੜੇ ਚੰਗੀ ਬਿਰਤੀ ਵਾਲੇ ਜਿਹੜੇ ਅਗਾਂਹ ਵਧੂ ਸੋਚ ਵਾਲੇ ਹੁੰਦੇ ਆ ਉਹ ਵੱਧ ਡਿਮਾਂਡ ਵਾਲੀਆਂ ਚੀਜ਼ਾਂ ਦੇ ਵੀ ਤੁਹਾਨੂੰ ਦੱਸ ਦਿੰਦੇ ਕਿ ਇਹਦਾ ਨਫਾ ਨੁਕਸਾਨ ਤੁਹਾਨੂੰ ਆ ਹੋ ਸਕਦਾ, ਇਸ ਤਰ੍ਹਾਂ ਤੁਸੀਂ ਇਹਦੇ ਤੋਂ ਬਚਣਾ। ਕੱਲ ਨੂੰ ਮੈਂ ਟਰਾਈ ਕਰੂੰ ਤੁਹਾਨੂੰ ਸਟੈਟਿਕਸ ਪੂਰੇ ਦੇ ਸਕਾਂ। ਇਜਾਜ਼ਤ ਲੈਣੇ ਤੁਹਾਡੇ ਤੋਂ ਅਗਲੀ ਕਾਲ ਜੀ। ਕੋਈ ਸ਼ਰਮ ਹਿਆ ਨਹੀਂ ਰਹੀ ਜਦੋਂ ਉਹਨਾਂ ਨੂੰ ਸੀਲਾਂ ਤੋਂ ਲੱਗੀਆਂ ਨੂੰ ਕੋਈ ਖਰੀਦ ਕੇ ਲੈ ਜਾਂਦਾ ਆ, ਫਿਰ ਇਹ ਫਰਾਹੇ ਲੈਂਦੇ ਆ, ਖੁਦਕੁਸ਼ੀਆਂ ਕਰਦੇ ਆ। ਯਾਰ ਲੋਕਾਂ ਨੂੰ ਸ਼ਰਮ ਚਾਹੀਦੀ ਆ ਮਾੜੀ ਮੋਟੀ। ਮੈਂ ਤਾਂ ਕਹਿੰਦਾ ਇਹਨਾਂ ਦੇ ਜੁੱਤੀਆਂ ਦਾ ਹਾਰ ਪਾਓ ਜਿਹੜਾ ਏਦਾਂ ਦਾ ਨੰਗ ਪਾਉਂਦੇ ਆ। ਕੋਈ ਸ਼ਰਮ ਹਿਆ ਕੋਈ ਇਨਸਾਨੀਅਤ ਇਹਨਾਂ ਦੇ ਵਿੱਚ ਰਹੀ ਨਹੀਂ, ਸਿਰਫ ਪੈਸਾ। ਪੈਸੇ ਦੇ ਪਿੱਛੇ ਦੇਖੋ ਕੀ ਕਰਦੇ ਆ ਇਹ ਲੋਕ। ਆਈ ਸੀ। ਸੋ ਮਾੜੀ ਗੱਲ ਹੈ। ਨੰਬਰ 3 ਕਾਲਰ ਤੁਸੀਂ ਲਾਈਨ ਤੇ ਹੋ ਜੀ ਬਿਲਕੁਲ। ਨੰਬਰ 1 ਕਾਲਰ ਵੀ ਲਾਈਨ ਤੇ ਆ ਗਏ ਨੇ। ਇੱਕ ਨਾ ਬੀਬੀ ਹੁੰਦੀ ਸੀ, ਉਹਦਾ ਸਾਡੇ ਪੰਜਾਬ ਨਾਲ ਸਾਡੇ ਹਿੰਦੁਸਤਾਨ ਨਾਲ ਨਾਂ ਜੁੜਦਾ ਹੁੰਦਾ ਸੀ, ਤੇ ਜਿਹੜੀ ਇੰਡਸਟਰੀ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਨਾ, ਉਸ ਇੰਡਸਟਰੀ ਦੇ ਵਿੱਚ ਉਹ ਬੀਬੀ ਬਹੁਤ ਚਮਕ ਦਮਕ ਦੇ ਵਿੱਚ ਰਹਿੰਦੀ ਸੀ, ਤੇ ਉਹਦੀ ਵੀਡੀਓ ਦੇਖਣ ਦੇ ਲਈ ਹਰ ਇੱਕ ਉਤਾਵਲਾ ਹੁੰਦਾ ਸੀ ਉਸ ਸਮੇਂ ਦੇ ਦੌਰਾਨ ਜਦੋਂ ਉਹ ਬਹੁਤ ਚੱਲਦੀ ਹੁੰਦੀ ਸੀਗੀ। ਫਿਰ ਇੱਕ ਉਹ ਸਮਾਂ ਆਇਆ, ਉਹ ਬੀਬੀ ਉਹ ਇੰਡਸਟਰੀ ਨੂੰ ਛੱਡ ਕੇ ਫਿਲਮਾਂ ਵਾਲੀ ਇੰਡਸਟਰੀ ਦੇ ਵਿੱਚ ਆ ਗਈ, ਤੇ ਉਹ ਬੀਬੀ ਨੂੰ ਕਾਰਵਾਈਆਂ ਕਰਾ ਕੇ
ਆਪਦੀਆਂ ਸਾਰੀਆਂ ਪਹਿਲਾਂ ਵਾਲੀਆਂ ਲਾਲ ਨੀਲੀਆਂ ਫਿਲਮਾਂ ਉਹਨੇ ਡਿਲੀਟ ਕਰਾਈਆਂ ਵੀ ਨਹੀਂ। ਫਿਰ ਜਦੋਂ ਜਾ ਕੇ ਉਹਨੂੰ ਅਹਿਸਾਸ ਹੋਇਆ, ਪਰ ਉਹ ਬੀਬੀ ਨੂੰ ਦੇਖ ਕੇ ਕੁਝ ਫਿਲਮਾਂ ਵੀ ਬਣ ਗਈਆਂ ਸੀ ਬਾਅਦ ਚੋਂ ਕਿ ਬੀਬੀ ਦੀ ਸਾਰੀ ਇਹ ਸਟੋਰੀ ਆ ਗਈ, ਆਏ ਹੋਇਆ ਜਿਉਂ ਹੋਇਆ। ਸੋ ਜਿਵੇਂ ਮੈਂ ਪਹਿਲਾਂ ਤੁਹਾਨੂੰ ਮੇਰਾ ਇਸ਼ਾਰਾ ਕਿੱਧਰ ਨੂੰ ਸੀਗਾ, ਕਿਹੜੇ ਪਾਸੇ ਮਤਲਬ ਕਿ ਲਿਆਉਣੀ ਜਾਂ ਕਿੱਧਰ ਨੂੰ ਇਸ਼ਾਰਾ ਸੀਗਾ, ਉਹ ਤੁਸੀਂ ਸਮਝ ਚੁੱਕੇ ਹੋ ਮੈਨੂੰ ਲੱਗਦਾ ਇਹ। ਪਰ ਸੋ ਇਹੀ ਹੁੰਦਾ, ਕਈ ਵਾਰੀ ਇਹ ਹੁੰਦਾ ਡਿਮਾਂਡ ਵਾਲੀਆਂ ਚੀਜ਼ਾਂ ਜਿਹੜੀ ਵੱਧ ਹੋ ਜਾਂਦੀ ਹੈ ਨਾ, ਉਹਨੂੰ ਕਿਵੇਂ ਘਟਾ ਪਾਉਣ ਦਾ ਭਾਵ ਇਹ ਨਹੀਂ ਕਿ ਉਹਦਾ ਨੁਕਸਾਨ ਕਿਵੇਂ ਕਰਨਾ। ਜਿਹੜੀ ਡਿਮਾਂਡ ਵਾਲੀ ਚੀਜ਼ ਦਾ ਨੁਕਸਾਨ ਹੁੰਦਾ, ਉਹ ਨੁਕਸਾਨ ਕਿਵੇਂ ਹੁੰਦਾ ਉਹਨੂੰ ਸਮਝਣ 'ਚ ਦੇਰ ਹੋ ਸਕਦੀ ਹੈ। ਸੋ ਉਦੋਂ ਬਾਅਦ ਚੋਂ ਕਿਉਂਕਿ ਬੰਦੇ ਨੇ ਜ਼ਿੰਦਗੀ ਬਹੁਤ ਜਿਉਣੀ ਹੁੰਦੀ ਹੈ, ਬਹੁਤ ਕੁਝ ਫੈਸਲੇ ਜ਼ਿੰਦਗੀ ਦੇ ਵਿੱਚ ਕਰਨੇ ਪੈ ਜਾਂਦੇ ਆ। ਸੋ ਹਰ ਇੱਕ ਚੀਜ਼ ਦਾ ਚੰਗੀ ਸੋਚ ਵਾਲੇ ਲੋਕ, ਜਿਹੜੇ ਸਮਾਜ ਨੂੰ ਕੋਈ ਜਾਤਾਂ ਧਰਮਾਂ ਨਾਲ ਸੰਬੰਧ ਨਹੀਂ ਹੁੰਦਾ ਉਹਨਾਂ ਲੋਕਾਂ ਦਾ, ਪਰ ਉਹ ਹਰ ਇੱਕ ਸਮਾਜ ਦੇ ਵਿੱਚ ਇੱਕ ਚੰਗਾ ਜਿਹੜਾ ਕਾਰਗੁਜ਼ਾਰੀ ਕਰਨਾ ਚਾਹੁੰਦੇ। ਹੁਣ ਜਿਵੇਂ ਸਾਡੇ ਇੰਡੀਅਨ ਮਤਲਬ ਕਿ ਖਿੱਤੇ ਤੋਂ ਹੀ ਰਿਲੇਟਡ ਨੇ, ਸਾਡੇ ਇੰਗਲੈਂਡ ਦੇ ਵਿੱਚ ਦੇਖੋ ਉਹ ਕਿੱਡੀ ਪੋਸਟ ਤੇ ਪਹੁੰਚੇ ਨੇ, ਹਨਾ, ਪ੍ਰਧਾਨ ਮੰਤਰੀ ਬਣੇ ਨੇ। ਇੱਕ ਵੇਲਾ ਸੀ ਕਿ ਜਦੋਂ ਇੱਕ ਕੋਈ ਸਲੋਗਨ ਚੱਲਦਾ ਹੁੰਦਾ ਸੀ, ਚਲੋ ਮੈਂ ਉਹ ਸਲੋਗਨ ਦੀ ਨਹੀਂ ਗੱਲ ਕਰੂੰਗਾ, ਪਰ ਸਾਡੇ ਭਾਰਤੀਆਂ ਲਈ ਕਿੱਡੇ ਵੱਡੇ ਮਾਣ ਦੀ ਗੱਲ ਆ, ਹਨਾ, ਕਿ ਉਹ ਉੱਥੇ ਗਏ। ਹੁਣ ਉਹ ਆਪਾਂ ਇਸ ਨੂੰ ਕੱਲਾ ਐਂ ਨਹੀਂ ਨਾ ਗੱਲ ਲੈ ਸਕਦੇ ਵੀ ਜੋ ਸਾਡੇ ਇੰਡੀਅਨ ਸੀਗੇ ਤਾਂ ਉਹ ਇੰਡੀਅਨ ਬਾਰੇ ਹੀ ਸੋਚਦੇ। ਉਹ ਜੇ ਵਿਦੇਸ਼ ਦੇ ਵਿੱਚ ਪਹੁੰਚੇ, ਉੱਥੇ ਰਹਿ ਕੇ ਉਹਦੇ ਬਾਰੇ ਪੜ੍ਹੇ ਸਿੱਖੇ ਸਮਝੇ, ਤਾਂ ਅੱਜ ਉਹ ਉਸ ਦੇਸ਼ ਦੀਆਂ ਧਾਰਾਵਾਂ ਦੇ, ਉਸ ਦੇਸ਼ ਦੇ ਕਾਨੂੰਨਾਂ ਦੇ ਜਾਣੂ ਹੋ ਕੇ ਤੇ ਅੱਜ ਸਭ ਤੋਂ ਵੱਡੀ ਪੋਸਟ ਤੇ ਉੱਥੇ ਪਹੁੰਚ ਗਏ ਨਾ। ਸੋ ਜਿਹੜੇ ਅਗਾਂਹ ਵਧੂ ਸੋਚ ਦੇ ਲੋਕ ਹੁੰਦੇ ਆ, ਉਹ ਕਿਸੇ ਵੀ ਜਾਤ ਧਰਮ ਨਾਲ ਖਿੱਤੇ ਨਾਲ ਰਿਲੇਟਡ ਨਹੀਂ ਰਹਿ ਜਾਂਦੇ। ਉਹ ਜਿਹੜੇ ਵੀ ਸਮਾਜ 'ਚ ਰਹਿੰਦੇ ਆ, ਉਹਨਾਂ ਦਾ ਮਕਸਦ ਇਹ ਹੁੰਦਾ ਕਿ ਇਹ ਸਮਾਜ ਨੂੰ, ਇਸ ਖਿੱਤੇ ਨੂੰ ਆਪਾਂ ਗਾਂਹ ਕਿਵੇਂ ਲੈ ਕੇ ਜਾਣਾ। ਲਾਸਟ ਕਾਲਰ ਆਫ ਦਾ ਸ਼ੋਅ ਜੀ। ਹੈਲੋ ਜੀ, ਕੀ ਕਹਿਣਾ ਚਾਹ ਰਹੇ ਸਰ? ਤੁਹਾਡੀ ਲਾਈਨ ਡਿਸਕਨੈਕਟ ਹੋਈ, ਸੌਰੀ। ਵੀ ਜਿਹੜੇ ਲੋਕ ਕਹਿੰਦੇ ਨੇ ਵੀ ਪਟਾਕੇ ਲਾਣਾ ਗਲਤ ਗੱਲ ਏ, ਇਹ ਆਪ ਕੀ ਇਹਨਾਂ ਨੇ ਇਸ ਉਮਰ 'ਚ ਫਨ ਨਹੀਂ ਕੀਤਾ, ਜਾਂ ਫਿਰ ਜਿਹੜਾ ਹੁਣ ਇਹਨਾਂ ਨੂੰ ਗੁੱਸਾ ਲੱਗਦਾ ਕਿ ਇਹਨਾਂ ਦੇ ਜਵਾਕ ਪਟਾਕੇ ਨਹੀਂ ਚਲਾਉਂਦੇ, ਵੀ ਗੰਦ ਨਹੀਂ ਪਾਉਂਦੇ, ਵੀ ਗੋਰੇ ਵੀ ਇੱਥੇ ਉਹਨਾਂ ਦਾ ਫੈਸਟੀਵਲ ਹੋਏ ਤੇ ਉਹ ਵੀ ਗੰਦ ਪਾਉਂਦੇ ਆ, ਤੇ ਉਦੋਂ ਨਹੀਂ ਬੋਲ ਸਕਦੇ ਵੀ ਹੁਣ ਇਹਨਾਂ ਨੂੰ ਸਟੂਡੈਂਟ ਨੂੰ ਵੇਖ ਕੇ ਹੁੰਦਾ ਵੀ ਹਾਂ ਵੀ ਗੰਦ ਪਾ ਰਹੇ ਨੇ, ਇਹ ਕਰ ਰਹੇ ਨੇ, ਉਹ ਕਰ ਰਹੇ ਨੇ। ਕਾਲਰ ਸਵਾਲ ਹੈ, ਇੱਕ ਮਿੰਟ, ਤੁਸੀਂ ਜ਼ਿਕਰ ਨਹੀਂ ਹੋਇਆ ਕਿ ਸਟੂਡੈਂਟਾਂ ਦਾ, ਜ਼ਿਕਰ ਨਹੀਂ ਹੋਇਆ PR ਦਾ, ਸਿਟੀਜ਼ਨ ਦਾ। ਗੱਲ ਇਹ ਹੋਈ ਹੈ ਕਿ ਕਹਿਣਾ ਤੇ ਜੀ ਇਹਨਾਂ ਸਟੂਡੈਂਟਾਂ ਨੇ ਪਟਾਕੇ ਪਲਾਜ਼ਿਆਂ 'ਚ ਵੀਡੀਓ ਪਾ ਰਹੇ ਨੇ, ਉਹ ਸਟੂਡੈਂਟ ਹੀ ਨੇ ਉੱਥੇ ਜ਼ਿਆਦਾ, ਵੀ ਤਾਂ ਹੀ ਕਹਿ ਰਹੇ ਨੇ। ਨਹੀਂ, ਗੱਲ ਇਸ ਤਰ੍ਹਾਂ ਨਹੀਂ ਹੈ। ਗੱਲ ਇਹ ਆ ਕਿ ਆਪਾਂ ਇੱਕ ਤਾਂ ਵੀਕ ਡੇ ਵਿੱਚ ਇੱਕ ਹੀ ਦੀਵਾਲੀ ਦਾ ਦਿਨ ਆਇਆ, ਹਾਂਜੀ, ਬਹੁਤ ਘੱਟ। ਠੀਕ ਹੈ ਵੀ ਪਟਾਕੇ ਚਲਾਣਾ, ਵੀ ਇਹਨਾਂ ਦੀ ਗੱਲ ਸਹੀ ਹੈ ਵੀ ਠੀਕ ਹੈ, ਪਟਾਕੇ ਚਲਾਣੇ ਚਾਹੀਦੇ, ਬਸ ਟਾਈਮ ਲਿਮਿਟ ਹੋਣੀ ਚਾਹੀਦੀ ਵੀ ਠੀਕ ਹੈ, ਪਰ ਇਹ ਤਾਂ ਨਹੀਂ ਗੱਲ ਬਣਦੀ ਵੀ ਚਲਾਣੇ ਨਹੀਂ ਚਾਹੀਦੇ। ਵੀ ਆਪਾਂ ਇੰਡੀਆ ਵੀ ਆਪਾਂ ਦੀਵਾਲੀ ਫੈਸਟੀਵਲ ਸੈਲੀਬ੍ਰੇਟ ਕਰਨੇ ਆ, ਉੱਥੇ ਵੀ ਆਪਾਂ ਪਟਾਕੇ ਚਲਾਉਂਦੇ ਆ, ਫਨ ਕਰਨੇ ਆ। ਇੰਡੀਆ ਦੇ ਵਿੱਚ ਵੀ ਕਾਲਰ ਉਹਨਾਂ ਨੇ ਟਾਈਮ ਦੀ ਲਿਮਿਟ ਦਿੱਤੀ ਸੀ, ਇਸ ਟਾਈਮ ਤੋਂ ਬਾਅਦ ਕੋਈ ਵੀ ਪਟਾਕਾ ਨਹੀਂ ਚਲਾ ਸਕਦਾ। ਉੱਥੇ ਵੀ ਟਾਈਮ ਲਿਮਿਟ ਸੀ, ਇੱਥੇ ਵੀ ਟਾਈਮ ਲਿਮਿਟ ਸੀ। ਇਹ ਕਹਿ ਰਹੇ ਨੇ ਵੀ ਪਟਾਕੇ ਗਲਤ ਗੱਲ ਹੈ ਤੇ ਗੰਦ ਪਾਉਂਦੇ ਨੇ। ਵੀ ਬੱਸੀ ਸਾਹਿਬ, ਜੇ ਹੁਣ ਪਟਾਕੇ ਜੋ ਹੈ ਨਾ, ਇਹ ਤੇ ਹੈ ਨੀ ਵੀ ਨਾਲ ਦੀ ਨਾਲ ਉਹ ਚੁੱਕਰੇ ਫਿਰਨਗੇ ਵੀ ਲਿਫਾਫੇ ਲੈ ਕੇ ਵੀ ਇਕੱਠੇ ਕਰ ਲਓ, ਵੀ ਗੰਦ ਪੈ ਗਿਆ, ਹੁਣ ਇਕੱਠੇ ਕਰ ਲਓ ਨਾਲ ਦੀ ਨਾਲ। ਚਲੋ ਕਈ ਵਾਰੀ ਜਦੋਂ ਵਿਅਕਤੀ ਆਪਣੀ ਮਤਲਬ ਗੱਲ ਰੱਖਦਾ ਹੈ, ਆਪਣੇ ਵਿਚਾਰ ਰੱਖਦਾ ਹੈ, ਤਾਂ ਉਹ ਵਿਚਾਰਾਂ ਦੇ ਵਿੱਚ ਉਹਨਾਂ ਨੂੰ ਚੰਗੇ ਸ਼ਬਦਾਂ ਦੀ ਚੋਣ ਕਰਨੀ ਚਾਹੀਦੀ ਹੈ। ਤਾਂ ਉਹ ਫਿਰ ਸ਼ਬਦ ਇਹੋ ਜਿਹੇ ਬਾਤ ਹੈ ਜਿਹਦੇ ਨਾਲ ਦੂਜੇ ਬੰਦੇ ਨੂੰ ਵੀ ਗੰਦ ਪਾਇਆ, ਇਹ ਕਰਦੇ ਨੇ, ਉਹ ਕਰਦੇ ਨੇ, ਇਹ ਗਲਤ ਗੱਲ ਹੈ ਬੱਸੀ ਸਾਹਿਬ। ਜਾਂ ਆਮ ਸੌਰੀ ਕਿ ਕਈ ਵਾਰੀ ਸ਼ਬਦਾਂ ਦੀ ਗਲਤ ਵਰਤੋਂ ਕੀਤੀ ਜਾਂਦੀ ਲੋਕਾਂ ਵੱਲੋਂ, ਉਹਦੇ ਸਿੱਖੇ ਮਨ ਜਾਗਰੂਕ ਚਾਹੁੰਦੇ। ਹੁਣ ਬੱਸੀ ਸਾਹਿਬ ਆਪਾਂ ਵੇਖਦੇ ਇੱਥੇ ਗੋਰਿਆਂ ਦਾ ਕੋਈ ਫੈਸਟੀਵਲ ਉਹ ਵੀ ਸੈਲੀਬ੍ਰੇਟ ਕਰਦੇ ਆ, ਉਹਨਾਂ ਵੇਲੇ ਵੀ ਗੰਦ ਵਾਧੂ ਪਿਆ ਹੁੰਦਾ, ਰੋਡ ਤੇ ਪਿਆ ਹੁੰਦਾ, ਤੇ ਉਦੋਂ ਆਪਣੇ ਲੋਕ ਨਹੀਂ ਬੋਲਦੇ ਵੀ ਹਾਂ ਵੀ ਇਹ ਗੋਰੇ ਗੰਦ ਪਾ ਰਹੇ। ਯੂ ਰਾਈਟ। ਕੱਲ ਮੈਂ ਤੁਹਾਡੇ ਕੰਸਰਨ ਆਈ ਅੰਡਰਸਟੈਂਡ, ਪਰ ਕਈ ਵਾਰੀ ਸਾਡੇ ਕਾਲਰ ਜਿਹੜੇ ਨੇ ਜਦੋਂ ਆਪਣੇ ਮਨ ਦੀ ਪੜਾਸ ਕੱਢਦੇ ਆ, ਤਾਂ ਪੜਾਸ ਕੱਢਣ ਵਾਲੇ ਦੇਖਦੇ ਨਹੀਂ ਕਿ ਅਸੀਂ ਇਹ ਸ਼ਬਦ ਜਿਹੜੇ ਨਾ ਵਰਤੇ ਕਰਨਾ। ਵੀ ਜਿਹੜੀ ਗੱਲ ਹੈ ਝੰਡੇ ਵਾਲੀ, ਇਹ ਤੇ ਗੱਲ ਵੈਸੇ ਸਾਹਿਬ ਗਲਤ, ਵੀ ਆਪਾਂ ਇੱਕੋ ਕੰਟਰੀ ਦੇ ਲੋਕ ਆ ਤੇ ਆਪਾਂ ਨੂੰ ਇੱਕ ਗਲਤ ਚੀਜ਼ ਬਣੀ ਜਾਂਦੀ, ਇੱਕ ਦੂਜੇ ਨੂੰ ਆਪਾਂ ਇੱਕ ਦੂਜੇ ਝੰਡੇ ਦਾ ਨਿਰਾਦਰ ਕਰੀਏ, ਉਹ ਤਾਂ ਸਹੀ ਗੱਲ ਹੈ ਹੀ ਨਹੀਂ ਜਮਾ ਵੀ। ਅਸੀਂ ਝੰਡੇ ਗੱਲ ਕੀਤੀ, ਇੱਕ ਨੇ ਮੇਰੀ ਵੀਡੀਓ ਵਾਇਰਲ ਕੀਤੀ, ਦਿਸ ਇਜ਼ ਟੋਟਲੀ ਨੌਨਸੈਂਸ ਅਸੈਪਟੇਬਲ। ਦੇਖੋ, ਇੱਕ ਤੁਸੀਂ ਮੰਨਦੇ ਹੋ ਮੇਰੀ ਗੱਲ ਨੂੰ ਨਾ, ਜਿਹੜਾ ਦੋ ਚੀਜ਼ਾਂ ਨੇ, ਹਰ ਧਰਮ ਦਾ ਆਪੋ ਆਪਣਾ ਨਿਸ਼ਾਨ ਸਾਹਿਬ ਹੈ, ਜਿਹੜਾ ਕਿ ਸਾਡਾ ਫਰਜ਼ ਬਣਦਾ ਅਸੀਂ ਉਹਦਾ ਸਤਿਕਾਰ ਕਰੀਏ। ਅਸੀਂ ਕਿਸੇ ਧਰਮ ਵਿੱਚ ਆ, ਦੂਜੇ ਦੇ ਧਰਮ ਦੇ ਵਿੱਚ ਦੇਖਿਆ ਜਾਵੇ ਕਿ ਅਸੀਂ ਵਿਸ਼ਵਾਸ ਕਰਦੇ ਜਾਂ ਨਹੀਂ ਕਰਦੇ, ਸਾਡੀ ਇੱਛਾ ਆ, ਬਟ ਇਹ ਨਹੀਂ ਕਿ ਅਸੀਂ ਉਹਨਾਂ ਦੇ ਵਿਰੁੱਧ ਅਸੀਂ ਕੋਈ ਸਲੋਗਨ ਤਿਆਰ ਕਰੀਏ ਜਾਂ ਫਿਰ ਉਹਨਾਂ ਦੇ ਅਸੀਂ ਕੋਈ ਡੈਮੇਜ ਕਰੀਏ ਜਾਂ ਫਿਰ ਗਲਤ ਬੋਲੀਏ। ਇਹ ਗੱਲ ਠੀਕ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਜਿਹੜਾ ਸਾਡਾ ਨਿਸ਼ਾਨ ਸਾਹਿਬ ਹੈ ਖਾਲਸੇ ਦਾ, ਔਰ ਅਸੀਂ ਝੂਲਦਾ ਰਹੇ ਸੱਚੇ ਮਹਾ ਪਾਤਸ਼ਾਹ ਦਾ ਇਹ ਨਿਸ਼ਾਨ ਸਾਹਿਬ ਜਿਹੜਾ ਆ ਪੰਤ ਮਹਾਰਾਜ ਦਾ, ਔਰ ਦੂਜੇ ਪਾਸੇ ਜਿਹੜਾ ਇੱਕ ਮਿੰਟ ਦੂਜੇ ਪਾਸੇ ਜਿਹੜਾ ਸਾਡਾ ਦੇਸ਼ ਦਾ ਆ ਫਲੈਗ, ਸਾਡਾ ਦੇਸ਼ ਕੰਟਰੀ ਦਾ ਝੰਡਾ ਆ, ਉਹ ਵੀ ਸਮੇਂ ਸਿਰ ਜਿਹੜਾ ਆ ਉਹ ਵੀ ਝੂਲਦਾ ਰਹਿਣਾ ਚਾਹੀਦਾ। 15 ਅਗਸਤ ਵਾਲੇ ਦਿਨ ਸਾਨੂੰ ਜਸ਼ਨ ਮਨਾਉਣੇ ਚਾਹੀਦੇ ਆ, 26
ਦਿਨ 26 ਅਗਸਤ ਨੂੰ ਅਸੀਂ ਜਸ਼ਨ ਮਨਾਉਂਦੇ ਆ, ਪਰ 26 ਅਸੀਂ ਜਨਵਰੀ ਇਹ ਨਹੀਂ ਚਾਹੁੰਦੇ ਕੁਝ ਲੋਕ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਕ ਗਰੁੱਪ ਇੱਕ ਪਾਸੇ ਖੜਾ ਆ, ਦੂਜਾ ਗਰੁੱਪ ਦੂਜੇ ਪਾਸੇ ਖੜਾ ਆ, ਉਹ ਗਾਲਾਂ ਕੱਢਣ ਰਹੇ ਆ। ਸੋ ਇਟਸ ਨਾਟ ਐਕਸੈਪਟੇਬਲ। ਤੁਸੀਂ ਦੇਖੋ ਕਿ ਇਹ ਚੀਜ਼ਾਂ ਗਲਤ ਹੈ, ਜੋ ਵੀ ਕਰਦੇ ਲੋਕ ਜਿਹੜੇ ਵੀ ਹੈਗੇ ਆ, ਹਾਂਜੀ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਜੀ। ਜਮਾ ਗਲਤ ਵੀ ਇੱਕ ਦੂਜੇ ਨੂੰ ਮਾੜਾ ਬੋਲਦੇ ਨੇ, ਇੱਕ ਦੂਜੇ ਝੰਡਿਆਂ ਨੂੰ, ਤੇ ਗੱਲ ਜਮਾ ਗਲਤ ਹੈ ਵੀ ਤੁਸੀਂ ਆਪਣਾ ਜਿਵੇਂ ਮਰਜ਼ੀ ਜੋ ਮਰਜ਼ੀ ਆਪਣੇ ਝੰਡੇ ਦੇ ਨਾਰੇ ਲਾਓ ਜਿੰਦਾਬਾਦ, ਤੇ ਪਰ ਇੱਕ ਦੂਜੇ ਨੂੰ ਤੇ ਨਾ ਮਾੜਾ ਬੋਲੋ। ਤੁਸੀਂ ਦੱਸੋ ਕਿ ਕਿਹੜੇ ਗੁਰੂ ਸਾਹਿਬਾਨ ਨੇ ਗਾਲਾਂ ਕੱਢੀਆਂ ਮਾਵਾਂ ਭੈਣਾਂ ਦੀਆਂ? ਬਖਸ਼ੀ ਸਾਹਿਬ ਉਹੀ ਤੇ ਮੈਂ ਕਹਿ ਰਿਹਾ ਵੀ ਇਹ ਗੱਲ ਤੇ ਜਮਾ ਗਲਤ ਇਹ ਕਰਨੀ ਨਹੀਂ ਚਾਹੀਦੀ। ਤੁਸੀਂ ਆਪਣੇ ਝੰਡੇ ਜਿੰਦਾਬਾਦ ਦੇ ਨਾਰੇ ਲਾਓ, ਦੂਜੇ ਨੂੰ ਕਿਉਂ ਮਾੜਾ ਬੋਲਦੇ? ਔਰ ਜਿਸ ਦੇਸ਼ ਦੇ ਤੁਸੀਂ ਝੰਡੇ ਆਪਣੇ ਤਿਰੰਗਾ ਝੰਡਾ ਆ ਜਿਸ ਦੇਸ਼ ਦਾ, ਹਿੰਦੁਸਤਾਨ ਦਾ, ਇਸ ਹਿੰਦੁਸਤਾਨ ਭਾਰਤ ਦੇ ਵਿੱਚ ਤੇ ਜਿਹੜੇ ਸਾਡੇ ਗੁਰੂ ਪੀਰ ਫਕੀਰ ਪੈਗੰਬਰ ਸੂਰਬੀਰ ਯੋਧੇ ਜਿਹੜੇ ਨੇ ਉਹਨਾਂ ਨੇ ਜਨਮ ਲਿਆ, ਆਪਾਂ ਵੀ ਜਨਮ ਲਿਆ। ਪਵਿੱਤਰ ਮਿੱਟੀ ਆ ਔਰ ਸਾਡੀ ਉਹ ਜਨਮ ਭੂਮੀ ਆ ਸਾਡੀ ਕਰਮ ਭੂਮੀ ਆ, ਤਾਂ ਸਾਡੇ ਇਤਿਹਾਸਕ ਦਿਨ ਆਉਂਦੇ ਨੇ, ਪਰ ਅਸੀਂ ਉਸ ਮਿੱਟੀ ਨੂੰ ਕਿਉਂ ਦੇਖਿਆ ਜਾਵੇ ਕਿ ਮਿੱਧਦੇ ਆ, ਉਸ ਮਿੱਟੀ ਦੀ ਬੇਕਦਰੀ ਕਿਉਂ ਕਰਦੇ ਆ, ਔਰ ਨਿਸ਼ਾਨ ਜਿਹੜਾ ਆ ਸਾਹਿਬ ਉਹਨੂੰ ਅਸੀਂ ਨਤਮਸਤਕ ਹੁੰਦੇ ਆ, ਔਰ ਇਸ ਤਰ੍ਹਾਂ ਝੰਡੇ ਅੱਗੇ ਅਸੀਂ ਆਪਣਾ ਸਿਰ ਝੁਕਾਉਂਦੇ ਆ, ਸਲੂਟ ਦਿੰਦੇ ਆ, ਪਰ ਮਿੱਟੀ ਵਿੱਚ ਰੋਲਣਾ ਅਤੇ ਪੈਰਾਂ ਦੇ ਥੱਲੇ ਮਧੋਲਣਾ ਇੱਕ ਬਹੁਤ ਵੱਡੀ ਉਸ ਬੰਦੇ ਦੀ ਬੇਵਕੂਫੀ ਆ। ਹਾਂਜੀ ਜੀ ਬਿਲਕੁਲ ਜੀ, ਚੰਗੇ ਦੇਸ਼ਾਂ ਦੇ ਵਿੱਚ ਆਏ ਆ, ਚੰਗੇ ਸਮਾਜ ਦੀ ਸਿਰਜਣਾ। ਜਿਹੜਾ ਬੰਦਾ ਹਿੰਦੁਸਤਾਨ ਭਾਰਤ ਦਾ ਝੰਡਾ, ਕਿਸੇ ਵੀ ਦੇਸ਼ ਦਾ ਝੰਡਾ ਹੋਵੇ, ਉਹਨੂੰ ਤੁਸੀਂ ਪੈਰਾਂ ਥੱਲੇ ਮਧੋਲੋ, ਇਜ਼ ਨਾਟ ਐਕਸੈਪਟੇਬਲ। ਇਹ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਹੈ। ਉਹ ਕੋਈ ਸਿੱਖ ਨਹੀਂ ਹੈ ਜਿਹੜਾ ਬੰਦਾ, ਜਾਂ ਫਿਰ ਉਹ ਕਿਸੇ ਮੈਂ ਨਹੀਂ ਕਹਿ ਸਕਦਾ ਕੋਈ ਇਨਸਾਨ ਆ। ਮੈਂ ਛੱਡੋ ਇਸ ਗੱਲ ਨੂੰ ਕਿ ਕਿਹੜੇ ਧਰਮ ਦਾ ਬੰਦਾ ਹੈ। ਕੋਈ ਵੀ ਧਰਮ ਦਾ ਬੰਦਾ ਕਿਸੇ ਵੀ ਦੇਸ਼ ਦਾ ਝੰਡੇ ਦੇ ਨੂੰ ਆਪਣੇ ਪੈਰਾਂ ਥੱਲੇ ਮਧੋਲਦਾ ਹੈ, ਉਹ ਇਨਸਾਨ ਨਹੀਂ, ਉਹ ਪਸ਼ੂ ਆ। ਪਸ਼ੂ ਵੀ ਨਹੀਂ ਕਰਦਾ ਮੇਰੇ ਖਿਆਲ, ਪਸ਼ੂ ਵੀ ਮੇਰੇ ਖਿਆਲ ਕਿ ਉਹ ਪਰੇ ਹਟ ਜਾਊਗਾ। ਪਸ਼ੂ ਵੀ ਜਿਹੜੇ ਜਾਨਵਰ ਵੀ ਆ ਉਹ ਵੀ ਸਤਿਕਾਰ ਕਰੂਗਾ। ਸੋ ਇਹ ਲੋਕ ਜਿਹੜੇ ਨੇ ਬੇਸ਼ਰਮ ਲੋਕ ਨੇ ਜਿਹੜੇ ਕਿ ਇਸ ਤਰ੍ਹਾਂ ਕਰਦੇ ਨੇ, ਜਿਹੜੇ ਵੀ ਮਰਜ਼ੀ ਨੇ, ਨਾਟ ਡਸਨਟ ਮੈਟਰ ਕਿਹੜੇ ਨੇ ਲੋਕ ਨੇ। ਥੋੜੇ ਸਾਨੂੰ ਹਰ ਧਰਮ ਦਾ ਔਰ ਆਪਣੇ ਦੇਸ਼ ਦਾ, ਹਰ ਦੇਸ਼ ਦਾ ਸਤਿਕਾਰ ਕਰਨਾ ਚਾਹੀਦਾ ਆ। ਜੇ ਤੁਸੀਂ ਨਹੀਂ ਪਸੰਦ ਕਰਦੇ, ਫਾਈਨ, ਦਿਸ ਇਜ਼ ਯੋਰ ਚੁਆਇਸ। ਜੀ ਬਿਲਕੁਲ, ਬਸ ਜਿਹੜੀ ਤੁਸੀਂ ਗੱਲ ਕਹੀ ਹੈ ਇਹਨੂੰ ਮੈਂ ਬੜੇ ਹੀ ਛੋਟੇ ਸ਼ਬਦਾਂ ਦੇ ਵਿੱਚ ਇਹਨੂੰ ਪ੍ਰਭਾਸ਼ਿਤ ਕਰ ਦਿੰਦਾ ਜੀ, ਕਿ ਜਿਹੜਾ ਇੱਕ ਚੰਗਾ ਦੇਸ਼ ਭਗਤ ਜਾਂ ਇੱਕ ਚੰਗਾ ਧਰਮੀ ਇਨਸਾਨ ਹੁੰਦਾ, ਉਹ ਕਦੇ ਵੀ ਆਪਣੇ ਧਰਮ ਨੂੰ ਉੱਚਾ ਦਿਖਾਉਣ ਦੇ ਲਈ ਉਹ ਦੂਜੇ ਦੇਸ਼ ਜਾਂ ਜੋ ਦੂਜੇ ਧਰਮ ਨੂੰ ਨੀਵਾਂ ਨਹੀਂ ਦਿਖਾ ਸਕਦਾ। ਸੋ ਇਹ ਗੱਲ ਨੂੰ ਪਲੀਜ਼ ਸਮਝ ਲਿਆ ਜਾਵੇ। ਬੜੇ ਛੋਟੇ ਸ਼ਬਦਾਂ ਦੇ ਵਿੱਚ ਇਹਦੀ ਮੈਂ ਤੁਹਾਨੂੰ ਐਗਜ਼ਾਮਪਲੀਫਾਈ ਕਰ ਦਿੱਤਾ ਕਿ ਕਦੇ ਵੀ ਉਹ ਆਪ ਦੇ ਧਰਮ ਜਾਂ ਆਪ ਦੇ ਦੇਸ਼ ਨੂੰ ਉੱਚਾ ਦਿਖਾਉਣ ਦੇ ਲਈ ਦੂਜੇ ਨੂੰ ਨੀਵਾਂ ਨਹੀਂ ਦਿਖਾਊਗਾ। ਉਹ ਆਪ ਦੇ ਲਈ ਬੈਟਰਮੈਂਟ ਦੇ ਲਈ ਕੰਮ ਕਰੂਗਾ। ਬਾਕੀ ਕੁਝ ਦੀ ਮੈਂ ਜ਼ਰੂਰ ਗੱਲ ਕਰਨੀ ਚਾਹੂੰਗਾ ਜੀ। ਜਿਵੇਂ ਇੱਕ ਤਸਵੀਰ ਪਤਾ ਨਹੀਂ ਕਿਉਂ ਮੈਨੂੰ ਲਾਉਣੀ ਪੈ ਗਈ, ਅੱਜ ਮੈਨੂੰ ਕਿਸੇ ਨੇ ਭੇਜੀ ਆਉਣੀ, ਕਹਿੰਦੇ ਕਿ ਬਹੁਤਿਆਂ ਦਾ ਹਾਲ ਅੱਜ ਕੱਲ੍ਹ ਆਏ ਆ ਜਿਵੇਂ ਇੱਕ ਮਰੀਜ਼ ਬੈੱਡ ਤੇ ਪਿਆ ਜੀ ਤੇ ਉਹਨੂੰ 12 ਜਾਣੇ 2 ਕੇਲੇ ਦਾਨ ਕਰ ਰਹੇ ਆ। ਸੋ ਜੇ ਕੋਈ ਚੰਗਾ ਕੰਮ ਤੁਸੀਂ ਕਰ ਵੀ ਲੈਂਦੇ ਹੋ, ਇੰਨੀ ਮਸ਼ਹੂਰੀ ਵੀ ਨਾ ਕਰਿਆ ਕਰੋ ਕਿ ਆਹ ਦੇਖੋ ਜੀ ਮੈਂ ਕਿੱਲ ਗੱਡ ਤੇ। ਸੋ ਥੋੜਾ ਜਿਹਾ ਹਿਸਾਬ ਕਿਤਾਬ ਜੇ ਚੀਜ਼ ਮਤਲਬ ਕਿ ਚੱਲਣਾ ਚਾਹੀਦਾ, ਬੈਲੈਂਸ ਬਣਿਆ ਰਹਿੰਦਾ ਸਮਾਜ ਦੇ ਵਿੱਚ। ਹਾਸੇ ਠੱਡੇ, ਚੰਗੀਆਂ ਗੱਲਾਂ, ਮੰਦੀਆਂ ਗੱਲਾਂ, ਕੋਈ ਆਪਣੇ ਯਾਰਾਂ ਦੋਸਤਾਂ ਨਾਲ, ਇਹ ਸਾਰਾ ਕੁਝ ਪਾਰਟ ਆਫ ਲਾਈਫ ਹੁੰਦਾ। ਇੱਕ ਐਕਸਟੈਂਟ ਤੱਕ ਹੀ ਰਵੇ ਤਾਂ ਗੁੱਡ ਰਹਿੰਦਾ, ਨਾ ਰਵੇ ਤਾਂ ਫਿਰ ਹਰ ਚੀਜ਼ ਦਾ ਚਲੋ ਇੱਕ ਲਾਅ ਬਣਿਆ ਹੁੰਦਾ। ਬੜੀ ਰਿਸਪੈਕਟ ਕਰਦੇ ਹਾਂ ਤੁਹਾਡੀ, ਬਸ ਆਪ ਕੰਟੀਨਿਊ ਕਰਦੇ ਹਾਂ। ਸਾਨੂੰ ਜ਼ਰੂਰੀ ਨਹੀਂ ਅਸੀਂ ਬਹੁਤ ਇੱਕ ਡਾਊਨ ਗ੍ਰੇਡ ਜਾ ਕੇ ਸਮਝਾ ਸਕੀਏ। ਕਈ ਵਾਰੀ ਐਗਜ਼ਾਮਪਲਾਂ ਕੁਝ ਇਹੋ ਜਿਹੀਆਂ ਦੇਣੀਆਂ ਪੈ ਜਾਂਦੀਆਂ ਜਿਹੜੀਆਂ ਬਹੁਤ ਚਰਚਿਤ ਹੁੰਦੀਆਂ ਨੇ। ਜਿਹੜੀ ਗੱਲ ਨੂੰ ਸੱਚੀ 'ਚ ਜਿਹੜੀ ਗੱਲ ਤੁਸੀਂ ਕਰਨ ਲੱਗਦੇ ਹੁੰਦੇ ਨਾ, ਇੱਕ ਤਾਂ ਯੂਨੀਵਰਸਲ ਜਿਹਾ ਥਾਟ ਹੁੰਦਾ ਕਿ ਤੁਸੀਂ ਸੋਚਿਆ ਕਰੋ ਵੀ ਤੁਹਾਡੇ ਘਰ ਦੇ ਸੁਣ ਸਕਣਗੇ। ਨਹੀਂ, ਮੈਂ ਇਹ ਤੁਹਾਨੂੰ ਕਹੂੰਗਾ ਜਿਹੜੀ ਤੁਸੀਂ ਗੱਲ ਕਰਦੇ ਹੁੰਦੇ ਹੋ ਉਹ ਤੁਸੀਂ ਇਹ ਸੋਚਿਆ ਕਰੋ ਕਿ ਜੇ ਦੁਬਾਰਾ ਤੁਹਾਡੇ ਹੀ ਆਪਦੇ ਕੰਨਾਂ ਨਾਲ ਤੁਹਾਨੂੰ ਹੀ ਇਹ ਗੱਲ ਤੁਹਾਡੀ ਸੁਣਨੀ ਪੈ ਜੇ, ਉਹ ਤੁਹਾਨੂੰ ਜਚੂਗੀ। ਸੋ ਇਹ ਇੱਕ ਥੋੜਾ ਜਿਹਾ ਆਪਣੀ ਸੋਚ ਦਾ ਮਿਆਰ ਨੂੰ ਤੁਸੀਂ ਵਧਾਓ। ਭੈਣ ਜੀ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਹੋਲਡ ਰੱਖਿਆ ਤੇ ਤੁਹਾਡੇ ਜਿਹੜੇ ਯੋਗਾ ਟੀਚਰ ਦਾ ਅਸੀਂ ਬਹੁਤ ਦਿਖਾਂਤ ਬਣਾਉਂਦੇ। ਹਾਂ ਵੀਰ ਜੀ, ਹਾਂ ਮੈਂ ਬਹੁਤ ਸੈਡ ਸੀ। ਮੈਂ ਕਿਹਾ ਚੱਲ ਮੈਂ ਤੁਹਾਨੂੰ ਦੀਵਾਲੀ ਨੂੰ ਕਹਿ ਸਕੀ ਦੋਨਾਂ ਵੀਰਾਂ ਨੂੰ, ਸਾਰਿਆਂ ਨੂੰ ਵੀ ਆਪਣੇ ਚੈਨਲ ਤੇ ਆਉਂਦੇ ਵੀਰ, ਭੁੱਲੇ ਨਹੀਂ ਕਦੇ ਸੁਣਦੇ ਆ। ਪਰ ਉਦੋਂ ਠੇਡਾ ਵੱਜਿਆ ਤੇ ਇੰਨੀ ਹੈਲਥੀ, ਸਭ ਨੂੰ 10 ਸਾਲ ਤੋਂ ਯੋਗਾ ਸਿਖਾ ਰਹੀ ਸੀ ਤੇ ਡੱਗ ਪੀ ਤੇ ਉਹਨੂੰ ਹਰ ਟਾਈਮ ਯੋਗਾ ਸਿਖਾਉਂਦੇ ਸੀਗੇ ਤੇ ਭੈਣ ਜੀ ਉਹ ਠੇਡਾ ਡਿੱਗ ਕੇ ਮਤਲਬ ਪੂਰੇ ਹੋ ਗਏ ਠੇਡੇ ਨਾਲ। ਹਾਂ ਦੇਖੋ ਵੀਰੇ, ਜ਼ਿੰਦਗੀ ਨਾ ਕਹਿੰਦੇ ਆਪਾਂ ਬੜੀਆਂ ਗੱਲਾਂ ਕਰਦੇ ਆ, ਆਪਾਂ ਨੂੰ ਪਤਾ ਵੀ ਆਪਣੇ ਕੋਲ ਮਨੀ ਕਿੰਨੀ ਹੈ ਵੀਰ, ਆਪਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਆਪਣੇ ਕੋਲ ਟਾਈਮ ਕਿੰਨਾ ਕੁ ਹੈ, ਸੋਚ ਲੈਣਾ ਚਾਹੀਦਾ। ਹਰ ਇੱਕ ਦੀ ਰਿਸਪੈਕਟ ਕਰੋ। ਜੇ ਕੋਈ ਜ਼ਿਆਦਾ ਲਿਮਟ ਤੋਂ ਗਾਂਹ ਲੰਘ ਜਾਂਦਾ ਨਾ, ਚੁੱਪ ਰਹੋ, ਉਹਨੂੰ ਉਹਦਾ ਵਕਤ ਹੀ ਸਿਖਾ ਦੂਗਾ ਵੀਰ। ਮਿਹਰਬਾਨੀ ਜੀ, बहुत शुक्रिया। बहुत हाँ बीर जी, मैं 2 लाइन बोलना चाहूंगी। कहते आप महबूब दर्शकों, साडे तुसीं सर दे ताज हो, खिमर जाचना और जाने अनजाने साडे कोलों अगर जे कोई ऐसी जिंदगी विच गाहे बगाहे
ਸ਼ਬਦਾਂ ਦੀ ਚੋਣ ਵੇਲੇ ਕੋਈ ਸ਼ਬਦ ਐਸਾ ਵਰਤਿਆ ਗਿਆ ਹੋਵੇ, ਤੁਸੀਂ ਜਾਣਦੇ ਹੋ ਕਿ ਲਾਈਵ ਸ਼ੋਅ ਹੈ, ਸਾਨੂੰ ਬੜਾ ਅਫਸੋਸ ਹੈ ਉਸ ਚੀਜ਼ ਦਾ। ਪਰ ਸਾਡੀ ਪੂਰੀ ਟੀਮ ਦੀ ਕੋਸ਼ਿਸ਼ ਰਹਿੰਦੀ ਹੈ, ਅਸੀਂ ਹਮੇਸ਼ਾ ਹੀ ਜੋ ਪ੍ਰੋ ਨੂੰ ਪੇਸ਼ ਕਰਦੇ ਹਾਂ ਉਸ ਨੂੰ ਅਸੀਂ ਪਹਿਲਾਂ ਸਭ ਕੁਝ ਤਰਤੀਬਵਾਰ ਲੈ ਕੇ ਆਉਂਦੇ ਹਾਂ। ਪਰ ਇਲੈਕਟ੍ਰੋਨਿਕ ਦਾ ਯੁੱਗ ਹੋਣ ਕਰਕੇ ਕਿਸੇ ਵੇਲੇ ਵੀ ਸ਼ੋਅ ਦੇ ਵਿੱਚ ਚੱਲਦੇ ਵਿੱਚ ਕੋਈ ਵੀ ਐਸੀ ਖਬਰ ਆ ਜਾਂਦੀ ਹੈ ਤੇ ਜਿਸ ਕਰਕੇ ਸਾਡਾ ਪ੍ਰੋਗਰਾਮ ਜਿਹੜਾ ਹੈ ਅਲੀਕਾ ਹੋਇਆ ਉਹ ਜਿਹੜਾ ਹੈ ਸਾਡਾ ਐਕਸਟ੍ਰੋਮਪੋਰੀ ਬਣ ਜਾਂਦਾ, ਜਿਹੜਾ ਕਿ ਤਿਆਰ ਨਹੀਂ ਕੀਤਾ ਹੁੰਦਾ ਤਾਂ ਉਸ ਨੂੰ ਪੇਸ਼ ਕਰਨਾ ਫਿਰ ਸਾਡੇ ਵਾਸਤੇ ਬੜਾ ਮੁਸ਼ਕਲ ਨਹੀਂ ਹੁੰਦਾ, ਬਲਕਿ ਉਹਨੂੰ ਅਸੀਂ ਕਿਵੇਂ ਪੂਰੀ ਤਰ੍ਹਾਂ ਫੁਰਸਤ ਦੇ ਨਾਲ, ਤੇਜ਼ੀ ਨਾਲ, ਜ਼ਿੰਮੇਵਾਰੀ ਨਾਲ ਨਿਭਾਉਣਾ, ਇਹ ਬੜਾ ਕਠਿਨ ਕੰਮ ਹੈ। ਪਰ ਤੁਸੀਂ ਸਾਡਾ ਸਾਥ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਿਜ਼ਨਸਮੈਨਾਂ ਨੂੰ ਰეკਮੈਂਡ ਕਰਦੇ ਹੋ, ਬਾਸੀ ਸ਼ੋਅ ਨੂੰ ਐਡ ਦਿਓ, ਤੁਹਾਡਾ ਸਾਰਾ ਧੰਨਵਾਦ, ਜਿਸ ਕਰਕੇ ਇਹ ਸ਼ੋਅ ਪਪੂਲਰ ਹੈ। ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਗੁਰਪ੍ਰੀਤ ਸਿੱਧੂ ਤੇ ਜੋਗਿੰਦਰ ਬਾਸੀ ਨੂੰ ਆਗੇ ਦਿਓ। ਕੱਲ ਨੂੰ ਅਸੀਂ ਇੱਕ ਨਵੀਂ ਸਵੇਰ ਤੇ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਹੈਪੀ ਡੇ।